ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਂਡ ਵੈਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ। ਸੰਡੇ ਦੀ ਧੁੱਪ ਵਾਲਾ ਸੰਡੇ ਹੈਗਾ, ਮੌਸਮ ਠੀਕ ਹੁੰਦਾ ਜਾਂਦਾ ਤਾਂ ਉਸ ਤਰੀਕੇ ਦੇ ਨਾਲ ਹੀ ਦੁਨੀਆ ਦੇ ਹਾਲਾਤ, ਐਜੂਕੇਸ਼ਨ ਇੰਡਸਟਰੀ ਦੇ ਸਿਚੁਏਸ਼ਨਸ ਸਾਰੀਆਂ ਰੋਡ ਆਫ ਇੰਪਰੂਵਮੈਂਟ ਤੇ ਜਾਂਦੀਆਂ ਰਹਿੰਦੀਆਂ ਨੇ। ਅੱਜ ਦਾ ਵੈਬਿਨਾਰ ਜਿਹੜਾ ਹੈਗਾ ਉਹ ਇਨਫੋਰਮੇਸ਼ਨ ਸੈਸ਼ਨ ਦੇ ਨਾਲ ਕਿਹੜੀ ਕੰਟਰੀਜ਼ ਇਸ ਸਾਲ ਪਪੂਲਰ ਹੋਣਗੀਆਂ ਜਾਂ ਹੋ ਚੁੱਕੀਆਂ ਨੇ ਫॉर ਐਜੂਕੇਸ਼ਨ ਅਬਰੋਡ, ਆਪਾਂ ਉਹਦੀ ਗੱਲ ਕਰਾਂਗੇ। ਇਹ ਇੰਪੋਰਟੈਂਟ ਕਿਉਂ ਹੈਗਾ? ਕਿਉਂਕਿ ਜਦ ਵੀ ਇੱਕ ਸਟੂਡੈਂਟ ਬਾਹਰ ਜਾਣ ਦੀ ਪਲੈਨਿੰਗ ਕਰਦਾ ਹੈ, ਆਪਣੇ ਸੁਪਨਿਆਂ ਨੂੰ ਪ੍ਰੈਕਟੀਕਲ ਰਿਐਲਿਟੀ ਦੇ ਵਿੱਚ ਸ਼ੁਰੂਆਤ ਕਰਦਾ ਹੈਗਾ ਜਾਣ ਦੀ, ਤਾਂ ਸਭ ਤੋਂ ਪਹਿਲਾਂ ਸਵਾਲ ਆਉਂਦਾ ਹੈ ਕਿ ਮੈਂ ਉਸ ਕੰਟਰੀ ਦੇ ਵਿੱਚ ਟਰੈਵਲ ਕਰ ਸਕਦਾ ਹਜੇ ਕਿ ਨਹੀਂ ਕਰ ਸਕਦਾ। ਲੋਟ ਆਫ ਫੈਕਟਰਸ ਜਿਹੜੇ ਬੱਚੇ ਦਾ ਇੱਕ ਡ੍ਰੀਮ ਜਿਹੜਾ ਹੁੰਦਾ ਬਾਹਰ ਜਾਣ ਦਾ, ਪੜ੍ਹਨ ਦਾ, ਚੰਗੀ ਜ਼ਿੰਦਗੀ ਜੀਣ ਦਾ, ਚਾਰ ਪੈਸੇ ਕਮਾਉਣ ਦਾ, ਪੈਸੇ ਜੋੜਨ ਦਾ, ਉਹ ਪਹਿਲੀ ਸ਼ੁਰੂਆਤ ਇੱਕ ਸਟੂਡੈਂਟ ਦੀ ਲਾਈਫ ਦੇ ਵਿੱਚ ਸਟੂਡੈਂਟ ਵੀਜ਼ੇ ਤੋਂ ਸ਼ੁਰੂ ਹੁੰਦੀ ਹੈ। ਤਾਂ ਇਸ ਸਾਲ ਜਿਹੜੇ ਕੰਟਰੀਜ਼ ਦੇ ਬਾਰਡਰ ਹਜੇ ਖੁੱਲੇ ਨੇ ਤੇ ਜਿੱਥੇ ਬੱਚਾ ਪ੍ਰੈਕਟੀਕਲੀ ਟਰੈਵਲ ਕਰ ਸਕਦਾ ਹੈ, ਉਹ ਆ 3 ਦੇਸ਼ ਨੇ ਦੁਨੀਆ ਦੇ ਵਿੱਚ, ਕੈਨੇਡਾ, UK ਐਂਡ USA। ਅੱਜ ਆਪਾਂ ਅਪਡੇਟ ਦੇ ਨਾਲ ਇਹਨਾਂ ਕੰਟਰੀਆਂ 'ਚ ਅਪਲਾਈ ਕਿਵੇਂ ਕਰ ਸਕਦੇ ਹੈਗੇ ਆ, ਚਾਹੇ ਤੁਹਾਡੀ ਫਾਈਲ ਲੱਗੀ ਹੋਈ ਹੈ, ਤੁਹਾਨੂੰ ਕਿਹੜਾ ਰੂਲ ਕਿਸ ਤਰੀਕੇ ਨਾਲ ਇੰਪੈਕਟ ਕਰੇਗਾ, ਤੁਹਾਡਾ ਵੀਜ਼ਾ ਲੱਗਿਆ ਹੋਇਆ ਕੈਨੇਡਾ ਦਾ, 22 ਤਰੀਕ ਤੋਂ ਬਾਅਦ ਕਿਹੜੇ ਨਵੇਂ ਰੈਗੂਲੇਸ਼ਨ ਦੇ ਹੇਠਾਂ ਤੁਸੀਂ ਉੱਥੇ ਜਾ ਸਕਦੇ ਹੋ, ਐਂਡ ਆਪਣੇ ਆਪ ਨੂੰ ਕੌਸ਼ੀਅਸਲੀ ਕਿਸ ਤਰੀਕੇ ਨਾਲ ਰੂਲਸ ਫੋਲੋ ਕਰਨੇ ਆ ਨਵੇਂ ਜਿਹੜੇ ਆਏ ਨੇ 22 ਫਰਵਰੀ ਤੋਂ ਬਾਅਦ। ਉਸੇ ਤਰੀਕੇ ਦੇ ਨਾਲ UK ਕੀ ਨਿਊਜ਼ ਲੈ ਕੇ ਆਇਆ ਇਸ ਸਾਲ ਦੀ, ਜਿਹੜੇ ਪਿਛਲੇ ਸਾਲ ਬੱਚੇ ਗਏ ਸੀਗੇ, ਇਸ ਸਾਲ ਉਹਨਾਂ ਦਾ ਫਿਊਚਰ ਕਿਸ ਤਰ੍ਹਾਂ ਹੋਏਗਾ ਆਉਣ ਵਾਲੇ ਸਪਟੈਂਬਰ ਤੋਂ ਬਾਅਦ। ਐਂਡ USA ਇਸ ਲਈ ਕਿਉਂਕਿ USA ਦਾ ਪੂਰਾ ਜਿਹੜਾ ਐਜੂਕੇਸ਼ਨ ਫਰੇਮਵਰਕ ਜਾਂ ਐਜੂਕੇਸ਼ਨ ਰੈਗੂਲੇਸ਼ਨ ਔਰ ਪਾਲਿਸੀ, ਜਦ ਦੇ ਇਲੈਕਸ਼ਨ ਹੋਏ, ਨਵੇਂ ਪ੍ਰੈਜ਼ੀਡੈਂਟ ਸਾਹਿਬ ਆਏ ਨੇ, ਤਾਂ ਬਹੁਤ ਸਾਰੀਆਂ ਚੀਜ਼ਾਂ ਅਮੈਂਡਮੈਂਟ ਹੋ ਰਹੀਆਂ ਨੇ, ਬਦਲਾਵ ਦੇ ਵਿੱਚ ਜਾ ਰਹੀਆਂ ਨੇ, ਜਿਹੜੇ ਕਿ ਕਿਤੇ ਨਾ ਕਿਤੇ ਫੇਵਰ 'ਚ ਹੈਗੀਆਂ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਤੇ ਉਹਨਾਂ ਬੰਦਿਆਂ ਵਾਸਤੇ ਜਿਹੜੇ ਕਿ ਉੱਥੇ ਜਾਣ ਦੀ ਪਲੈਨਿੰਗ ਕਰਦੇ ਪਏ ਆ। ਅੱਜ ਦਾ ਵੈਬਿਨਾਰ ਮੈਂ ਤੇ ਗੁਰਿੰਦਰ ਭਾਜੀ ਮਿਲ ਕੇ ਲੀਡ ਕਰਾਂਗੇ। ਤੁਹਾਡੇ ਕੋਈ ਵੀ ਸਵਾਲ ਹੋਣਗੇ, ਫੀਲ ਫ੍ਰੀ ਟੂ ਆਸਕ ਬਾय ਐਂਡ ਆਫ ਦਾ ਵੈਬਿਨਾਰ, ਜਿਵੇਂ ਹਰ ਹਫਤੇ ਹੁੰਦਾ ਹੈ। ਤਾਂ ਆਪਾਂ ਸ਼ੁਰੂ ਕਰਦੇ ਹਾਂ ਕੈਨੇਡਾ ਦੇ ਨਾਲ। ਓਕੇ, ਕੈਨੇਡਾ ਦੇ ਵਿੱਚ ਇਸ ਸਾਲ ਸਪੈਸੀਫਿਕਲੀ ਬਹੁਤ ਸਾਰੇ ਬਦਲਾਵ, ਬਹੁਤ ਸਾਰੇ AIP ਨਵੇਂ ਆਏ ਨੇ, ਐਂਡ ਪੁਰਾਣੇ AIP ਦੇ ਜਿਹੜੇ ਪਾਸਪੋਰਟ ਰਿਕੁਐਸਟਾਂ ਆ ਰਹੇ ਨੇ ਉਹ ਜਨਵਰੀ ਤੋਂ ਬਾਅਦ ਸ਼ੁਰੂ ਹੋ ਚੁੱਕੇ ਨੇ ਆਫਟਰ ਕ੍ਰਿਸਮਸ ਹੌਲੀਡੇਜ਼। ਤੇ ਜਿਵੇਂ ਵਕਤ ਬੀਤਦਾ ਰਿਹਾ, ਜਨਵਰੀ ਦਾ ਐਂਡ ਫੈਬਰੂਰੀ ਦਾ, ਅਸੀਂ ਨੋਟਿਸ ਕੀਤਾ ਐਂਡ ਮਾਰਕੀਟ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਪਾਸਪੋਰਟ ਰਿਕੁਐਸਟ ਐਂਡ AIP ਨਿਕਲ ਕੇ ਆਏ। ਦੈਟ ਮੀਨ ਜਿਹੜੇ ਬੰਦਿਆਂ ਨੇ 6-8 ਮਹੀਨੇ ਤੋਂ ਸਬਰ ਕੀਤਾ ਹੋਇਆ ਸੀਗਾ, ਪਿਛਲੇ ਸਾਲ ਦੀ ਫਾਈਲਾਂ ਲੱਗੀਆਂ ਹੋਈਆਂ ਸੀ, ਕਿਤੇ ਨਾ ਕਿਤੇ ਮੂਵਮੈਂਟ ਦੇ ਵਿੱਚ ਆਣੀਆਂ ਸ਼ੁਰੂ ਹੋ ਗਈਆਂ, ਅਗਲੇ ਸਟੈਪ ਦੇ ਜਾਣ ਸ਼ੁਰੂ ਹੋ ਗਿਆ। ਹਾਊਐਵਰ ਉਹਦੇ ਨਾਲ ਇੱਕ ਬਹੁਤ ਵੱਡੇ ਅਮਾਉਂਟ ਜਾਂ ਤਾਦਾਦ ਦੇ ਵਿੱਚ ਰਿਫਿਊਜ਼ਲ ਦੇਖਣ ਨੂੰ ਮਿਲਿਆ, ਤੇ ਜਿਹੜੇ ਬੇਸਿਕ ਕਾਰਨ ਨੇ ਰਿਫਿਊਜ਼ਲਸ ਦੇ, ਉਹ ਕਿਤੇ ਨਾ ਕਿਤੇ ਇੱਥੇ ਅਸੀਂ ਇਸ ਸਲਾਈਡ ਦੇ ਵਿੱਚ ਲਿਸਟ ਕੀਤੇ ਹੋਏ ਨੇ। ਓਕੇ, ਤਾਂ ਬੇਸਿਕਲੀ ਅਗੇਨ ਇਹ ਜਿਹੜਾ ਸਲਾਈਡ ਹੈਗੀ ਹੈ, ਇਹ ਉਹਨਾਂ ਬੱਚਿਆਂ ਵਾਸਤੇ ਹੈ ਜਿਨ੍ਹਾਂ ਦੀ ਫਾਈਲਾਂ ਲੱਗੀਆਂ ਹੋਈਆਂ ਹੈ ਜਾਂ ਕਿਸੇ ਨਾ ਕਿਸੇ ਕਾਰਨ ਰਿਜੈਕਟ ਹੋ ਗਈ। ਤਾਂ ਕੈਨੇਡਾ ਦੇ ਵੀਜ਼ਾ ਫਾਈਲ ਦੇ ਵਿੱਚ ਜੇ ਤੁਸੀਂ ਹਾਇਰ ਸਕਸੈਸ ਰੇਟ ਲੈਣਾ ਚਾਹੁੰਦੇ ਹੋ ਜਾਂ ਆਪਣੀ ਫਾਈਲ ਦੇ ਵਿੱਚ ਤੁਸੀਂ ਕਿਸੇ ਕੰਸਲਟੈਂਟ ਨੂੰ ਫਾਈਲ ਦਿੰਦੇ ਹੋ, ਆਹ 3 ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ, ਕਿਉਂਕਿ ਬਾਰ-ਬਾਰ ਇੱਕੋ ਚੀਜ਼ ਹਰ ਪਲੇਟਫਾਰਮ ਤੋਂ ਅਸੀਂ ਕਹਿੰਦੇ ਆ ਵੀ ਜੇ ਤੁਹਾਡਾ ਕੋਰਸ, ਜਿਹੜਾ ਤੁਸੀਂ ਕੋਰਸ ਕਰਨ ਚੱਲੇ ਹੋ, ਤੁਹਾਡੇ ਪਿਛਲੇ ਬੈਕਗਰਾਉਂਡ ਦੇ ਨਾਲ ਨਹੀਂ ਮਿਲਦਾ, ਤਾਂ ਕਿਤੇ ਨਾ ਕਿਤੇ ਇਹ ਤੁਹਾਡੇ ਰੀਜ਼ਨ ਬਣਦਾ ਹੈਗਾ ਰਿਫਿਊਜ਼ਲ ਦਾ। ਤਾਂ ਇਹ ਬੇਸਿਕਲੀ 3 ਟਿਪਸ ਨੇ ਤੁਹਾਡੇ ਹਾਇਰ ਵੀਜ਼ਾ ਸਕਸੈਸ ਰੇਟ ਦੇ। ਜੇ ਤੁਹਾਡਾ ਕੋਰਸ ਸਿਲੈਕਸ਼ਨ ਤੁਹਾਡੀ ਬੈਕਗਰਾਉਂਡ ਦੇ ਨਾਲ ਮਿਲਿਆ ਹੈਗਾ, ਤਾਂ ਡੈਫੀਨੇਟਲੀ ਤੁਹਾਡਾ ਵੀਜ਼ਾ ਲੱਗਣ ਦੇ ਚਾਂਸਸ ਬਹੁਤ ਜ਼ਿਆਦਾ ਹਾਈ ਨੇ। ਅਨਫੋਰਚੂਨੇਟਲੀ ਲੋਕੀ ਇਹਨੂੰ ਮਿਸਟੇਕ ਕਰਦੇ ਨੇ ਰਿਲੇਟ ਕਰਨ ਦੀ SGS ਤੇ ਨਾਨ SGS ਦੇ ਨਾਲ, whereas ਇਹ ਐਵੀਡੈਂਟ ਫੈਕਟ ਹੈਗਾ that ਜੇ ਤੁਸੀਂ ਆਪਣੀ SGS ਪ੍ਰੋਫਾਈਲ ਵੀ ਲਾਈ ਹੈਗੀ ਹੈ, ਜੇ ਕੋਰਸ ਤੁਹਾਡਾ ਠੀਕ ਨਹੀਂ ਹੈਗਾ, ਫਿਰ ਵੀ ਵੀਜ਼ਾ ਆਫਿਸਰ ਤੁਹਾਡਾ ਵੀਜ਼ਾ ਰਿਜੈਕਟ ਕਰ ਦਿੰਦਾ। ਇਹਦੇ ਵਿੱਚ 2 ਐਗਜ਼ਾਮਪਲ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਨਾ ਚਾਹਾਂਗਾ। ਲੇਟਲੀ ਇੱਕ ਕਾਉਂਸਲਿੰਗ ਆਂਦੀ ਹੈ, ਇੱਕ ਬੱਚਾ ਵੈਬਿਨਾਰ ਤੇ 2 ਹਫ਼ਤੇ ਪਹਿਲਾਂ ਆ ਕੇ ਜੁੜਿਆ, ਤੇ ਉਹਦੀ ਜਦ ਪ੍ਰੋਫਾਈਲ ਦੇਖੀ
ਤਾਂ ਬਹੁਤ ਇੰਪੋਰਟੈਂਟ ਜਿਹੜਾ ਇੱਕ ਕਨੈਕਸ਼ਨ ਮਿਸਿੰਗ ਸੀਗਾ ਉਹਦੀ ਪ੍ਰੋਫਾਈਲ ਦੇ ਵਿੱਚ ਐਂਡ ਕੋਰਸ ਸਿਲੈਕਸ਼ਨ ਦੇ ਵਿੱਚ ਬੈਕਗ੍ਰਾਉਂਡ ਜਿਹਦਾ ਮਰਜ਼ੀ ਹੋਵੇ, ਚਾਹੇ ਕੰਸਲਟੈਂਟ ਦਾ ਹੋਵੇ, ਚਾਹੇ ਲਾਈ ਲੱਗ ਜਿਹਨੂੰ ਆਪਾਂ ਕਹਿ ਦਈਏ ਉਹ ਹੋਵੇ, ਪਰ ਉਹ ਐਂਡ ਰਿਜ਼ਲਟ ਉਹਦਾ ਵੀਜ਼ਾ ਰਿਜੈਕਸ਼ਨ ਆਇਆ। ਪ੍ਰੋਫਾਈਲ ਸੀਗੀ +2 ਮੈਡੀਕਲ ਦੀ ਐਂਡ 2 ਸਾਲ ਦਾ ਗੈਪ ਸੀਗਾ। ਕਿਸੇ ਨੇ ਸਲਾਹ ਦਿੱਤੀ ਵੀ ਅਕਾਊਂਟਿੰਗ ਡਿਪਲੋਮਾ ਬਣਾਓ ਤੇ ਉਹਨੇ ਅਕਾਊਂਟਿੰਗ ਡਿਪਲੋਮਾ ਬਣਾਇਆ ਤੇ ਅਗਲੇ ਨੇ ਅਕਾਊਂਟਸ 'ਚ ਹੀ ਆਪਣਾ ਡਿਪਲੋਮਾ ਜਿਹੜਾ ਹੈਗਾ ਉਹਦੇ ਵਿੱਚ ਅਪਲਾਈ ਕੀਤਾ ਕੋਰਸ ਦੇ ਵਿੱਚ ਐਂਡ ਹੀ ਗਾਟ ਰਿਜੈਕਸ਼ਨ। ਰਿਜੈਕਸ਼ਨ ਦੇ 2 ਮੁੱਖ ਕਾਰਨ 216 ਕਲੌਜ਼ ਜਿਹੜਾ ਕਿ ਪਰਪਸ ਆਫ ਵਿਜ਼ਿਟ ਹੁੰਦਾ ਐਂਡ ਯੋਰ ਪ੍ਰਪੋਜ਼ਡ ਪ੍ਰੋਗਰਾਮ ਲੈਂਗੁਏਜ ਐਬਿਲਿਟੀ ਇੰਗਲਿਸ਼, ਜਿਹੜੇ 3-4 ਫੈਕਟਰਸ ਇਕੱਠੇ ਲਿਖੇ ਹੁੰਦੇ ਨੇ ਕਾਮਰਸ ਦੇ ਨਾਲ, ਉਹ ਆਇਆ। ਪੂਰਾ ਸਟੂਡੈਂਟ ਪਰੇਸ਼ਾਨ ਵੀ ਇਹ ਹੋ ਕਿਵੇਂ ਗਿਆ, ਮੇਰਾ ਪ੍ਰੋਫਾਈਲ ਕੋਰਸ ਬਿਲਕੁਲ ਕਨੈਕਸ਼ਨ ਦਾ ਬਣਦਾ ਸੀਗਾ ਐਂਡ ਹਾਊ ਡਿਡ ਇਟ ਹੈਪਨ। ਤਾਂ ਇੱਕ ਬੇਸਿਕ ਜਿਹਾ ਐਵੀਡੈਂਟ ਜਾਂ ਇੱਕ ਫੈਕਟ ਹੈਗਾ ਜਿਹਨੂੰ ਕੋਈ ਨਕਾਰ ਨਹੀਂ ਸਕਦਾ, ਇਗਨੋਰ ਜ਼ਰੂਰ ਕਰਦੇ ਆ ਪਰ ਕੋਈ ਨਕਾਰ ਨਹੀਂ ਸਕਦਾ। that +2 ਮੈਡੀਕਲ ਕੀਤਾ, ਉਸ ਤੋਂ ਬਾਅਦ ਕਿਸੇ ਪ੍ਰਾਈਵੇਟ ਸੈਂਟਰ ਤੋਂ ਤੁਸੀਂ ਕੰਪਿਊਟਰ ਦਾ ਡਿਪਲੋਮਾ ਜਾਂ ਅਕਾਊਂਟਸ ਦਾ ਡਿਪਲੋਮਾ ਲਾਇਆ, ਉਸ ਤੋਂ ਬਾਅਦ ਆਪਣਾ ਅਕਾਊਂਟਿੰਗ ਦਾ ਕੋਰਸ ਕੀਤਾ, ਜਿਹੜੀ ਬੈਕਗ੍ਰਾਉਂਡ ਤੁਹਾਡੀ ਹੈਗੀ ਹੈ, ਜਿਹੜੀ ਫਾਊਂਡੇਸ਼ਨ ਹੈ ਉਹ ਮੈਡੀਕਲ ਹੈ। ਇੱਕ ਕਲੀਅਰ ਕੱਟ ਐਵੀਡੈਂਟ ਹੈ that ਕਿਤੇ ਨਾ ਕਿਤੇ ਅਕਾਊਂਟ ਆਪਣਾ ਮੈਡੀਕਲ ਦਾ ਸੰਬੰਧ it is nowhere with accounts, physics, chemistry, biology, accounting, business studies and economics, it all together different subject ne te oda visa refuse hoya which was likely to happen ਪਰ ਉਹ question mark raise ਕਰ ਦਿੰਦਾ ਹੈਗਾ ਕਿ ਬੱਚਾ ਆਪਣੀ ਪ੍ਰੋਫਾਈਲ ਨੂੰ ਲੈ ਕੇ ਜਮਾਂ ਵੀ ਜਾਗਰੂਕ ਹੋਣ ਦੀ ਕੋਸ਼ਿਸ਼ ਨਹੀਂ ਕਰਦਾ, ਜਾਂ ਕੰਸਲਟੈਂਟ ਦੇ ਉਹਦਾ ਵਰਡ ਬਹੁਤ ਜ਼ਿਆਦਾ ਵੱਡਾ ਹੈਗਾ ਜਿੱਥੋਂ ਕਿਤੇ ਨਾ ਕਿਤੇ ਉਹ ਸਾਰਾ ਕੁਝ ਉੱਤੇ ਸਿੱਟ ਦਿੰਦਾ ਹੈਗਾ ਇੱਕ ਅੰਨੇਵਾਹ ਤਰੀਕੇ ਦੇ ਨਾਲ। ਪੂਰੇ ਇਕੁਏਸ਼ਨ ਦੇ ਵਿੱਚ ਲੌਜਿਕ ਮਿਸ ਕਰ ਦਿੰਦਾ, ਮੈਂ ਆ ਪੜਿਆ ਆ ਕਰਨ ਚੱਲਣਾ, ਤੇਰਾ ਕਿਵੇਂ ਰੈਲੇਵੈਂਸੀ ਬਣੇਗਾ। ਦੂਸਰਾ ਐਗਜ਼ਾਮਪਲ ਬੜਾ ਪਪੂਲਰ ਐਗਜ਼ਾਮਪਲ ਹੈ, ਨਾਨ ਮੈਡੀਕਲ ਫਿਜ਼ਿਕਸ, ਕੈਮਿਸਟਰੀ, ਮੈਥਮੈਟਿਕਸ ਤੁਸੀਂ ਕੀਤੀ ਹੋਈ ਹੈ, ਮੈਥਸ ਦੇ ਵਿੱਚ 40 ਨੰਬਰ ਨੇ ਔਰ 50 ਤੋਂ ਥੱਲੇ ਨੰਬਰ ਨੇ, ਉਹਨੂੰ ਇਹੋ ਜਿਹਾ ਇੰਜੀਨੀਅਰਿੰਗ ਦਾ ਟੈਕਨੀਕਲ ਪ੍ਰੋਗਰਾਮ, ਇੱਕ ਨੈਟਵਰਕ ਐਡਮਿਨਿਸਟ੍ਰੇਟਿਵ ਪ੍ਰੋਗਰਾਮ ਹੈ, ਇੰਜੀਨੀਅਰਿੰਗ ਦੇ ਮਕੈਨੀਕਲ, ਸਿਵਲ, ਸਿਰਫ ਮੈਥ ਨੂੰ ਜਾਂ ਨਾਨ ਮੈਡੀਕਲ ਓਵਰਆਲ ਦੇਖ ਕੇ ਇੱਕ ਪ੍ਰੋਗਰਾਮ ਦਿੱਤਾ ਜਾਂਦਾ ਹੈ ਤੇ ਉਹਦਾ ਵੀ ਰਿਜੈਕਸ਼ਨ ਆਹੀ 2 ਕਾਰਨਾਂ ਤੋਂ ਆ ਜਾਂਦਾ ਹੈ। ਹੁਣ ਆਪਾਂ ਹਰ ਵਾਰ ਸੁਣਦੇ ਆਏ ਹਾਂ ਮੈਥ ਇੱਕ ਬੜਾ ਇੰਪੋਰਟੈਂਟ ਸਬਜੈਕਟ ਹੈਗਾ ਤੁਹਾਡੇ, ਜਦ ਤੁਸੀਂ ਬਾਹਰ ਸਪੈਸੀਫਿਕਲੀ ਕੈਨੇਡਾ ਜਾਣ ਦੀ ਪਲੈਨਿੰਗ ਕਰਦੇ ਹੋ, ਮੈਥਸ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦਾ ਹੈ। ਹੁਣ ਮੈਥ ਦਾ ਲੌਜਿਕ ਕੀ ਹੈਗਾ, ਫਿਜ਼ਿਕਸ, ਕੈਮਿਸਟਰੀ, ਮੈਥਮੈਟਿਕਸ 3 ਚੀਜ਼ਾਂ ਨਾਨ ਮੈਡੀਕਲ ਬੈਕਗ੍ਰਾਉਂਡ ਨੂੰ ਬਣਾਉਂਦੀਆਂ ਤੇ ਮੈਥ ਕਿਤੇ ਨਾ ਕਿਤੇ ਇੰਪੋਰਟੈਂਟ ਔਰ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦਾ ਤੁਹਾਡੇ ਕੋਰਸ ਸਿਲੈਕਸ਼ਨ ਨੂੰ ਲੈ ਕੇ ਕੈਨੇਡਾ ਦੇ ਵਿੱਚ। ਤਾਂ ਆਪਣੇ ਜਦ ਤੁਸੀਂ ਕੋਰਸ ਸਿਲੈਕਸ਼ਨ ਕਰਦੇ ਹੋ ਜਾਂ ਤੁਹਾਡਾ ਰਿਜੈਕਸ਼ਨ ਆਇਆ ਹੈਗਾ ਇਹਨਾਂ ਨੰਬਰਾਂ ਦੇ ਬਾਵਜੂਦ, ਐਂਡ ਦੋਨੋਂ ਰੀਜ਼ਨ ਨੇ ਪ੍ਰਪੋਜ਼ਡ ਪ੍ਰੋਗਰਾਮ ਐਂਡ 216, ਕਿਤੇ ਨਾ ਕਿਤੇ ਕੋਰਸ ਸਿਲੈਕਸ਼ਨ ਔਰ ਫਾਈਲ ਪ੍ਰੈਜੈਂਟੇਸ਼ਨ, ਦੋਨੋਂ ਚੀਜ਼ਾਂ ਮੈਟਰ ਕਰਦੀਆਂ ਨੇ ਕਿਸ ਤਰੀਕੇ ਨਾਲ ਕੇਸ ਅੱਗੇ ਲੈ ਕੇ ਗਿਆ ਹੈਗਾ ਤੇ ਕਿੰਨਾ ਟੈਕਨੀਕਲ ਪ੍ਰੋਗਰਾਮ ਹੈ ਤੁਹਾਡਾ ਜਿਸ ਵਿੱਚ ਤੁਸੀਂ ਵੀਜ਼ਾ ਅਫਸਰ ਨੂੰ ਆਪਣੀ ਇੰਟੈਂਸ਼ਨ ਪੇਸ਼ ਕੀਤੀ ਹੈ। ਹੁਣ ਸਭ ਤੋਂ ਦੂਸਰਾ ਇੰਪੋਰਟੈਂਟ ਫੈਕਟਰ ਲਿਖਿਆ ਹੈ ਰੀਲੌਜਮੈਂਟ ਟੂ ਬੀ ਕੰਸੀਡਰਡ ਐਟ ਟਾਈਮਸ। ਕੈਨੇਡਾ ਦਾ ਵੀਜ਼ਾ ਪੇਪਰ ਵਰਕ ਤੇ ਚੱਲਦਾ ਹੈਗਾ, ਪੇਪਰ ਵਰਕ ਦੇ ਵਿੱਚ ਤੁਹਾਡੇ ਸਰਟਨ ਡਾਕੂਮੈਂਟੇਸ਼ਨ, LOA ਹੋ ਗਿਆ, ਤੁਹਾਡਾ GIC ਸਰਟੀਫਿਕੇਟ ਹੋ ਗਿਆ, ਐਜੂਕੇਸ਼ਨ ਡਾਕੂਮੈਂਟਸ ਹੋ ਗਏ, ਐਕਸਪੀਰੀਅੰਸ ਡਾਕੂਮੈਂਟਸ ਇਫ ਐਨੀ, ਉਹ ਨਾਲ ਸਾਰਾ ਜਾਂਦਾ ਹੈ। ਹੁਣ ਕਈ ਵਾਰ ਹੁੰਦਾ ਇੱਕ ਸਿੰਪਲ ਰਿਜੈਕਸ਼ਨ ਵੀਜ਼ਾ ਅਫਸਰ ਤੋਂ ਆ ਜਾਂਦਾ 216 ਲਾ ਕੇ, ਜਾਂ ਪ੍ਰਪੋਜ਼ ਪ੍ਰੋਗਰਾਮ ਨੂੰ ਵੀ ਲਾ ਲੈਂਦੇ ਆ, ਵਿੱਚ ਆ ਗਿਆ। ਉਹਦਾ ਅਗਲਾ ਸਟੈਪ ਕੀ ਬਣਦਾ ਕਿ ਇੱਕ ਬੱਚੇ ਨੂੰ ਆਪਣੀ ਹਿੰਮਤ ਹਾਰ ਕੇ ਪਿੱਛੇ ਪੈ ਜਾਣਾ ਚਾਹੀਦਾ, ਮੇਰਾ ਵੀਜ਼ਾ ਨਹੀਂ ਲੱਗਦਾ। whereas we always say and believe ਵੀਜ਼ਾ ਆਫਿਸਰ ਤੇ ਸਟੂਡੈਂਟ ਦੇ ਵਿੱਚ ਇੱਕ ਰਿਲੇਸ਼ਨਸ਼ਿਪ ਹੈਗਾ ਕਮਿਊਨੀਕੇਸ਼ਨ ਦਾ। ਕਮਿਊਨੀਕੇਸ਼ਨ ਕਿਸ ਤਰ੍ਹਾਂ, ਮੈਂ ਸਟੂਡੈਂਟ ਹੈ, ਮੈਂ ਇੱਕ ਆਪਣੀ ਫਾਈਲ ਵੀਜ਼ਾ ਆਫਿਸਰ ਨੂੰ ਪੇਸ਼ ਕਰਦਾ ਪਿਆ ਹੈਗਾ ਤੇ ਕਿਤੇ ਨਾ ਕਿਤੇ ਵੀਜ਼ਾ ਆਫਿਸਰ ਸਮਝ ਨਹੀਂ ਪਾਇਆ ਜਾਂ ਕਨਵਿੰਸ ਨਹੀਂ ਹੋ ਪਾਇਆ ਮੇਰੇ ਪੂਰੇ ਸਟੱਡੀ ਪਲਾਨ ਤੋਂ, ਮੇਰੇ ਪੂਰੇ ਪ੍ਰਪੋਜ਼ ਪ੍ਰੋਗਰਾਮ ਤੋਂ, ਮੇਰੇ ਪੂਰੇ ਪ੍ਰੋਫਾਈਲ ਤੋਂ। ਇਹਨੂੰ ਦੁਬਾਰਾ ਰੀਲੌਜਮੈਂਟ ਬਿਲਕੁਲ ਕਰਨਾ ਚਾਹੀਦਾ ਹੈਗਾ, ਜਿਹਦੇ ਵਿੱਚ ਕੀ ਸਮਝਾਉਣ ਦਾ ਤਰੀਕਾ ਬਦਲਣਾ। ਜੋ ਤੀਸਰਾ ਲਿਖਿਆ ਹੈ ਮੈਂਸ਼ਨ ਕਲੀਅਰ ਇੰਟੈਂਸ਼ਨ ਇਨ ਸਟੇਟਮੈਂਟ ਆਫ ਪਰਪਸ। स्टेटमेंट ऑफ पर्पस की बहुत इंपॉर्टेंट है या एक ओनली डॉक्यूमेंट है जिते वीजा लगता है। अगेन ये भी एक भुलेखा है, एक मिथ है, एक ट्रुथ है, मिक्स ऑफ फीलिंग्स है स्टेटमेंट ऑफ पर्पस नूं लैके। स्टेटमेंट ऑफ पर्पस बेसिकली कई तो वैसे ही ला देंगे ने चलो जस्ट फॉर द हैक ऑफ इट, बट कई हुंदा एक्चुअल इंटेंट समझाउण दा की कीता मैं, की करन दी प्लैनिंग है ते अगे फ्यूचर दे विच आ इन्वेस्टमेंट मेरे किवें मेरे प्रोफाइल च वाधा पाएगी।
The second fact line, relodgement to be considered at times, and mention clear intention in your statement of purpose. ਇਹ ਦੋਨੋਂ ਰਿਲੇਟ ਹੁੰਦੇ ਨੇ, ਦੋਨੋਂ ਰਿਲੇਸ਼ਨ ਚ ਆਉਂਦੇ ਨੇ ਜਦ ਤੁਸੀਂ ਵੀਜ਼ਾ ਫਾਈਲ ਪ੍ਰਿਪੇਅਰ ਕਰਦੇ ਹੋ। ਬੜੀ ਬੇਸਿਕ ਜੀ ਚੀਜ਼ ਹੈ। ਇੱਕ ਵਾਰ ਵੀਜ਼ਾ ਰਿਫਿਊਜ਼ ਹੁੰਦਾ ਹੈ, ਕਈ ਦੇਸ਼ਾਂ ਦੇ ਵਿੱਚ ਤਾਂ ਦੁਬਾਰਾ ਵੀਜ਼ਾ ਫਾਈਲ ਲਾਉਣ ਦਾ ਮੌਕਾ ਵੀ ਨਹੀਂ ਮਿਲਦਾ, ਕਿਉਂ? ਉਹਨਾਂ ਦੇ ਰੂਲ ਐਂਡ ਰੈਗੂਲੇਸ਼ਨ ਇਹੋ ਜਿਹੇ ਹੈਗੇ ਨੇ। ਵੇਅਰਐਜ਼ ਕੈਨੇਡਾ always welcome, ਜੇ ਤੁਹਾਡਾ ਕੋਈ ਲੈਟਰ ਆਫ ਕੰਸਰਨ ਨਹੀਂ ਆਇਆ, ਫਰਾਡੂਲੈਂਟ ਡਾਕੂਮੈਂਟ ਨਹੀਂ ਹੈਗਾ, ਤਾਂ ਤੁਸੀਂ ਕਿਤੇ ਨਾ ਕਿਤੇ ਆਪਣਾ ਦੁਬਾਰਾ ਫਾਈਲ ਲਾ ਸਕਦੇ ਹੈਗੇ ਹੋ ਵਿਦ ਕਲੀਅਰ ਔਰ ਰਿਵਾਈਜ਼ਡ ਇੰਟੈਂਸ਼ਨ ਆਫ ਪਲਾਨ, ਤੇ ਵੀਜ਼ਾ ਅਫਸਰ ਨੂੰ ਆਪਣੀ ਗੱਲ ਦੂਜੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰ ਸਕਦੇ ਹੈਗੇ। ਤਾਂ ਆਹ ਦੋ ਚੀਜ਼ਾਂ ਆਪਸ ਜਾਂਦੀਆਂ ਨੇ। ਇੱਕ ਬੱਚਾ ਕਹਿੰਦਾ ਜਾਂ ਇੱਕ ਸਟੂਡੈਂਟ ਸੋਚਦਾ ਹੈ ਮੇਰੀ ਕਿੱਥੋਂ ਤੱਕ ਲਿਮਿਟ ਹੈ ਫਾਈਲ ਲਾਉਣ ਦੀ, ਵੇਅਰਐਜ਼ ਕੈਨੇਡਾ ਵਿੱਚ ਇਹੋ ਜਿਹਾ ਕੋਈ ਪ੍ਰੋਵੀਜ਼ਨ ਨਹੀਂ ਹੈਗਾ that ਕਿਤੇ ਨਾ ਕਿਤੇ ਤੁਸੀਂ ਇੱਕ ਫੁੱਲ ਸਟਾਪ ਲਾਓ। ਐਜ਼ ਲੌਂਗ ਐਜ਼ ਤੁਹਾਨੂੰ ਲੱਗਦਾ ਹੈਗਾ ਤੁਸੀਂ ਆਪਣੀ ਚੀਜ਼ ਸਮਝਾ ਸਕਦੇ ਹੋ ਐਂਡ ਦੂਜੇ ਤਰੀਕੇ ਨਾਲ ਸਮਝਾ ਸਕਦੇ ਹੋ, ਤਾਂ ਡੈਫੀਨੇਟਲੀ ਉਹਨੂੰ ਰੀਲੌਂਚ ਕਰਨਾ ਚਾਹੀਦਾ ਹੈਗਾ ਵਿਦ ਚੇਂਜ ਇਨ SOP ਔਰ ਕੋਰਸ। ਜੇ ਤੁਹਾਡਾ ਕੋਰਸ ਗਲਤ ਸਿਲੈਕਟ ਹੋਇਆ ਤਾਂ ਬੀ ਪ੍ਰੈਜ਼ੈਂਟ ਟੂ ਯੋਰ ਪ੍ਰੋਫਾਈਲ, ਬੀ ਪ੍ਰੈਜ਼ੈਂਟ ਟੂ ਯੋਰ ਕੋਰਸ ਸਿਲੈਕਸ਼ਨ, ਜੋ ਤੁਸੀਂ ਕਰਨਾ ਚਾਹੁੰਦੇ ਹੋ ਉੱਥੇ ਜਾ ਕੇ ਕੀ ਉਹ ਰੈਲੇਵੈਂਸੀ ਬਣਦੀ ਪਈ ਹੈ, ਲੁਕਿੰਗ ਐਟ ਯੋਰ ਸਬਜੈਕਟਸ ਜਿਹੜੇ ਤੁਸੀਂ ਕੀਤੇ ਹੈਗੇ। ਤਾਂ ਆਹ 3 ਬੇਸਿਕ ਟਿਪਸ ਜਿਹੜੇ ਕਿ ਬਹੁਤ ਬਾਹਰ ਅਲੱਗ-ਅਲੱਗ ਪਲੇਟਫਾਰਮ ਤੋਂ ਤੁਹਾਡੇ ਅੱਗੇ ਆਏ ਆ, ਬਟ ਇਹਦਾ ਡਿਟੇਲ ਕੀ ਹੈਗਾ ਜਾਂ ਇਹਦੇ ਟ੍ਰਾਂਸਲੇਸ਼ਨ ਕਿੰਨੀਆਂ ਹੋ ਸਕਦੀਆਂ, ਇਹ ਪ੍ਰੋਫਾਈਲ ਟੂ ਪ੍ਰੋਫਾਈਲ ਮਾਇਨੇ ਰੱਖਦਾ ਹੈਗਾ। ਇਹ ਆਪਾਂ ਇੱਕ ਐਗਜ਼ਾਮਪਲ ਅੱਗੇ ਲਵਾਂਗੇ ਜਦ ਆਪਾਂ ਅੱਗੇ ਸਲਾਈਡ ਜਾਵਾਂਗੇ ਦੂਜੇ ਕੰਟਰੀ ਦੇ ਵਿੱਚ। ਨਾਓ ਲੈਟਸ ਮੂਵ ਟੂ ਨੈਕਸਟ ਸਲਾਈਡ। ਓਕੇ, ਪਿਛਲੇ ਵੈਬਿਨਾਰ ਤੇ ਜਾਂ ਉਸ ਤੋਂ ਪਿਛਲੇ ਹਫਤੇ ਐਂਡ ਜਦ ਥੋੜਾ AIP ਦਾ ਉਹ ਹੋਇਆ ਸੀਗਾ ਪ੍ਰੀ ਡਿਪਾਰਚਰ, ਅਸੀਂ ਬਾਰ-ਬਾਰ ਗੁਰਿੰਦਰ ਸਰ ਨੇ ਇੱਕ ਚੀਜ਼ ਕਹੀ ਸੀ, 22 ਤਰੀਕ ਤੋਂ ਨਵੀਂ ਪਾਲਿਸੀਜ਼ ਇੰਪਲੀਮੈਂਟ ਹੁੰਦੀਆਂ ਪਈਆਂ ਨੇ। ਜਿਹੜਾ ਬੱਚਾ ਉਸ ਤੋਂ ਬਾਅਦ ਟਰੈਵਲ ਕਰੇਗਾ ਉਹਨੂੰ ਨਵੇਂ ਰੈਗੂਲੇਸ਼ਨ ਦੇ ਹੇਠਾਂ ਅਡਹੇਅਰ ਕਰਨਾ ਪਏਗਾ, ਰੂਲਸ ਐਂਡ ਰੈਗੂਲੇਸ਼ਨ। ਅੱਜ ਤੋਂ 6-8 ਮਹੀਨੇ ਪਹਿਲਾਂ ਟਰੈਵਲ ਲੈਟਰ, ਸਪੋਰਟ ਲੈਟਰ ਐਗਜ਼ਿਸਟੈਂਸ ਹੁੰਦਾ ਸੀਗਾ। ਉਸ ਤੋਂ ਬਾਅਦ ਤੁਹਾਡਾ DLI ਦਾ ਕੋਵਿਡ ਰੈਡੀਨੈਸ ਲਿਸਟ ਆਈ, ਉਹਦੇ ਨਾਲ ਜਿਹੜੇ 22 ਤਰੀਕ ਨੂੰ ਰੈਗੂਲੇਸ਼ਨ ਆ ਗਿਆ, ਇੰਪਲੀਮੈਂਟ ਹੋ ਗਿਆ, ਉਹ ਬੱਚਾ ਜਿਹੜਾ 22 ਤਰੀਕ ਨੂੰ ਉੱਥੇ ਪਹੁੰਚਦਾ ਪਿਆ ਜਾਂ ਉਸ ਤੋਂ ਬਾਅਦ ਵਿੱਚ ਪਹੁੰਚਦਾ ਪਿਆ, ਉਹਦੇ ਲਈ ਇਹ ਸਲਾਈਡ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਹੈ। ਉਹਦੇ ਲਈ ਆਹ ਸਲਾਈਡ ਦੀ ਇੰਪੋਰਟੈਂਟ ਹੈ। ਤੁਸੀਂ ਪਿਕਚਰ ਲੈਣਾ ਚਾਹੁੰਦੇ ਹੋ, ਬਿਲਕੁਲ ਪਿਕਚਰ ਲਓ ਇਸ ਸਲਾਈਡ ਦੀ ਐਂਡ ਆਪਣੀ ਪਲੈਨਿੰਗ ਉਸ ਤਰੀਕੇ ਨਾਲ ਕਰੋ। ਪਿਛਲੇ ਹਫਤੇ ਜਦ ਗੁਰਿੰਦਰ ਸਰ ਨੇ ਵੈਬਿਨਾਰ ਲੀਡ ਕੀਤਾ ਤਾਂ ਉਸ 'ਚ ਇੱਕ ਚੀਜ਼ ਕਹੀ ਸੀ, ਕੈਨੇਡਾ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਰਟਨ ਚੇਂਜਸ ਆਉਣਗੇ ਟਰੈਵਲ ਪਾਲਿਸੀਜ਼ ਨੂੰ ਲੈ ਕੇ। ਜਿਹੜਾ ਬੱਚਾ ਉੱਥੇ ਜਾਂਦਾ ਪਿਆ ਹੈਗਾ, AIP ਤੋਂ ਬਾਅਦ ਪਾਸਪੋਰਟ ਰਿਕੁਐਸਟ ਆਇਆ, ਉਸ ਤੋਂ ਬਾਅਦ ਤੁਸੀਂ ਆਪਣਾ ਕੋਵਿਡ ਦਾ ਟੈਸਟ ਕਰਾਉਣਾ 72 ਘੰਟੇ ਪਹਿਲਾਂ, ਬਿਫੋਰ ਯੂ ਟਰੈਵਲ ਟੂ ਕੈਨੇਡਾ। ਉਹ ਰਿਪੋਰਟ ਲੈ ਕੇ ਤੁਸੀਂ ਕੈਨੇਡਾ ਜਾਂਦੇ ਹੋ, ਨਾਲ ਉੱਥੇ ਜਿਹੜੀ ਉਹਨਾਂ ਨੇ ਅਨਾਉਂਸਮੈਂਟ ਕੀਤੀ ਸੀ, ਤੁਹਾਨੂੰ ਉੱਥੇ ਜਾ ਕੇ ਦੁਬਾਰਾ ਟੈਸਟ ਕਰਾਉਣਾ ਪੈਣਾ ਕੋਵਿਡ ਦਾ ਆਪਣਾ, ਐਂਡ ਉਹਦਾ ਰਿਪੋਰਟ ਆਉਣ ਤੱਕ ਵਿਚ ਇਜ਼ 3 ਡੇਜ਼ ਤੁਸੀਂ ਉੱਥੋਂ ਦੇ ਅਪਰੂਵਡ ਹੋਟਲ ਦੇ ਵਿੱਚ ਅਕੋਮੋਡੇਸ਼ਨ ਬੁੱਕ ਕਰਾਓਗੇ ਆਪਣੇ ਐਕਸਪੈਂਸ ਦੇ ਉੱਤੇ। ਉਹ ਰਿਪੋਰਟ ਤੁਹਾਡੀ ਪੋਜ਼ਿਟਿਵ ਆਉਂਦੀ ਹੈ, ਰੱਬ ਨਾ ਕਰੇ ਇਹੋ ਜਿਹਾ ਹੋਵੇ, ਤੁਸੀਂ ਗਵਰਨਮੈਂਟ ਫੈਸਿਲਿਟੀ 'ਚ ਟ੍ਰਾਂਸਫਰ ਹੋਵੋਗੇ ਫॉर ਫਰਦਰ ਐਕਸ਼ਨ। ਤੁਹਾਡੀ ਉਹ ਰਿਪੋਰਟ ਨੈਗੇਟਿਵ ਆਉਂਦੀ ਹੈ, ਤੁਸੀਂ ਆਪਣੇ ਡੈਜ਼ਿਗਨੇਟਿਡ ਕੁਆਰੰਟੀਨ ਜਿਹੜਾ ਤੁਸੀਂ ਆਪਣਾ ਐਡਰੈਸ ਐਂਡ ਇੰਤਜ਼ਾਮ ਕਰਕੇ ਜਾ ਰਹੇ ਹੋ ਉੱਥੇ ਕੈਰੀ ਔਨ ਕਰੋਗੇ ਜਾਂ ਮੂਵ ਫਾਰਵਰਡ ਕਰੋਗੇ। ਤਾਂ ਆਹ ਕੁਝ ਉਹਨਾਂ ਦੇ ਜਿਹੜਾ ਪਲਾਨ ਆ ਗਿਆ ਹੈਗਾ ਵੈਬਸਾਈਟ ਉੱਤੇ, ਉਹਦਾ ਕਰਕਸ ਹੈਗਾ। ਇੱਥੇ ਇੱਕ ਨੰਬਰ ਦਿੱਤਾ ਹੋਇਆ ਜਿੱਥੇ ਤੁਸੀਂ ਜਿਹੜੇ ਉਹਨਾਂ ਦੇ ਸ਼ਾਰਟਲਿਸਟਡ ਹੋਟਲ ਨੇ, ਅਰਾਊਂਡ 13 ਹੋਟਲ ਨੇ ਸ਼ਾਰਟਲਿਸਟਡ ਗਵਰਨਮੈਂਟ ਵੱਲੋਂ 4 에ਅਰਪੋਰਟ ਦੇ ਉੱਤੇ, ਜਿੱਥੇ ਤੁਸੀਂ ਲੈਂਡ ਕਰੋਗੇ ਕਿਉਂਕਿ ਉਹ ਰਿਸਟ੍ਰਿਕਸ਼ਨ ਆ ਚੁੱਕੀ ਹੈ। ਇਸੇ 에ਅਰਪੋਰਟ ਸੇ ਤੁਸੀਂ ਲੈਂਡ ਕਰੋਗੇ ਵਿਚ ਮੇਕਸ ਟੋਟਲ ਸੈਂਸ। ਐਂਡ ਇਹ ਨੰਬਰ ਦੇ ਉੱਤੇ ਆਪਣਾ ਤੁਸੀਂ ਹੋਟਲ ਬੁੱਕ ਕਰਾਓਗੇ, ਤੁਹਾਨੂੰ ਹੋਟਲ ਦੀ ਕਨਫਰਮੇਸ਼ਨ ਵਿਦਿਨ 4 ਆਵਰਸ ਆਫ ਬੁਕਿੰਗ ਆ ਜਾਏਗੀ, ਵਿਚ ਇਜ਼ ਮੈਂਡੇਟਰੀ ਫॉर ਯੂ ਟੂ ਕੈਰੀ ਐਂਡ ਉੱਥੇ ਰਹਿਣਾ ਜ਼ਰੂਰੀ ਹੈ। ਜਿਹੜੀ ਕਾਸਟ $2000 ਦੀ ਗਵਰਨਮੈਂਟ ਵੱਲੋਂ ਰეკਮੈਂਡ ਹੋਈ ਹੈ ਫॉर योर 3 ਡੇਜ਼ ਆਫ ਹੋਟਲ ਸਟੇ, ਇਹ ਸਾਰਾ ਕੁਝ ਇਨਕਲੂਡ ਆ ਜਾਂਦਾ ਹੈ, ਫੂਡ, ਰੂਮ ਦਾ ਰੈਂਟ, ਸਿਕਿਉਰਿਟੀ, ਟਰਾਂਸਪੋਰਟੇਸ਼ਨ ਐਂਡ ਇਨਫੈਕਸ਼ਨ ਪ੍ਰੀਵੈਂਸ਼ਨ ਐਂਡ ਕੰਟਰੋਲ ਮੈਜਰਸ। ਇਹ ਸਾਰਾ ਦਾ ਸਾਰਾ ਉਹਨਾਂ ਨੇ ਇੱਕ ਪੈਕੇਜ ਤਿਆਰ ਕੀਤਾ ਹਰੇਕ ਉਹਨਾਂ ਬੱਚਿਆਂ ਵਾਸਤੇ ਜਿਹੜੇ 22 ਤਰੀਕ ਨੂੰ ਲੈਂਡ ਕਰਨਗੇ ਔਰ 22 ਤੋਂ ਬਾਅਦ ਉੱਥੇ ਪਹੁੰਚਣਗੇ। ਉਹਨਾਂ ਗਵਰਨਮੈਂਟ ਆਥੋਰਾਈਜ਼ਡ ਹੋਟਲ ਦੀ ਲਿਸਟ ਹੈਗੀ ਹੈ, ਤੁਸੀਂ ਇਹਦਾ ਵੀ ਪਿਕਚਰ ਲੈ ਸਕਦੇ ਹੋ ਬਿਕੋਜ਼ ਇਹ ਇੰਪੋਰਟੈਂਟ ਰਹੇਗਾ ਜਦ ਤੁਸੀਂ ਇੱਥੋਂ ਆਪਣਾ ਟਰੈਵਲ ਪਲਾਨ ਕਰਦੇ ਪਏ ਹੋ। ਉਹ ਹੋਟਲ ਨੇ ਜਿੱਥੇ ਤੁਸੀਂ ਪਹਿਲਾਂ 3 ਦਿਨ ਆਪਣੇ ਆਪ ਨੂੰ ਰੱਖਣਾ ਹੈਗਾ ਸੈਲਫ ਆਈਸੋਲੇਸ਼ਨ ਦੇ ਵਿੱਚ, ਜਦ ਤੱਕ ਤੁਹਾਡਾ ਟੈਸਟ ਦਾ ਰਿਪੋਰਟ ਨਹੀਂ ਆ ਜਾਂਦਾ। ਜਿਹੜਾ ਪ੍ਰੀਲਿਮ ਟੈਸਟ ਹੋਇਆ 에ਅਰਪੋਰਟ ਦੇ ਉੱਤੇ, ਜਿਹੜਾ ਤੁਹਾਡਾ ਪਹਿਲਾ ਟੈਸਟ ਹੈ ਜਿਹਦੀ ਰਿਪੋਰਟ ਆਉਣ ਤੋਂ ਬਾਅਦ
ਇਹ ਡਿਸਾਈਡ ਹੋਏਗਾ ਕਿ ਤੁਸੀਂ ਅੱਗੇ ਆਪਣੇ ਸੈਲਫ ਆਈਸੋਲੇਸ਼ਨ ਵਾਲੇ ਜਗ੍ਹਾ ਤੇ ਜਾਣਾ ਜਾਂ ਗਵਰਨਮੈਂਟ ਫੈਸਿਲਿਟੀ ਚ ਟ੍ਰਾਂਸਫਰ ਹੋਣਾ ਹੈ, ਡਿਪੈਂਡਿੰਗ ਔਨ ਦਾ ਰਿਪੋਰਟ ਆਫ ਯੋਰ ਕੋਵਿਡ ਟੈਸਟ। ਤਾਂ ਇਹਨਾਂ ਦੀ ਪਿਕਚਰ ਲੈ ਲਵੋ, ਇਹਨਾਂ ਦਾ ਜਿਹੜਾ ਪਿਛਲੇ ਸਲਾਈਡ ਤੇ ਨੰਬਰ ਸੀਗਾ, ਉੱਥੇ ਨੰਬਰ ਤੇ ਤੁਸੀਂ ਬੁੱਕ ਕਰੋਗੇ ਇਹਨਾਂ ਹੋਟਲਸ ਨੂੰ, ਐਂਡ ਉਹਦੇ ਚਾਰजेस ਵਗੈਰਾ, ਇਟ ਇਜ਼ ਅ ਪਾਰਟ ਦਾ ਪ੍ਰੋਸੈਸ, ਤੁਹਾਨੂੰ ਵਿੱਚੇ ਵਿੱਚੇ ਪਤਾ ਲੱਗ ਜਾਣਗੇ। ਬਟ ਮੇਕ ਸ਼ੋਰ ਬਿਫੋਰ ਯੂ ਟਰੈਵਲ 3 ਦਿਨ ਪਹਿਲਾਂ ਇਹਨਾਂ ਦੀ ਬੁਕਿੰਗ ਖੁੱਲ ਜਾਏਗੀ ਤੁਹਾਡੀ ਡੇਟ ਤੋਂ ਪਹਿਲਾਂ ਆਫ ਟਰੈਵਲ ਦੀ, ਐਂਡ ਤੁਸੀਂ ਉਹ ਬੁੱਕ ਕਰਾ ਕੇ ਨਾਲ ਲੈ ਕੇ ਜਾਣਾ, ਤਾਂ ਕਿ ਆਪਣਾ ਤੁਸੀਂ ਉੱਥੇ ਖੱਜਲ ਨਾ ਹੋਵੋ ਤੇ ਖਰਾਬ ਨਾ ਹੋਵੋ, ਕਿਉਂਕਿ ਉੱਥੇ ਜਾ ਕੇ ਆਲ ਟੂਗੇਦਰ ਮੈਂ ਹੁਣ ਹੋਟਲ ਕਿਵੇਂ ਬੁੱਕ ਕਰਾਵਾਂ, ਕਿੱਥੇ ਜਾਣਾ ਕਿੱਥੇ ਨਹੀਂ ਜਾਣਾ, ਉਹ ਕੁਐਸਚਨ ਮਾਰਕ ਹਮੇਸ਼ਾ ਰਹੇਗਾ। ਇਹ ਨਵੇਂ ਨਾਰਮਲ ਦੇ ਵਿੱਚ ਇੱਕੋ ਚੀਜ਼ ਜਿਹੜੀ ਸਟੂਡੈਂਟਸ ਨੂੰ ਬਚਾਉਂਦੀ ਹੈ, ਜ਼ਿਆਦਾ ਪ੍ਰਿਪੇਅਰ ਹੋ ਕੇ ਜਾਣਾ ਉਸ ਲਾਈਫ ਵਾਸਤੇ ਜੋ ਕੈਨੇਡਾ ਵਿੱਚ ਨਵੇਂ ਤਰੀਕੇ ਨਾਲ ਸ਼ੁਰੂ ਹੋ ਰਹੀ ਹੈ। ਕੋਵਿਡ, ਸੈਲਫ ਆਈਸੋਲੇਸ਼ਨ ਉਹਨਾਂ ਚੋਂ ਇੱਕ ਐਗਜ਼ਾਮਪਲ ਹੈਗਾ, ਉਹਨਾਂ ਚੋਂ ਇੱਕ ਉਦਾਹਰਣ ਹੈਗਾ। ਤਾਂ ਆਪਣੇ ਆਪ ਨੂੰ ਜਿੰਨਾ ਪ੍ਰਿਪੇਅਰ ਹੋ ਕੇ ਜਾਓਗੇ ਤੇ ਅਵੇਅਰ ਹੋ ਕੇ ਜਾਓਗੇ, ਦੈਟ ਮੀਨਸ ਮੈਂ ਕਿੱਥੇ ਜਾਣਾ, ਕਿਵੇਂ ਕੰਮ ਕਰਨਾ ਹੈ, ਸਭ ਡਿਪੈਂਡੇਬਿਲਿਟੀ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਇੰਨੀ ਇਨਫੋਰਮੇਸ਼ਨ ਤੁਹਾਨੂੰ ਦੱਸਣ ਨੂੰ ਹੈ, ਤੁਹਾਨੂੰ ਆਪਣੇ ਸਿਸਟਮ ਚ ਲਿਆਉਣ ਲਈ ਹੈ, ਤਾਂ ਕਿ ਤੁਸੀਂ ਉੱਥੇ ਜਾ ਕੇ ਖਰਾਬ ਨਾ। ਓਕੇ, ਤਾਂ ਆ ਬੇਸਿਕਲੀ ਜਿਹੜਾ ਕੈਨੇਡਾ ਦਾ ਸੀਗਾ ਅਬਾਊਟ ਦ ਨਿਊ ਅਮੈਂਡਮੈਂਟ ਆਫ 22 ਉਹਦੇ ਵਾਸਤੇ ਇਨਫੋਰਮੇਸ਼ਨ ਸੀਗੀ। ਆਈ ਹੋਪ ਤੁਹਾਨੂੰ ਇਨਫੋਰਮੇਸ਼ਨ ਯੂਜ਼ਫੁਲ ਦਿਖੇਗੀ ਜਦ ਤੁਸੀਂ ਉੱਥੇ ਟਰੈਵਲ ਕਰੋਗੇ ਐਂਡ ਜੇ ਇਹਨੂੰ ਸੀਰੀਅਸਲੀ ਸੁਣਿਆ ਹੋਏਗਾ। ਹੁਣ ਸੈਕੰਡ ਕੰਟਰੀ ਜਿਹੜਾ ਕਿ ਜਿੱਥੇ ਬੱਚਾ ਪ੍ਰੈਕਟੀਕਲੀ ਜਾ ਸਕਦਾ ਹੈ ਵੀਜ਼ਾ ਲੱਗਣ ਤੋਂ ਬਾਅਦ, ਤੇ ਉੱਥੋਂ ਕੀ ਨਿਊਜ਼ ਆਈ ਹੈ ਇਸ ਸਾਲ, ਕਿਵੇਂ ਸਪਟੈਂਬਰ 21 ਤੋਂ ਬਾਅਦ ਕੀ ਰੈਗੂਲੇਸ਼ਨ ਚੇਂਜ ਹੋਏਗਾ, ਕੀ ਬੱਚਿਆਂ ਦੇ ਹੱਕ ਜਾਏਗਾ, ਇਹ ਕੁਐਸਚਨ ਅੱਜ ਤੋਂ ਸਾਲ 1.5 ਸਾਲ ਪਹਿਲਾਂ ਪੁੱਛਿਆ ਗਿਆ ਸੀ ਜਦ ਉਹਨਾਂ ਦੀ ਅਨਾਉਂਸਮੈਂਟ ਹੋਈ ਸੀਗੀ that ਅਸੀਂ ਯੂਕੇ ਦੇ ਵਿੱਚ ਪੋਸਟ ਸਟੱਡੀ ਵਰਕ ਵੀਜ਼ਾ ਇੰਪਲੀਮੈਂਟ ਕਰਨ ਲੱਗੇ ਆ ਸਪਟੈਂਬਰ 21 ਤੋਂ ਬਾਅਦ। ਜਿਹੜਾ ਵੀ ਬੱਚੇ ਦਾ ਕੋਰਸ ਸ਼ੁਰੂ ਹੋਏਗਾ ਸਪਟੈਂਬਰ 21 ਤੋਂ ਬਾਅਦ। ਬਹੁਤ ਸਾਰੇ ਸਵਾਲ ਸੀਗੇ ਬੱਚਿਆਂ ਦੇ ਵੀ ਐਕਚੁਅਲ ਹੋਏਗਾ ਕਿ ਨਹੀਂ ਹੋਏਗਾ, ਪਾਲਿਸੀ ਹੈ, ਪ੍ਰਪੋਜ਼ਡ ਹੈ, ਐਕਸੈਟਰਾ ਐਕਸੈਟਰਾ। ਤਾਂ ਉਹਨਾਂ ਦਾ ਰੈਗੂਲੇਸ਼ਨ ਜਿਹੜਾ ਹੈ ਆ ਚੁੱਕਿਆ ਹੈਗਾ। ਵਿਲ ਜਸਟ ਗੋ ਥਰੂ ਦੈਟ। ਹਾਂਜੀ ਆਓ ਜੀ। ਹਾਂਜੀ ਸੌਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦਾ ਤੁਸੀਂ ਸਾਰਿਆਂ ਨੇ ਚੜ੍ਹਦੀ ਕਲਾ ਚ ਹੋਗੇ, ਤੰਦਰੁਸਤ ਹੋਗੇ, ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਹੋਗੇ। ਸਰ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਦੇਣੀ ਹੈ ਜਿਸ ਕਰਕੇ ਮੈਂ ਵਿੱਚ ਇੰਟਰਵਿਊ ਕੀਤਾ। ਆਪਣੀਆਂ ਆਉਣ ਵਾਲੀਆਂ ਵਿਜ਼ਿਟਸ ਤੇ ਮੈਂ ਔਰ ਰੋਹਿਤ ਦੋਵੇਂ ਜਣੇ ਸੋਮਵਾਰ ਵਾਲੇ ਦਿਨ ਜਲੰਧਰ ਆਫਿਸ ਦੇ ਵਿੱਚ ਅਵੇਲੇਬਲ ਹੈਗੇ। ਮੰਗਲਵਾਰ ਵਾਲੇ ਦਿਨ ਅਸੀਂ ਬਠਿੰਡਾ ਆਫਿਸ ਦੇ ਵਿੱਚ ਅਵੇਲੇਬਲ ਆ। ਵੈਨਸਡੇ ਵਾਲੇ ਦਿਨ ਅਸੀਂ ਲੁਧਿਆਣਾ ਆਫਿਸ ਦੇ ਵਿੱਚ ਅਵੇਲੇਬਲ ਆ ਤੇ ਥਰਸਡੇ ਵਾਲੇ ਦਿਨ ਅਸੀਂ ਪਟਿਆਲਾ ਆਫਿਸ ਦੇ ਵਿੱਚ ਅਵੇਲੇਬਲ ਆ। ਮੈਂ ਤੁਹਾਨੂੰ ਡੇਟਸ ਵੀ ਜਿਹੜਾ ਵਾ ਦਿਨਾਂ ਦੇ ਨਾਲ ਵੀ ਦੱਸ ਦਿੰਦਾ ਵਾ। ਸੋ ਜਿਹੜੇ ਵੀ ਸਟੂਡੈਂਟ ਸਾਨੂੰ ਮਿਲਣਾ ਚਾਹੁੰਦੇ ਨੇ ਸੋ ਉਸ ਦਿਨਾਂ ਦੇ ਵਿੱਚ ਉੱਥੇ ਆ ਕੇ ਮਿਲ ਸਕਦੇ ਨੇ। ਇੱਕ ਚੀਜ਼ ਦਾ ਖਿਆਲ ਰੱਖਣਾ ਕਿ ਰਸ਼ ਜ਼ਿਆਦਾ ਹੁੰਦਾ ਐਂਡ COVID-19 ਦੀਆਂ ਗਾਈਡਲਾਈਨਸ ਨੂੰ ਸਾਨੂੰ ਅੱਜ ਵੀ ਕਿਤੇ ਨਾ ਕਿਤੇ ਜਿਹੜਾ ਵਾ ਖਿਆਲ ਰੱਖਣਾ ਹੁੰਦਾ। ਸੋ ਆਪਣਾ ਕੋਸ਼ਿਸ਼ ਕਰੋ ਕਿ ਸਟੂਡੈਂਟ ਮੈਂ ਦੇਖਦਾ ਵਾਂ ਕਿ 11, 11:30, 12 ਵਜੇ ਆਣਾ ਸ਼ੁਰੂ ਹੁੰਦੇ ਆ। ਸੋ ਮੇਕ ਸ਼ੋਰ ਕਿ ਵੀ ਤੁਹਾਡਾ 5-10 ਮਿੰਟ ਦਾ ਕੰਮ ਹੈ। ਜੇਕਰ ਤੁਸੀਂ 9:30, ਪੌਣੇ 10 ਵਜੇ ਆਫਿਸ ਪਹੁੰਚ ਜਾਓ ਤੇ ਤੁਹਾਨੂੰ 15 ਮਿੰਟ ਦੇ ਵਿੱਚ ਫ੍ਰੀ ਕਰਕੇ ਤੁਸੀਂ ਬਾਕੀ ਸਾਰਾ ਦਿਨ ਆਪਣੇ ਕੰਮ ਕਰ ਸਕਦੇ ਹੋ। ਜੇਕਰ ਤੁਸੀਂ 12, 12:30 ਵਜੇ ਪਹੁੰਚਦੇ ਹੋ ਤੇ ਉਹ ਵਾਰੀ ਆਂਦੇ ਤੁਹਾਡੇ 4 ਵਜ ਜਾਂਦੇ, ਤੁਹਾਡੀ ਇੱਕ ਹਿਸਾਬ ਦੀ ਪੂਰੀ ਦਿਹਾੜੀ ਖਰਾਬ ਹੋ ਜਾਂਦੀ ਜਾਂ ਤੁਹਾਡੀ ਪੂਰੀ ਦਿਹਾੜੀ ਉਹਦੇ ਵਿੱਚ ਲੱਗ ਜਾਂਦੀ ਹੈ। ਸੋ ਉਹਦੇ ਵਿੱਚ ਹੈ ਕਿ ਵੀ ਜੇਕਰ ਤੁਸੀਂ 9, 9:30 ਵਜੇ, 9 ਤੇ ਚਲੋ ਟੂ ਅਰਲੀ ਹੋ ਗਏ, ਜੇਕਰ 9:30 ਵਜੇ ਵੀ ਆਫਿਸ ਪਹੁੰਚ ਜਾਓ ਤੇ 11 ਵਜੇ ਤੱਕ ਤੁਸੀਂ ਫ੍ਰੀ ਹੋ ਜਾਂਦੇ ਹੋ। ਸੋ ਸਾਰਿਆਂ ਨੂੰ ਇਹ ਰਿਕੁਐਸਟ ਹੈ ਜਿਹੜੇ ਸਟੂਡੈਂਟ ਆਣਾ ਚਾਹੁੰਦੇ ਨੇ ਮੇਕ ਸ਼ੋਰ 9:30 ਵਜੇ ਉੱਥੇ ਆਫਿਸ ਪਹੁੰਚ ਜਾਓ ਕਿ ਵੀ ਉਹਦੇ ਨਾਲ ਸਾਡਾ ਵੀ ਕਾਫੀ ਟਾਈਮ ਜਿਹੜਾ ਵਾ ਮੂਰਲੇ ਦਿਨ ਦਾ ਬਚ ਜਾਂਦਾ, ਕਿਉਂਕਿ 2-4 ਵਜੇ ਤੋਂ ਬਾਅਦ ਕੈਨੇਡਾ ਕਾਲਸ ਸ਼ੁਰੂ ਹੋ ਜਾਂਦੀਆਂ। ਸੋ ਉਧਰ ਵਾਲੇ ਬੰਨੇ ਵੀ ਜਿਹੜਾ ਖਿਆਲ ਕਰਨਾ ਹੁੰਦਾ। ਸੋ 22 ਫਰਵਰੀ ਸੋਮਵਾਰ ਵਾਲੇ ਦਿਨ ਜਲੰਧਰ, 23 ਫਰਵਰੀ ਮੰਗਲਵਾਰ ਵਾਲੇ ਦਿਨ ਬਠਿੰਡਾ, 24 ਫਰਵਰੀ ਬੁੱਧਵਾਰ ਵਾਲੇ ਦਿਨ ਲੁਧਿਆਣਾ ਤੇ 25 ਫਰਵਰੀ ਵੀਰਵਾਰ ਵਾਲੇ ਦਿਨ ਪਟਿਆਲਾ ਆਫਿਸ ਦੇ ਵਿੱਚ ਤੁਸੀਂ ਆ ਕਰਕੇ ਸਾਨੂੰ ਮਿਲ ਸਕਦੇ ਹੋ। ਕੈਨੇਡਾ ਦੇ ਇਸ ਵੇਲੇ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਰਹੇ ਨੇ। ਹੁਣੇ ਤੁਹਾਨੂੰ ਰੋਹਿਤ ਸਾਰੀ ਚੀਜ਼ ਦੱਸ ਕੇ ਹਟਿਆ ਵਾ ਕਿ ਵੀ ਜਾਣ ਦੀਆਂ ਤਿਆਰੀਆਂ ਦੀ ਹੁਣ ਗੱਲ ਕੀਤੀ ਜਾ ਰਹੀ ਹੈ ਕਿ ਵੀ ਬਹੁਤ ਵਧੀਆ ਰਿਜ਼ਲਟ ਜਿਹੜੇ ਆ ਉਹ ਕੈਨੇਡਾ ਮਿਲ ਰਹੇ ਨੇ। ਯੂਕੇ ਦੇ ਵਿੱਚ ਜਿਹੜੀਆਂ ਤੰਗੀਆਂ ਆਣੀਆਂ ਸ਼ੁਰੂ ਹੋ ਗਈਆਂ ਸੀਗੀਆਂ, ਤੰਗੀਆਂ ਤੋਂ ਮਤਲਬ ਹੈ ਕਿ ਆਫਰ ਲੈਟਰ ਦੀ ਇੰਟਰਵਿਊ ਜੀ, ਹੁਣ ਤੁਹਾਡੀ ਕੈਸ਼ ਦੀ ਇੰਟਰਵਿਊ ਜੀ, ਹੁਣ ਜੀ ਫੀਸ ਦੇ ਦਿੱਤੀ ਜੀ, ਹੁਣ ਫੀਸ ਤੋਂ ਬਾਅਦ ਫਿਰ ਇੰਟਰਵਿਊ ਜੀ ਰਿਜੈਕਟ ਹੋ ਗਈ ਜੀ, ਫਿਰ ਐਮਬੈਸੀ ਦੀ ਇੰਟਰਵਿਊ ਜੀ। ਹੌਲੀ ਹੌਲੀ ਦੇਖਦੇ ਪਏ ਆ ਕਿ ਮੈਂ ਯੂਨੀਵਰਸਿਟੀ ਦੇ ਨਾਮ ਨਹੀਂ ਲਵਾਂਗਾ ਬਿਲਕੁਲ ਵੀ। ਔਰ ਰੀਜ਼ਨ ਇਹ ਹੈ
ਕਿ ਯੂਨੀਵਰਸਿਟੀਆਂ ਦੇ ਉਹ ਜਦੋਂ ਨਾਮ ਲੈ ਲਈਦੇ ਹੈ ਤੇ ਉਹ ਇਦਾਂ ਲੱਗਦਾ ਹੁੰਦਾ ਕਿ ਉਹ ਹਰ ਕਾਊਂਟਰ ਦੇ ਉੱਤੇ ਜਿਹੜਾ ਕਹਿੰਦਾ ਨਾ ਵਿਕਣੀ ਸ਼ੁਰੂ ਹੋ ਜਾਂਦੀ ਹੈ, ਜਾਂ ਸਟੂਡੈਂਟ ਆਪਣਾ ਕੰਸਲਟੈਂਟ ਜਿਹੜੇ ਉਹਨਾਂ ਦਾ ਨਾਮ ਲੈਣਾ ਸ਼ੁਰੂ ਕਰ ਦਿੰਦੇ ਆ। ਰਿਸਕ ਰੇਟਿੰਗ ਜਿਹੜੀ ਹੈ ਯੂਨੀਵਰਸਿਟੀ ਦੀ ਵੱਧ ਜਾਂਦੀ ਹੈ, 90% ਤੋਂ ਜ਼ਿਆਦਾ ਹੋ ਜਾਂਦੀ ਹੈ। ਸੋ ਜਿਹੜੀ ਰਿਸਕ ਰੇਟਿੰਗ ਜਦੋਂ ਜ਼ਿਆਦਾ ਹੋ ਜਾਂਦੀ ਹੈ ਉੱਤੇ ਹੀ ਜਿਹੜਾ ਵਾ ਯੂਨੀਵਰਸਿਟੀ ਫਿਰ ਆਪਣੇ ਸਟ੍ਰਿੰਗ ਖਿੱਚਣੇ ਸ਼ੁਰੂ ਕਰ ਦਿੰਦੀ ਹੈ। ਸੋ ਕੀਪਿੰਗ ਐਵਰੀਥਿੰਗ ਇਨ ਮਾਈਂਡ ਜਿਹੜਾ ਵਾ ਯੂਨੀਵਰਸਿਟੀ ਦਾ ਅਸੀਂ ਨਾਮ ਨਹੀਂ ਲਵਾਂਗੇ, ਬਟ ਹਾਂ ਯੂਕੇ ਯੂਨੀਵਰਸਿਟੀ ਜਿਵੇਂ ਲੰਡਨ ਹੋ ਗਿਆ, ਬਰਮਿੰਗਮ ਹੋ ਗਿਆ, ਤੁਹਾਡਾ ਸਕਾਟਲੈਂਡ ਹੋ ਗਿਆ, ਮੈਨਚੈਸਟਰ ਹੋ ਗਿਆ, ਜਾਂ ਲੀਡਸ ਹੋ ਗਿਆ, ਇਹ ਸਾਰੇ ਕਿਸੇ ਵੀ ਬੰਨੇ ਤੁਸੀਂ ਵੇਲਸ ਦੇ ਵਿੱਚ ਜਾ ਸਕਦੇ ਹੋ। ਸੋ ਯੂਨੀਵਰਸਿਟੀਜ਼ ਨੇ ਸ਼ੁਰੂ ਕਰਤਾ ਮਈ ਜੁਲਾਈ ਇਨਟੇਕ, ਨਾਲ ਦੇ ਨਾਲ ਜਿਹੜਾ ਹੈਗਾ ਵਾ ਕਿ ਅੱਗੇ ਸਪਟੈਂਬਰ ਤੇ ਖੈਰ ਵੱਡਾ ਪਲੇਟਫਾਰਮ ਹੈਗਾ। ਸੋ ਜਿਹੜੇ ਬੰਦੇ 2021 ਦੇ ਵਿੱਚ ਪਲਾਨ ਕਰਦੇ ਪਏ ਆ ਆਪਣਾ ਜਾਣ ਦਾ, ਸੋ ਉਹਨਾਂ ਦੇ ਅੱਗੇ ਇਹੀ ਰਿਕਵੈਸਟ ਹੈ ਕਿ ਵੀ ਆਪਣਾ ਕਮ ਫਸਟ ਸਰਵ ਫਸਟ ਬੇਸਿਸ ਦੇ ਉੱਤੇ ਹੋਏਗਾ। ਨਵਿਆਂ ਨਾਲੋਂ ਵੀ ਪਹਿਲੇ ਜਿਨ੍ਹਾਂ ਨੇ 2020 ਦੇ ਵਿੱਚ ਅਪਲਾਈ ਕੀਤਾ, ਜਿਨ੍ਹਾਂ ਨੂੰ ਅੱਜ ਵੇਟ ਕਰਦੇ 6-6 8-8 ਮਹੀਨੇ ਹੋ ਗਏ, ਸੋ ਉਹਨਾਂ ਸਟੂਡੈਂਟਸ ਦਾ ਪਹਿਲ ਦੇ ਆਧਾਰ ਉਹਨਾਂ ਸਟੂਡੈਂਟ ਨੂੰ ਪਹਿਲ ਮਿਲੇਗੀ ਐਂਡ ਉਹੀ ਸਟੂਡੈਂਟ ਅੱਗੇ ਅਪਲਾਈ ਕਰਨਗੇ। ਰੋਹਿਤ ਦੀ ਕੁਝ ਪ੍ਰੈਜੈਂਟੇਸ਼ਨ ਬਾਕੀ ਹੈ, ਪ੍ਰੈਜੈਂਟੇਸ਼ਨ ਕਰ ਲੈ, ਫਿਰ ਮੈਂ 5-7-10 ਬੰਦਿਆਂ ਦੇ ਸਵਾਲਾਂ ਦੇ ਜਵਾਬ ਜ਼ਰੂਰ ਦਵਾਂਗਾ। ਮੈਂ ਇੱਥੇ ਹੀ ਆ, ਮੈਨੂੰ 12-12:15 ਵਜੇ ਇੱਥੋਂ ਨਿਕਲਣਾ। ਸੋ ਹਜੇ ਰੋਹਿਤ ਪ੍ਰੈਜੈਂਟੇਸ਼ਨ ਦੇ ਰਹੇ ਨੇ, ਪ੍ਰੈਜੈਂਟੇਸ਼ਨ ਤੋਂ ਬਾਅਦ ਪਹਿਲੇ 5-7 ਸਵਾਲ ਮੈਂ ਜ਼ਰੂਰ ਲੈ ਲਾਂਗਾ। ਆਪਣੇ ਹੱਥ ਤੁਸੀਂ ਰੇਸ ਕਰ ਸਕਦੇ ਹੋ, ਕੋਈ ਵੀ 5-7-10 ਬੰਦਿਆਂ ਨੂੰ ਆਨਸਰ ਕਰ ਲਾਂਗਾ। ਦੈਨ ਆਫਟਰਵਰਡਸ ਆਈਲ ਸਟਾਰਟ ਟਰੈਵਲ ਐਂਡ ਫਿਜ਼ੀਕਲੀ ਮੈਨੂੰ ਆ ਕਰਕੇ ਮਿਲਣਾ ਚਾਹੁੰਦੇ ਹੋ, ਪਰਸਨਲੀ ਆ ਕਰਕੇ ਮਿਲਣਾ ਚਾਹੁੰਦੇ ਹੋ, ਦੁਬਾਰਾ ਰਿਪੀਟ ਕਰ ਦੇਣਾ, ਮੰਡੇ ਤੁਸੀਂ ਜਲੰਧਰ, ਟਿਊਜ਼ਡੇ ਬਠਿੰਡਾ, ਵੈਨਸਡੇ ਲੁਧਿਆਣਾ ਐਂਡ ਥਰਸਡੇ ਪਟਿਆਲਾ। ਸੋ ਪੰਜਾਬ ਦੀਆਂ ਇਸ ਮਹੀਨੇ ਦੀਆਂ ਇਹ ਲਾਸਟ 4 ਵਿਜ਼ਿਟਸ ਹੈ। ਆਪਣਾ ਕੇਸ ਸ਼ੁਰੂ ਕਰਾਉਣਾ ਚਾਹੁੰਦੇ ਹੋ, ਤੁਹਾਡੇ ਕਰੰਟ ਕੇਸ ਚੱਲ ਰਿਹਾ ਉਹਦੇ ਵਿੱਚ ਕੋਈ ਸਲਾਹ ਲੈਣਾ ਚਾਹੁੰਦੇ ਹੋ, ਕੋਈ ਰਿਫਿਊਜ਼ ਹੋ ਗਿਆ ਦੁਬਾਰਾ ਲਾਂਚ ਕਰੀਏ ਨਾ ਕਰੀਏ, ਜਾਂ ਕੋਈ ਹੋਰ ਤੁਹਾਡੇ ਕਿਸੇ ਵੀ ਤਰੀਕੇ ਦੇ ਕੋਈ ਵੀ ਕੰਸਰਨ ਹੈ, ਮੈਂ ਔਰ ਰੋਹਿਤ ਐਰਕੀ ਜਿਹੜਾ ਵਾ ਉਹ ਇਕੱਠੇ ਟਰੈਵਲ ਕਰ ਰਹੇ ਹਾਂ ਸੋ ਦੈਟ ਤੁਹਾਨੂੰ ਸਾਰਿਆਂ ਨੂੰ ਮਿਲ ਸਕੀਏ। ਥੈਂਕ ਯੂ ਵੈਰੀ ਮਚ ਜੀ। ਸੋ ਰੋਹਿਤ ਯੂ ਕੰਟੀਨਿਊ ਵਿਦ ਯੋਰ ਪ੍ਰੈਜੈਂਟੇਸ਼ਨ ਐਂਡ ਦੈਨ ਤੁਹਾਡੇ 5-7-10 ਬੰਦਿਆਂ ਦੇ ਸਵਾਲਾਂ ਦੇ ਜਵਾਬ ਮੈਂ ਜ਼ਰੂਰ ਦਵਾਂਗਾ। ਓਕੇ, ਤਾਂ ਕਮਿੰਗ ਬੈਕ, ਯੂਕੇ ਦੇ ਵਿੱਚ ਜਿਹੜੇ ਬਦਲਾਵ ਆ ਰਹੇ ਨੇ, ਜਿਹੜੇ ਅਨਾਉਂਸ ਹੋ ਚੁੱਕੇ ਨੇ ਐਂਡ ਕਿਵੇਂ ਇੰਪੈਕਟ ਪਾਏਗਾ ਬੱਚਿਆਂ ਦੇ ਉੱਤੇ, ਵਿਲ ਟਾਕ ਅਬਾਊਟ ਦੈਟ। ਓਕੇ, ਦ ਗ੍ਰੈਜੂਏਟ ਰਾਊਟ, ਇਹ ਇਨਫੋਰਮੇਸ਼ਨ ਅੱਜ ਤੋਂ 2019 ਦੇ ਵਿੱਚ ਸ਼ੁਰੂ ਹੋਈ ਸੀ, ਜਦ ਉਹਨਾਂ ਦਾ ਯੂਰਪ ਤੋਂ ਅਲੱਗ ਹੋਣਾ ਸ਼ੁਰੂ ਹੋਇਆ ਸੀਗਾ, ਯੂਰਪ ਤੋਂ ਅਲੱਗ ਜੁਦਾ ਹੋਣਾ ਸੀਗਾ। ਦੇ ਸੈਡ ਓਕੇ ਵੀ ਆਰ ਦੇ ਸਟਾਰਟਡ ਪ੍ਰਮੋਟਿੰਗ ਇੰਟਰਨੈਸ਼ਨਲ ਐਜੂਕੇਸ਼ਨ, ਅਸੀਂ ਉਹ ਆਪਣੀ ਇੰਡਸਟਰੀ ਖੋਲਦੀ ਹੈ ਯੂਕੇ ਯੂਨੀਵਰਸਿਟੀਆਂ ਨੇ, ਐਂਡ ਇੰਡੀਅਨ ਸਟੂਡੈਂਟਸ ਔਰ ਸਟੂਡੈਂਟ ਫਰਮ ਆਲ ਓਵਰ ਦਾ ਵਰਲਡ ਉੱਥੇ ਜਾ ਕੇ ਪੜ੍ਹ ਸਕਦੇ ਨੇ। ਤੇ ਉਹਨਾਂ ਵਾਸਤੇ ਗ੍ਰੈਜੂਏਟ ਰਾਊਟ ਸ਼ੁਰੂ ਹੋਏਗਾ ਹਰੇਕ ਉਸ ਬੱਚੇ ਵਾਸਤੇ ਜਿਹੜਾ ਕਿ ਸਤੰਬਰ 21 ਦੇ ਵਿੱਚ ਆਪਣੀ ਪੜ੍ਹਾਈ ਖਤਮ ਕਰੇਗਾ। ਹੁਣ ਇਹ ਉਹੀ ਐਕਸਟ੍ਰੈਕਟ ਹੈ ਜਿਹੜਾ ਤੁਹਾਨੂੰ UKVI ਦੀ ਵੈਬਸਾਈਟ ਤੇ ਮਿਲ ਸਕਦਾ ਹੈਗਾ। ਇਟ ਰੀਡਸ from summer 2021, summer matlab July August basically, international student who have successfully completed an undergraduate and master degree will be able to benefit from 2-year work experience. That means 2 ਸਾਲ ਦਾ post graduate work permit ਹਰੇਕ ਉਸ ਬੱਚੇ ਨੂੰ ਮਿਲੂਗਾ ਜਿਹੜਾ summer 2021 ਦੇ ਵਿੱਚ ਪੜ੍ਹਾਈ ਆਪਣੀ ਖਤਮ ਕਰੇਗਾ। Now what is the deal? The graduate route is scheduled to be launched in September 2021. As scheduled, as communicated earlier, a route इसे साल विच implement हो रहा है, शुरू हो जाएगा। Student will normally be expected to undertake their studies in the UK to be eligible for graduate route. ਉਹ ਕਹਿੰਦੇ ਨੇ basically ਇਹ route ਉਹਨਾਂ ਬੱਚਿਆਂ ਵਾਸਤੇ ਸ਼ੁਰੂ ਹੋਇਆ ਸੀ ਜਾਂ implement ਕਰਦਾ ਹੈ ਜਿਹੜਾ ਕਿ ਬੱਚੇ ਉੱਥੇ actual ਜਾ ਕੇ ਪੜ੍ਹਦੇ ਨੇ। However, in this current time, if students are required to either continue their current studies or commence a new course by distance or blended learning due to COVID-19, they will still be eligible to switch to graduate route on a concessionary basis if they spend some time studying outside the UK. ਹੁਣ ਇਹ ਲਾਈਨ ਉਹਨਾਂ ਸਾਰਿਆਂ ਬੱਚਿਆਂ ਵਾਸਤੇ ਜਾਂਦੀ ਹੈ ਜਿਹੜੇ ਕਿ ਉੱਥੇ ਨੇ, UK ਦੇ ਵਿੱਚ ਹੈ ਪਰ ਯੂਨੀਵਰਸਿਟੀ ਨਹੀਂ ਜਾ ਪਾ ਰਹੇ, ਆਨਲਾਈਨ ਪੜ੍ਹਦੇ ਪਏ ਔਰ ਬਲੈਂਡਡ ਸਟੱਡੀ ਹਾਈਬ੍ਰਿਡ ਮਾਡਲ, 3 ਦਿਨ ਕਲਾਸਾਂ ਆਨਲਾਈਨ ਨੇ, 2 ਦਿਨ ਤੁਸੀਂ ਯੂਨੀਵਰਸਿਟੀ ਜਾਂਦੇ ਪਏ ਹੋ, ਜਾਂ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਨੇ ਇੱਥੇ ਆਪਣੀ ਪੜ੍ਹਾਈ ਸ਼ੁਰੂ ਕਰਤੀ ਹੈ, ਵੀਜ਼ਾ ਦੀ ਵੇਟ ਕਰਦੇ ਪਏ ਆ ਕਿਉਂਕਿ ਪੜ੍ਹਾਈ ਸ਼ੁਰੂ ਹੋ ਚੁੱਕੀ ਹੈ, ਵੀਜ਼ਾ ਆਉਣ ਤੋਂ ਬਾਅਦ ਉੱਥੇ ਟਰੈਵਲ ਕਰਨਗੇ, ਉਹਨਾਂ ਦਾ ਉਹ ਸਟੱਡੀ ਪੀਰੀਅਡ ਵੀ ਕਾਊਂਟ ਹੋਏਗਾ, ਵਿਚ ਇਜ਼ ਅਗੇਨ ਅ ਗੁੱਡ ਨਿਊਜ਼ ਫॉर ਆਲ ਦ ਸਟੂਡੈਂਟਸ ਜਿਹੜੇ ਕਿ ਉੱਥੇ ਹੈ ਜਾਂ ਇੱਥੇ ਬੈਠ ਕੇ ਪੜ੍ਹਦੇ ਪਏ ਨੇ। ਅਗੇਨ ਦ ਫਰਦਰ ਡੀਲ, students who are completing their courses in summer 2021, including those who commenced 1-year program in September 20, will benefit from this concession if they enter the UK on or before 6 April. Very important. ਤੁਸੀਂ ਸਪਟੈਂਬਰ 2020 ਦੇ ਵਿੱਚ ਆਪਣਾ ਪੜ੍ਹਾਈ ਸ਼ੁਰੂ ਕੀਤੀ ਹੈ, ਵੀਜ਼ੇ ਦੀ ਵੇਟ ਕਰਦੇ ਪਏ ਹੋ, ਵੀਜ਼ਾ ਲੇਟ ਆਇਆ ਕਿਉਂਕਿ ਇਹ ਪੀਰੀਅਡ ਦੌਰਾਨ ਤੁਹਾਨੂੰ ਯਾਦ ਹੋਵੇ UKVI ਜਿਹੜਾ UK ਐਮਬੈਸੀ ਹੈ
ਉਹ ਸਟicker ਤੇ 3 ਮਹੀਨੇ ਦੀ ਡੇਟ ਦਿੰਦੀ ਸੀ ਟੂ ਟਰੈਵਲ। ਅਨਲਾਈਕਲੀ ਆਮ ਤੌਰ ਤੇ 1 ਮਹੀਨੇ ਦੀ ਡੇਟ ਮਿਲਦੀ ਹੈ ਟੂ ਟਰੈਵਲ। ਲੁਕਿੰਗ ਐਟ ਦਾ ਕਰੰਟ ਟਾਈਮ ਉਹ 3 ਮਹੀਨੇ ਹੀ ਟਾਈਮ ਮਿਲਦਾ ਪਿਆ ਹਰੇਕ ਬੱਚਿਆਂ ਨੂੰ ਉੱਥੇ ਟਰੈਵਲ ਕਰਨ ਵਾਸਤੇ। ਜੇ ਬੱਚਾ ਆਪਣੇ ਸਮਰ 2021 ਦੇ ਵਿੱਚ ਜੂਨ ਜੁਲਾਈ ਤੁਸੀਂ ਆਪਣਾ ਕੋਰਸ ਸ਼ੁਰੂ ਕੀਤਾ ਹੈ, ਚਾਹੇ ਪ੍ਰੀ ਮਾਸਟਰਸ ਹੈ ਪਲੱਸ ਮਾਸਟਰਸ ਹੈ, ਤੇ ਉਹ 6 ਅਪ੍ਰੈਲ 2021 ਤੱਕ ਤੁਸੀਂ ਉੱਥੇ ਪਹੁੰਚ ਜਾਂਦੇ ਹੋ to complete the final semester of the studies in UK। normally masters ਦੇ ਵਿੱਚ ਦੋ ਸਮੈਸਟਰ ਹੁੰਦੇ ਨੇ, academic period ਦੇ ਹਿਸਾਬ ਨਾਲ ਦੇਖੀਏ ਟ੍ਰਾਈਮੈਸਟਰ ਵੀ ਹੁੰਦੇ ਨੇ ਜਿਹੜੇ 16 ਮਹੀਨੇ ਤੱਕ ਚੱਲਦੇ ਨੇ, ਪਰ ਇੱਕ ਸਮੈਸਟਰ ਤੁਹਾਡਾ ਉੱਥੇ ਹੋਣਾ ਜ਼ਰੂਰੀ ਹੈ to be eligible for this particular thing ਜਿਹੜਾ post graduate work permit ਹੈ। Student who commence 1-year master's program in January 2021 will benefit from the concession if they enter UK before 27 September 2021 and complete the final semester of their studies in the UK। ਹੁਣ ਜਿਹੜਾ ਬੱਚਾ ਜਨਵਰੀ ਦੇ ਵਿੱਚ ਆਪਣੀ ਫਾਈਲ ਲਾਈ ਹੈ, ਫਰਵਰੀ ਦੇ ਵਿੱਚ ਲਾਈ ਹੈ, ਮਾਰਚ ਦੇ ਵਿੱਚ ਲਾਈ ਹੈ, ਉਹਨਾਂ ਦਾ ਹਜੇ ਆਨਲਾਈਨ ਪੜ੍ਹਾਈ ਸ਼ੁਰੂ ਹੋ ਚੁੱਕੀ ਹੈ ਪਰ ਅੰਬੈਸੀ ਚੋਂ ਰਿਜ਼ਲਟ ਨਹੀਂ ਆਇਆ। ਇਹ ਬੱਚਿਆਂ ਦੀ ਫਾਈਨਲ ਡੇਟ ਉੱਥੇ ਪਹੁੰਚਣ ਦੀ ਹੈਗੀ ਹੈ 27 ਸਤੰਬਰ 2021। What does this mean? ਇਹਦਾ ਕੀ ਮਤਲਬ ਬਣਦਾ ਹੈ that ਜਿਹੜਾ ਤੁਹਾਡਾ ਪੀਰੀਅਡ ਹੈਗਾ ਪੜ੍ਹਾਈ ਦਾ ਇੰਡੀਆ 'ਚ ਪੂਰਾ ਕਰਦੇ ਪਏ ਹੋ, ਰਿਮੋਟਲੀ ਉੱਥੇ ਜਾ ਕੇ ਕਰੋਗੇ, ਤੁਸੀਂ ਸਤੰਬਰ 27 ਤੱਕ ਉੱਥੇ ਫਿਜ਼ੀਕਲੀ ਪਹੁੰਚਣਾ ਹੈਗਾ ਟੂ ਬੀ ਐਲੀਜੀਬਲ ਫॉर ਦਿਸ ਰਾਊਟ। ਤੁਸੀਂ ਵਰਕ ਪਰਮਿਟ ਲਈ ਉਦੋਂ ਹੀ ਐਲੀਜੀਬਲ ਹੋਵੋਗੇ ਜਦ ਆਹ ਡੇਟਾ ਨੂੰ ਆਪਣੇ ਦਿਮਾਗ ਦੇ ਵਿੱਚ ਰੱਖ ਕੇ ਇਹਨਾਂ ਡੇਟਾ ਤੋਂ ਪਹਿਲਾਂ ਪਹੁੰਚ ਜਾਓਗੇ। ਹੁਣ ਇਹ ਜਿਹੜੇ ਦੋ ਸਲਾਈਡਾਂ ਸੀਗੀਆਂ ਪਿਛਲੀਆਂ, ਇਹ ਗੱਲ ਕਰਦੀਆਂ ਸੀ ਸਾਰੇ ਮਾਸਟਰਸ ਪ੍ਰੋਗਰਾਮ ਵਾਸਤੇ ਔਰ ਪ੍ਰੀ ਮਾਸਟਰਸ ਵਾਸਤੇ, ਬਟ ਆ ਜਿਹੜੀ ਸਲਾਈਡ ਹੈ ਵਿਚ ਇਜ਼ ਇੰਪੋਰਟੈਂਟ, ਇਹ ਜਾਂਦੀ ਹੈ ਤੁਹਾਡੇ ਬੈਚਲਰ ਪ੍ਰੋਗਰਾਮ ਵਾਸਤੇ। ਸਟੂਡੈਂਟ ਹੂ ਆਰ ਸਟੱਡਿੰਗ ਕੋਰਸਿਸ ਲਾਸਟਿੰਗ ਲੋਂਗਰ ਦੈਨ ਈਅਰ ਇਨ ਲੈਂਥ, ਤੁਹਾਡਾ ਸਾਲ ਤੋਂ ਉੱਤੇ ਦਾ ਪ੍ਰੋਗਰਾਮ ਹੈ, 2 ਸਾਲ ਦੀ ਤੁਹਾਡੀ ਫਾਸਟ ਟਰੈਕ ਦੀ ਬੈਚਲਰ ਡਿਗਰੀ ਹੈ, 3 ਸਾਲ ਦੀ ਬੈਚਲਰ ਡਿਗਰੀ ਹੈ, which are not allowed due to completed in 2021 ਚ ਖਤਮ ਨਹੀਂ ਹੋ ਰਹੀ। who will be studying all or part of V21 academic year via distance learning। ਤੁਸੀਂ V21 ਦਾ academic session ਪੂਰਾ ਜਾਂ ਉਹਦਾ ਹਿੱਸਾ ਆਨਲਾਈਨ ਪੜ੍ਹਦੇ ਹੋ, ਤੁਸੀਂ ਫਿਰ ਵੀ ਉਹਦੇ ਲਈ ਐਲੀਜੀਬਲ ਹੋ ਜਾਣੇ ਹੈਗੇ ਹੋ। ਇਹਨਾਂ ਅਗਲਾ ਪੁਆਇੰਟ ਹੈ such student will need to have extent permission। extent ਦਾ ਮਤਲਬ ਹੈ legitimate ਔਰ ਤੁਹਾਡੇ ਕੋਲ valid permission of student visa ਹੋਣੀ ਚਾਹੀਦੀ ਹੈ। that mean ਤੁਹਾਡੇ ਕੋਲ ਵੀਜ਼ਾ ਹੋਣਾ ਚਾਹੀਦਾ ਹੈ ਉਸ ਡਿਊਰਿੰਗ ਤੁਸੀਂ ਆਨਲਾਈਨ ਜਦ ਪੜ੍ਹਦੇ ਪਏ ਹੈਗੇ ਹੋ, ਤਾਂ ਤੁਸੀਂ ਐਲੀਜੀਬਲ ਹੋ ਜਾਂਦੇ ਹੋ ਇਸ ਰਾਊਟ ਦੇ ਜ਼ਰੀਏ, ਭਾਵੇਂ ਤੁਹਾਡਾ ਕੋਰਸ 1 ਸਾਲ ਤੋਂ ਜ਼ਿਆਦਾ ਦਾ ਹੈਗਾ। ਦਿਸ ਇਜ਼ ਅ ਵੈਰੀ ਇੰਪੋਰਟੈਂਟ ਸਲਾਈਡ ਉਹਨਾਂ ਬੱਚਿਆਂ ਵਾਸਤੇ ਜਿਹੜੇ ਬੈਚਲਰ ਪ੍ਰੋਗਰਾਮ ਵਾਸਤੇ ਜਾਂਦੇ ਪਏ ਆ। 3-3 ਸਾਲ ਦੇ ਪ੍ਰੋਗਰਾਮ ਹੈ ਤੇ ਆਲਮੋਸਟ 4 ਮਹੀਨੇ ਇੱਥੇ ਪੜ੍ਹਦੇ ਨੂੰ ਹੋ ਗਏ ਨੇ, ਤਾਂ ਉਹ ਸਾਰੇ ਬੱਚੇ ਵੀ ਆਪਣੇ ਐਲੀਜੀਬਲ ਹੈਗੇ ਨੇ ਜੋ ਉਹਨਾਂ ਕੋਲ ਸਟੂਡੈਂਟ ਵੀਜ਼ਾ ਹੈਗਾ ਐਂਡ ਉਹ ਆਨਲਾਈਨ ਡਿਸਟੈਂਸ ਐਜੂਕੇਸ਼ਨ ਪੜ੍ਹਦੇ ਪਏ। ਤਾਂ ਇਹ ਸਾਰੀ ਗੁੱਡ ਨਿਊਜ਼ ਜਿਹੜੀ ਯੂਕੇ ਤੋਂ ਆਈ ਹੈ, ਇਹ ਉਸੇ ਸਟੇਟਮੈਂਟ ਦਾ ਐਕਸਟੈਂਸ਼ਨ ਹੈਗਾ ਜਿਸ ਵਿੱਚ ਇਹ ਕਿਹਾ ਗਿਆ that ਜਿਹੜਾ ਬੱਚਾ ਸਮਰ 2021 ਦੇ ਵਿੱਚ ਪੂਰਾ ਕਰੇਗਾ ਆਪਣਾ ਕੋਰਸ, ਉਹ ਐਲੀਜੀਬਲ ਹੋਏਗਾ ਆਪਣੇ ਵਰਕ ਪਰਮਿਟ ਵਾਸਤੇ। ਤਾਂ ਯੂਕੇ ਦੇ ਕੁਝ ਆਉਣ ਵਾਲੇ ਫਰਦਰ ਇਨਟੇਕ ਸੈਪਟੈਂਬਰ ਦੇ ਨੇ ਬੇਸਿਕਲੀ, ਜਿਹਦੇ ਵਿੱਚ ਅ ਵਾਈਡ ਰੇਂਜ ਆਫ ਅੰਡਰ ਗ੍ਰੈਜੂਏਟ ਐਂਡ ਪੋਸਟ ਗ੍ਰੈਜੂਏਟ ਕੋਰਸਿਸ ਅਵੇਲੇਬਲ ਨੇ। ਤੁਸੀਂ ਆਪਣੇ ਸਪਾਊਸ ਦੇ ਨਾਲ ਅਪਲਾਈ ਕਰ ਸਕਦੇ ਹੈਗੇ, ਆਪਣੇ ਬੱਚੇ ਦੇ ਨਾਲ ਅਪਲਾਈ ਕਰ ਸਕਦੇ ਹੋ ਫॉर ਪੋਸਟ ਗ੍ਰੈਜੂਏਟ ਪ੍ਰੋਗਰਾਮ। ਐਂਡ ਜਿਹੜਾ ਇੱਕ ਹੋਰ ਬਦਲਾਵ ਆਇਆ ਹੈ, ਪਹਿਲਾਂ ਕੀ ਹੁੰਦਾ ਸੀਗਾ ਤੁਹਾਡੇ ਕੋਰਸ ਤੋਂ 3 ਮਹੀਨੇ ਪਹਿਲਾਂ ਇੱਕ ਯੂਨੀਵਰਸਿਟੀ ਕੈਸ਼ ਦਿੰਦੀ ਸੀ ਤੇ ਹਾਈ ਕਮਿਸ਼ਨ ਵੀਜ਼ਾ ਦਿੰਦਾ ਸੀਗਾ। ਜਿਹੜਾ 5 ਅਕਤੂਬਰ 2020 ਚ ਰੈਗੂਲੇਸ਼ਨ ਆਇਆ ਉਸ ਚ ਇਹ ਚੇਂਜ ਕਰ ਦਿੱਤਾ ਗਿਆ, ਤੁਹਾਡੇ ਕੋਰਸ ਸਟਾਰਟ ਡੇਟ ਤੋਂ 6 ਮਹੀਨੇ ਪਹਿਲਾਂ ਤੁਹਾਨੂੰ ਕੈਸ਼ ਮਿਲ ਸਕਦਾ ਹੈਗਾ। ਦੈਟ ਮੀਨ ਜਿਹੜਾ ਵੀ ਬੱਚਾ ਸੈਪਟੈਂਬਰ ਚ ਪਲਾਨ ਕਰਦਾ ਪਿਆ ਹੈਗਾ, ਉਹਦਾ ਮਾਰਚ ਜਾਂ ਅਪ੍ਰੈਲ ਦੇ ਵਿੱਚ ਉਹਨੂੰ ਇਹ ਕੈਸ਼ ਮਿਲ ਜਾਏਗਾ, ਤਾਂ ਉਹ ਅੰਬੈਸੀ ਦੇ ਵਿੱਚ ਆਪਣੀ ਫਾਈਲ ਲਾ ਸਕਦਾ ਹੈਗਾ, ਵਿਚ ਇਜ਼ ਅ ਗੁੱਡ ਨਿਊਜ਼ ਔਰ ਇਨਕਰੇਜਮੈਂਟ ਹੈ, ਕਿਉਂਕਿ ਉਹ 3 ਮਹੀਨੇ ਦਾ ਟਾਈਮ ਕਿਸੇ ਪਾਰਟਿਕੂਲਰ ਟਾਈਮ ਫਰੇਮ ਨੂੰ ਰੱਖ ਕੇ ਇੱਕ ਰਸ਼ ਨੂੰ ਕੇਟਰ ਕਰਨ ਦੀ ਪਾਲਿਸੀ ਵਾਸਤੇ ਰੱਖਿਆ ਗਿਆ ਸੀ। ਜੇ ਹੁਣ ਉਹ 6 ਮਹੀਨੇ ਕੀਤਾ ਗਿਆ, ਦੈਟ ਮੀਨ ਮੇਰੀ ਟ੍ਰਾਂਸਲੇਸ਼ਨ ਬੇਸਿਕਲੀ ਬੜੀ ਸਿੰਪਲ ਹੈ, ਟਾਈਮ ਵਧਾਇਆ ਗਿਆ, ਇਟ ਇਜ਼ ਐਕਸਪੈਕਟਡ ਇਹ ਨੰਬਰ ਜ਼ਿਆਦਾ ਹੋਣਗੇ, ਵੀਜ਼ਾ ਗ੍ਰਾਂਟ ਜ਼ਿਆਦਾ ਹੋਣਗੇ। ਦੇ ਆਰ ਗੈਟਿੰਗ ਰੈਡੀ ਵਿਦ देयर ਟਾਈਮ ਲੈਗ। ਟਾਈਮ ਨੂੰ ਕਿਵੇਂ ਕੇਟਰ ਕਰਨਾ, ਜਿਹਦੇ ਵਿੱਚ ਇੱਕ ਇੰਟਰਵਿਊ ਦਾ ਪ੍ਰੋਸੈਸ ਹੋ ਸਕਦਾ ਹੈਗਾ, ਜਿਹਦੇ ਵਿੱਚ ਤੁਹਾਡੇ ਫਾਈਲਿੰਗ ਜਿਹੜਾ ਤੁਸੀਂ ਨਾਰਮਲ ਫਾਈਲ ਲਾਣੇ ਹੋ, ਨਾਰਮਲ ਲੌਜਮੈਂਟ, ਪ੍ਰਾਇੋਰਟੀ ਲੌਜਮੈਂਟ ਔਰ ਸੁਪਰ ਪ੍ਰਾਇੋਰਟੀ ਲੌਜਮੈਂਟ, ਉਹ ਕਿਵੇਂ ਐਕਟ ਕਰੇਗੀ, ਸਾਰਾ ਦਾ ਸਾਰਾ ਚੀਜ਼ ਨੂੰ ਕਵਰ ਕਰਕੇ ਇਹ ਨਵਾਂ ਰੂਲ ਜਿਹੜਾ ਹੈ ਮਾਰਚ ਤੋਂ ਬਾਅਦ ਤੁਹਾਨੂੰ ਕੈਸ਼ ਫॉर ਅਗਸਤ ਸੈਪਟੈਂਬਰ ਇਨਟੇਕ ਤੁਹਾਡੇ ਕੋਲ ਆ ਸਕਦਾ ਹੈਗਾ, which is a good news coming from the UK। ਹੁਣ ਗੱਲ ਕਰਦੇ ਹਾਂ USA ਦੀ।
बहुत सारी एडवर्टीजमेंट्स आनी शुरू हो गई। यूएसए ने जब अपना अपॉइंटमेंट सिस्टम शुरू किया तो किते ना किते यूएस नू एक और डेस्टिनेशन मंगिया जाता सीगा दैट विदाउट आल्स है ना, एक बार किस्मत आजमा लो, पेपर वर्क का कुछ है नहीं, एंड यू नो यू गो देयर डू द इंटरव्यू एंड किस्मत होई तो लग जूगा। ते पूरे प्रोसैस दे दौरान बहुत सारे लोग, बहुत सारे एजेंट, बहुत सारे स्टूडेंट अपना पैसा कमाते सी या खराब करते सीगे, जिस मर्जी तरीके नाल इहनूं आपां बोल सकते हैं, क्योंकि प्रोसैस क्लीयर नहीं हुंदा सी। हुण जिहड़ी अगली स्लाइड आ तुसीं देखोगे, दैट इज बेसिकली ए प्रोसैस हैगा थोड़े पूरे दे पूरे यूएस दा। पूरा यूएस का प्रोसैस किवें चलदा है? यूएस ਨੂੰ ਇੱਕ ਤਰੀਕੇ ਵਿਦਆਊਟ ਆਇਲਸ ਜਾਂ ਉਹ ਕਹਿੰਦੇ ਨੇ ਜਿੱਦਾਂ ਬੱਚਾ ਕਿਤੇ ਨਹੀਂ ਜਾ ਸਕਦਾ, ਗੈਪ ਹੈ, ਉਹ यूएस ਜਾਵੇ, ਡੈਫੀਨਿਟਲੀ ਅਪਲਾਈ ਕਰ ਸਕਦੇ ਹੋ। देयर इज नो प्रॉब्लम इन ਅਪਲਾਈਂਗ ਦਾ ਐਪਲੀਕੇਸ਼ਨ। ਹਾਊਐਵਰ ਇੰਪੋਰਟੈਂਟ ਫੈਕਟਰ ਕੀ ਹੈਗਾ? ਵੀਜ਼ਾ, ਜਿਹਦੇ ਲਈ ਤੁਸੀਂ ਇੱਕ ਪ੍ਰੋਸੈਸ ਸ਼ੁਰੂ ਕਰਦੇ ਹੋ ਕਿ 10 ਚੋਂ 1 ਚ ਆਪਾਂ ਸਕਸੈਸ ਲੈਣਾ ਹੈ ਜਾਂ 10 ਚੋਂ 50% ਸਕਸੈਸ ਤੇ ਜਾਣਾ। ਤੇ ਬੜੀ ਲੌਜੀਕਲ ਤੇ ਛੋਟੀਆਂ ਵੈਲਿਡ ਚੀਜ਼ਾਂ ਨੇ, ਜੇ ਤੁਸੀਂ ਉਹਦਾ ਧਿਆਨ ਰੱਖੋ ਤਾਂ ਸਕਸੈਸ ਵਧਾਇਆ ਜਾ ਸਕਦਾ ਹੈ। ਹੁਣ ਡਾਕੂਮੈਂਟੇਸ਼ਨ ਜਿਹੜਾ ਤੁਹਾਨੂੰ ਚਾਹੀਦਾ ਹੈਗਾ यूएस ਵਾਸਤੇ, ਤੁਹਾਡਾ ਅਕੈਡਮਿਕ ਐਂਡ ਆਇਲਸ, ਜੇ ਤੁਹਾਡਾ ਆਇਲਸ ਹੈਗਾ ਤਾਂ ਬਿਲਕੁਲ ਲਾਓ, ਔਰ ਐਲਸ ਆਇਲਸ ਦਾ ਵੇਵਰ ਇੱਕੋ ਸੂਰਤ ਪੋਸੀਬਲ ਹੈ ਜੇ ਤੁਸੀਂ ਇੰਗਲਿਸ਼ ਬੋਲ ਸਕਦੇ ਹੋ। ਯਾਦ ਹੋਵੇ ਅੱਜ ਤੋਂ ਸਾਲ 1.5 ਸਾਲ ਪਹਿਲਾਂ ਯੂਕੇ ਵੀ ਇਸੇ ਤਰ੍ਹਾਂ ਪ੍ਰਮੋਟ ਹੋਇਆ ਸੀ, ਕਿਉਂਕਿ ਉਹਨਾਂ ਦਾ ਵੀਜ਼ਾ ਜਿਹੜਾ ਸੀਗਾ ਆਬਜੈਕਟਿਵ ਟਾਈਪ ਸੀਗਾ, ਕਾਗਜ਼ਾਂ ਤੇ ਲੱਗਦਾ ਸੀ। ਜਿਵੇਂ ਸਬਜੈਕਟਿਵ ਹੋਇਆ, ਇੰਟਰਵਿਊ ਇੰਟਰੋਡਿਊਸ ਹੋਇਆ ਤੇ ਕਿਤਨਾ ਕਿਤੇ ਵੀਜ਼ਾ ਸਕਸੈਸ ਘਟਿਆ। whereas यूएस ਦਾ ਸਾਰਾ ਜਿਹੜਾ ਵੀਜ਼ਾ ਦਾ ਪ੍ਰੋਟੋਕਾਲ, ਵੀਜ਼ਾ ਦਾ ਪ੍ਰੋਸੈਸ ਹੈ, ਉਹ ਇੰਟਰਵਿਊ ਬੇਸਡ ਹੈਗਾ। ਹੁਣ ਇੰਟਰਵਿਊ ਦੇ ਵਿੱਚ ਜੇ ਤੁਹਾਡੇ ਕੋਲ ਇੰਗਲਿਸ਼ ਬੋਲਣੀ ਆਉਂਦੀ ਹੈ, ਤੁਸੀਂ ਇੰਗਲਿਸ਼ 'ਚ ਕਮਿਊਨੀਕੇਟ ਕਰ ਸਕਦੇ ਹੋ, ਤਾਂ ਕਿਤੇ ਨਾ ਕਿਤੇ ਉਹ ਤੁਹਾਡਾ यूएस ਵੀਜ਼ਾ ਸਕਸੈਸ ਰੇਟ ਦੇ ਵਿੱਚ ਇੱਕ ਫੈਕਟਰ ਕਾਊਂਟ ਹੋਏਗਾ। ਅਗੇਨ ਜੇ ਪੜਾਸ ਕੱਢਣੀ ਹੈ, ਕੋਈ ਗੱਲ ਨਹੀਂ, ਵਿਦਆਊਟ ਆਇਲਸ यूएस ਅਪਲਾਈ ਕਰਦਾ, ਬਾਕੀ ਕਿਸਮਤ ਦੇਖ ਲਾਂਗੇ। ਅਗੇਨ ਸਿਰਫ ਤੁਸੀਂ ਆਪਣੀ ਕਿਸਮਤ ਆਜ਼ਮਾਨੇ ਪਏ ਹੋ, ਜਿਹਦੇ ਵਿੱਚ ਕੋਈ ਪੈਸਾ ਕਮਾਊਗਾ ਤੇ ਤੁਸੀਂ ਪੈਸਾ ਖਰਾਬ ਕਰੋਗੇ। ਅਕੈਡਮਿਕ ਐਂਡ ਆਇਲਸ, ਵਰਕ ਐਕਸਪੀਰੀਅੰਸ ਜੇ ਤੁਹਾਡੇ ਕੋਲ ਹੈਗਾ, LOR ਇੰਪੋਰਟੈਂਟ ਫੈਕਟਰ ਨੇ, ਲੈਟਰ ਆਫ ਰეკਮੈਂਡੇਸ਼ਨ, CV, ਸਟੇਟਮੈਂਟ ਆਫ ਪਰਪਸ, ਪਾਸਪੋਰਟ ਤੇ ਐਪਲੀਕੇਸ਼ਨ ਫਾਰਮ ਵਿਦ ਫੀਸਿਸ। ਹਰੇਕ ਯੂਨੀਵਰਸਿਟੀ ਦੀ ਐਪਲੀਕੇਸ਼ਨ ਫੀਸ ਹੁੰਦੀ ਹੈ $100 ਤੋਂ ਲੈ ਕੇ $200 ਦੇ ਵਿੱਚ। ਉਹ ਕੋਸ਼ਿਸ਼ ਕਰੋ ਆਪਣੀ ਐਪਲੀਕੇਸ਼ਨ ਇੱਕੋ ਗੋ ਦੇ ਵਿੱਚ ਅਪਲਾਈ ਕਰੋ, ਤਾਂ ਕਿ ਤੁਹਾਡਾ ਜਿਹੜਾ ਅਗਲਾ ਸਟੈਪ ਹੈ, ਟਰਨ ਅਰਾਊਂਡ ਟਾਈਮ ਫॉर ਆਫਰ ਲੈਟਰ 2 ਤੋਂ 3 ਹਫ਼ਤੇ ਜਾਂ 6 ਤੋਂ 7 ਹਫ਼ਤਿਆਂ ਦੇ ਵਿੱਚ ਮੈਕਸਿਮਮ, ਡਿਪੈਂਡਿੰਗ ਕਿਹੜਾ ਕੋਰਸ ਹੈ। ਆਮ ਤੌਰ ਤੇ ਉਹ ਕੋਰਸਿਸ ਜਿਹੜੇ ਕਿ ਫੈਕਲਟੀ ਵਾਲੇ ਪਾਸੇ ਜਾਂਦੇ ਨੇ, ਦੈਟਸ ਇਜ਼ ਟੀਚਿੰਗ ਹੋ ਗਿਆ, ਤੁਹਾਡਾ ਸਪੈਸੀਫਿਕ ਇੰਜੀਨੀਅਰਿੰਗ ਪ੍ਰੋਗਰਾਮ ਹੋ ਗਏ, ਔਰ ਲਿੰਗੁਇਸਟਿਕ ਦੇ ਕੋਰਸਿਸ ਹੋ ਗਏ, ਇਹ ਫੈਕਲਟੀ ਵਾਸਤੇ ਜਾਂਦੇ ਨੇ, ਸਮੇਂ ਲੰਬਾ ਲੱਗਦਾ ਹੈ। ਹੁਣ ਜਦ ਵੀ ਇੱਕ ਆਫਰ ਪ੍ਰੋਸੈਸ ਹੋ ਰਿਹਾ ਹੁੰਦਾ ਹੈ, ਬਹੁਤ ਸਾਰੇ ਪ੍ਰਮੋਸ਼ਨ ਦੇਖੇ ਆ, ਬਹੁਤ ਸਾਰੇ ਕੁਐਸਚਨ ਦੇਖੇ ਆ, ਸਰ ਆਫਰ ਲੈਟਰ ਤਾਂ 48 ਘੰਟੇ ਜਾਂਦਾ ਹੈ। ਪਰ ਕੀ ਆਫਰ ਲੈਟਰ 48 ਘੰਟੇ ਚਾਹਣਾ ਐਕਚੁਅਲ ਤੁਹਾਡੀ ਪ੍ਰੋਫਾਈਲ ਦੇ ਵਿੱਚ ਵੀਜ਼ਾ ਅਸ਼ੋਰ ਕਰੇਗਾ? ਆਫਰ ਲੈਟਰ ਮੈਂ ਬਾਰ-ਬਾਰ ਸ਼ੁਰੂ ਕੈਨੇਡਾ ਤੋਂ ਕੀਤਾ ਸੀਗਾ, ਇੱਕੋ ਸਲਾਈਡ ਤੋਂ, ਰੈਲੇਵੈਂਸੀ ਆਫ ਕੋਰਸ ਪ੍ਰੋਗਰਾਮ। ਜੇ ਰੈਲੇਵੈਂਸੀ ਆਫ ਕੋਰਸ ਪ੍ਰੋਗਰਾਮ ਤੁਹਾਡੇ ਕੋਲ ਹੈਗੀ ਹੈ ਤਾਂ ਡੈਫੀਨਿਟਲੀ ਵੀਜ਼ਾ ਸਕਸੈਸ ਵੱਧਦਾ ਹੈ। ਹੁਣ यूएस ਦੇ ਵਿੱਚ ਤੁਸੀਂ ਕੋਈ ਵੀ ਕੋਰਸ ਅਪਲਾਈ ਕਰ ਸਕਦੇ ਹੋ, ਐਸੋਸੀਏਟ ਡਿਗਰੀ ਕਰ ਸਕਦੇ ਹੋ, ਐਸੋਸੀਏਟ ਆਪਣੀ ਬੈਚਲਰ ਡਿਗਰੀ ਕਰ ਸਕਦੇ ਹੋ, ਔਰ ਮਾਸਟਰ ਡਿਗਰੀ ਕਰ ਸਕਦੇ ਹੋ। ਹੁਣ ਕੋਈ ਵੀ ਆਫਰ ਲੈਟਰ ਲੈਣਾ 48 ਘੰਟਿਆਂ 'ਚ, MBA, IT, ਬਹੁਤ ਸਾਰੇ ਇੰਸਟੀਚਿਊਟ ਹੋਣਗੇ, ਕਿਉਂਕਿ यूएस ਦੇ ਵਿੱਚ 4000 ਤੋਂ 4300 ਤੋਂ ਜ਼ਿਆਦਾ ਫਰਦਰ ਐਜੂਕੇਸ਼ਨ ਇੰਸਟੀਚਿਊਟ ਨੇ ਜਿਹੜੇ ਕਿ ਤੁਹਾਨੂੰ ਬੱਚਿਆਂ ਨੂੰ ਬੁਲਾਉਂਦੇ ਨੇ। ਆਫਰ ਲੈਟਰ ਲੈਣਾ ਇਟਸ ਨॉट ਅ ਬਿਗ ਡੀਲ, ਬਟ ਉਹ ਕੀ ਆਫਰ ਲੈਟਰ ਮੇਰੇ ਵੀਜ਼ਾ ਫਾਈਲ 'ਚ ਕੰਟਰੀਬਿਊਟ ਕਰੇਗਾ, ਵੀਜ਼ਾ ਸਕਸੈਸ 'ਚ ਕੰਟਰੀਬਿਊਟ ਕਰੇਗਾ, ਰਾਦਰ ਨਾਟ ਵੀਜ਼ਾ ਫਾਈਲ, ਵੀਜ਼ਾ ਸਕਸੈਸ 'ਚ ਕੰਟਰੀਬਿਊਟ ਕਰੇਗਾ, ਉਹ ਚੀਜ਼ ਦੇਖਣ ਵਾਲੀ ਹੈ। ਤਾਂ ਲੈਟਸ ਬੀ ਵੈਰੀ ਰੀਅਲਿਸਟਿਕ। ਜੇ ਮੇਰਾ ਬੈਕਗ੍ਰਾਉਂਡ ਇੱਕ ਸਰਟਨ ਹੈਗਾ ਐਂਡ ਮੈਂ ਉੱਥੇ ਵੀਜ਼ਾ ਸਕਸੈਸ ਵਾਲੇ ਪਾਸੇ ਜਾਣਾ ਹੈ, ਤਾਂ ਕੋਰਸ ਰੈਲੇਵੈਂਸੀ ਮੈਨੂੰ ਜ਼ਰੂਰ ਚਾਹੀਦੀ ਹੈ। ਤਾਂ ਆ ਐਕਸਪੈਕਟਡ ਆਫਰ ਲੈਟਰ ਟਾਈਮ ਹੈ ਤੁਹਾਡੇ ਕੇਸ ਦਾ। ਜ਼ਿਆਦਾ ਆਫਰ ਲੈਟਰ ਆ ਜਾਂਦਾ ਹੈ, ਕੁਝ ਇੰਸਟੀਚਿਊਟ ਟਿਊਸ਼ਨ ਫੀਸ ਲੈਂਦੇ ਨੇ, ਕੁਝ ਫॉर ਰਿਲੀਜ਼ਿੰਗ ਐਨ I-20। ਹੁਣ I-20 ਬੇਸਿਕਲੀ ਕੀ ਹੈ? I-20 ਨੂੰ ਬੜੀ ਹਰ ਇੱਕ ਸਟੂਡੈਂਟ ਨੇ ਸੁਣਿਆ ਹੋਣਾ ਹੈ, ਬਟ I-20 ਐਕਚੁਅਲੀ ਹੈ ਕੀ? I-20 ਇਜ਼ ਬੇਸਿਕਲੀ ਯੋਰ ਸਰਟੀਫਿਕੇਟ ਆਫ ਐਲੀਜੀਬਿਲਿਟੀ ਐਜ਼ ਏ ਫੋਰਨ ਸਟੂਡੈਂਟ। ਤੁਸੀਂ US ਜਾ ਕੇ ਪੜ੍ਹ ਸਕਦੇ ਹੋ, ਜਿਹੜਾ ਉਹਨਾਂ ਦਾ SCVP ਪ੍ਰੋਗਰਾਮ ਹੈਗਾ ਉਹਦੇ ਹੇਠਾਂ, ਸਟੂਡੈਂਟ ਐਕਸਚੇਂਜ ਵਿਜ਼ਟਰ ਪ੍ਰੋਗਰਾਮ, ਜਿਹਦੇ ਹੇਠਾਂ ਤੁਸੀਂ ਸਰਵਿਸ ਫੀਸ ਦਿੰਦੇ, ਤਾਂ ਉਹ ਪੂਰੇ ਦਾ ਪੂਰਾ ਕਨੈਕਟ ਹੁੰਦਾ ਹੈ। ਆਪਣੇ ਫਾਈਨੈਂਸ਼ੀਅਲ ਡਾਕੂਮੈਂਟ ਤੁਸੀਂ I-20 ਦੇ ਨਾਲ ਭੇਜਣੇ ਨੇ। ਉਸ ਵਿੱਚ ਨਾਰਮਲੀ 1 ਸਾਲ ਦਾ ਜਿਹੜਾ ਤੁਹਾਡਾ ਖਰਚਾ ਹੁੰਦਾ ਹੈ, ਪਲੱਸ ਲਿਵਿੰਗ ਐਕਸਪੈਂਸ, ਰਫਲੀ ਲਾ ਕੇ ਚੱਲੀਏ 25 ਤੋਂ ਅਰਾਊਂਡ 20 ਤੋਂ 25 ਲੱਖ ਰੁਪਇਆ ਤੁਸੀਂ ਸਟੇਟਮੈਂਟ, FDR ਔਰ ਫਾਈਨੈਂਸਿਸ ਦਿਖਾਣੇ ਆ। 1 ਦਿਨ ਪੁਰਾਣੇ ਵੀ ਚੱਲ ਸਕਦੇ ਆ, ਕਿਉਂਕਿ ਕਿਤੇ ਨਾ ਕਿਤੇ ਕੰਪਲਾਇੰਸ ਦਾ ਹਿੱਸਾ ਹੁੰਦਾ ਯੂਨੀਵਰਸਿਟੀ ਦਾ। I-20 ਜਿਹੜਾ ਹੈਗਾ ਉਹਦੀ ਫੀਸ ਵੇਰੀ ਕਰਦੀ ਹੈ, ਜਿਵੇਂ ਪਹਿਲੇ ਪੁਆਇੰਟ ਤੇ ਦੱਸਿਆ,
ਉਹ ਸਮੈਸਟਰ ਦੀ ਫੀਸ ਵੀ ਹੋ ਸਕਦੀ ਹੈ, ਉਹ $100 ਵੀ ਹੋ ਸਕਦਾ, $500 ਵੀ ਹੋ ਸਕਦਾ ਹੈ। ਉਹ ਆਫਰ ਲੈਟਰ ਤੇ ਕਲੀਅਰਲੀ ਲਿਖਿਆ ਆਂਦਾ, ਜਿਵੇਂ ਹਰੇਕ ਕੰਟਰੀ ਦਾ ਆਫਰ ਲੈਟਰ ਤੇ ਲਿਖਿਆ ਆਂਦਾ ਇਨੀਸ਼ੀਅਲ ਡਿਪੋਜ਼ਿਟ। ਜਿਹੜੀ ਫੀਸ ਰੇਂਜ ਹੈ ਬੇਸਿਕਲੀ I-20 ਦੀ ਨੀਚੇ ਲਿਖੀ ਹੈ, $30 ਤੋਂ ਲੈ ਕੇ $100 ਤੱਕ ਵੀ ਜਾਂਦੀ ਹੈ ਤੇ 500 ਤੇ ਸਮੈਸਟਰ ਦੀ ਵੀ ਜਾਂਦੀ ਹੈ। ਤਾਂ ਪਹਿਲਾ ਸਟੈਪ ਹੈ ਆਪਣਾ ਆਫਰ ਲੈਟਰ ਕਲੀਅਰਲੀ ਪੜ੍ਹਨਾ, ਉੱਥੇ ਲਿਖਿਆ ਹੁੰਦਾ I-20 ਦੇ ਕਿੰਨੇ ਪੈਸੇ ਚਾਹੀਦੇ। ਔਰ I-20 ਹੈ ਇਹ 2 ਤੋਂ 3 ਹਫ਼ਤਿਆਂ ਦੇ ਵਿੱਚ ਆਉਂਦਾ ਹੈ। ਇੱਕ ਵਾਰ I-20 ਆ ਗਿਆ, ਤੁਸੀਂ ਉਸ ਤੋਂ ਬਾਅਦ ਆਪਣਾ ਅਗਲਾ ਸਟੈਪ ਲੈਂਦੇ ਹੋ। ਹੁਣ ਇੱਕ ਸਟੂਡੈਂਟ US ਦੇ ਵਿੱਚ ਜਦ ਵੀ ਆਪਾਂ ਇੰਟਰਵਿਊ ਦੀ ਗੱਲ ਕਰਦੇ ਹਾਂ, ਐਮਬੈਸੀ ਦੀ ਗੱਲ ਕਰਦੇ ਹਾਂ, ਇੱਕੋ ਚੀਜ਼ ਬਾਰ-ਬਾਰ ਹਰ ਕੋਈ ਕਹਿੰਦਾ ਹੈ ਵੀ ਇਹ ਸਿਰਫ 120 ਸੈਕਿੰਡ ਦੀ ਖੇਡ ਹੈ, 2 ਮਿੰਟਾਂ ਦੀ ਖੇਡ ਹੈ। ਵੀਜ਼ਾ ਆਫਿਸਰ ਇਸ ਤੋਂ ਉੱਪਰ ਟਾਈਮ ਲਾਂਦਾ ਨਹੀਂ ਹੈ, ਮੇਰੀ ਫਾਈਲ ਨਹੀਂ ਦੇਖੀ ਜਾਂਦੀ, ਮੇਰਾ ਕੁਝ ਨਹੀਂ ਦੇਖਾ ਜਾਂਦਾ ਤੇ ਉਹ ਵੀਜ਼ਾ ਡਿਸਾਈਡ ਕਰ ਦਿੰਦਾ ਹੈ। ਜਿਹੜੀ ਤੁਸੀਂ ਜਿੰਨੇ ਤੁਹਾਡੇ ਸਰਵਿਸ ਤੁਹਾਡੇ I-20 ਆਉਂਦੇ ਨੇ, ਤੁਸੀਂ ਐਜ਼ ਅ ਸਟੂਡੈਂਟ, ਐਜ਼ ਅ ਜੈਨੂਇਨ ਸਟੂਡੈਂਟ, ਇਟ ਇਜ਼ ਐਡਵਾਈਜ਼ੇਬਲ ਆਲਵੇਜ਼ ਐਟਲੀਸਟ 1 ਤੋਂ 2 ਜਾਂ 3 I-20 ਲੈ ਕੇ ਰੱਖੋ, ਕਿਉਂਕਿ ਇਹ ਤੁਹਾਡੇ ਇੰਟਰਵਿਊ ਪ੍ਰਿਪਰੇਸ਼ਨ ਦਾ ਹਿੱਸਾ ਬਣਦਾ ਹੈ। ਜਦ ਐਮਬੈਸੀ ਪੁੱਛ ਰਿਹਾ ਤੁਸੀਂ ਆਹ ਯੂਨੀਵਰਸਿਟੀ ਕਿਉਂ ਸਿਲੈਕਟ ਕੀਤੀ, ਤੁਹਾਡੇ ਕੋਲ ਕੰਪੈਰੀਜ਼ਨ ਕਰਨ ਨੂੰ ਕੁਝ ਨਹੀਂ ਹੋਏਗਾ, ਤੁਹਾਡਾ ਇੰਟਰਵਿਊ ਕੌਨਫੀਡੈਂਟਲੀ ਨਹੀਂ ਡਿਲੀਵਰ ਹੋਏਗਾ। ਤੁਹਾਡੇ ਕੋਲ ਕੰਪੈਰੀਜ਼ਨ ਕਰਨ ਨੂੰ ਹੋਏਗਾ ਤਾਂ ਤੁਹਾਡਾ ਇੰਟਰਵਿਊ ਆਟੋਮੈਟਿਕਲੀ ਤਿਆਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਉਸ 2 ਮਿੰਟਾਂ ਦੀ, ਜਦ ਤੁਸੀਂ US ਦਾ ਪ੍ਰੋਸੈਸ ਸ਼ੁਰੂ ਕਰਦੇ ਹੋ 2 ਜਾਂ 3 ਯੂਨੀਵਰਸਿਟੀਜ਼ ਤੋਂ। ਤੁਹਾਡੇ ਕੋਲ 3 ਆਫਰ ਆ ਗਏ, 3 I-20 ਆ ਗਏ, ਇੱਕ I-20 ਤੁਸੀਂ ਬਲੌਕ ਕਰਾਣਾ ਸਰਵਿਸ ਫੀ ਦੇ ਕੇ, ਜੋ ਕਿ ਤਕਰੀਬਨ $350 ਦੀ ਹੁੰਦੀ ਹੈ। ਉਸ ਤੋਂ ਬਾਅਦ ਤੁਸੀਂ ਆਪਣੀ ਐਮਬੈਸੀ ਫੀਸ ਜਾਂਦੇ ਹੋ ਐਂਡ ਆਪਣੀ ਇੰਟਰਵਿਊ ਦੇ ਕਰਾ ਕੇ ਅਪਾਇੰਟਮੈਂਟ ਲੈ ਕੇ ਬਾਇਓਮੈਟ੍ਰਿਕ ਇੰਟਰਵਿਊ ਦਾ ਤੁਸੀਂ ਹਾਈ ਕਮਿਸ਼ਨ ਪੇਸ਼ ਹੁੰਦੇ ਹੋ। ਤਾਂ ਆਹ ਬੇਸਿਕਲੀ ਪੁਆਇੰਟਸ ਜਿਹੜੇ ਹੈਗੇ ਇੰਪੋਰਟੈਂਟ ਪੁਆਇੰਟ ਨੇ US ਦੇ ਵਿੱਚ। ਐਪਲੀਕੇਸ਼ਨ ਟੂ ਕੰਪਲੀਟ ਇਨ ਵਨ ਗੋ, ਜਿਵੇਂ ਪਿਛਲੀ ਸਲਾਈਡ 'ਚ ਮੈਂ ਦੱਸਿਆ, ਜਿਹੜੇ ਡਾਕੂਮੈਂਟ ਸੀਗੇ ਤੁਹਾਡੇ ਉਹ ਤੁਸੀਂ ਕਿਤੇ ਨਾ ਕਿਤੇ ਇੱਕੋ ਗੋ ਦੇ ਵਿੱਚ ਦੇਣੇ ਆ, ਤਾਂ ਕਿ ਯੂਨੀਵਰਸਿਟੀ ਟਾਈਮ ਨਾ ਵੇਸਟ ਕਰੇ ਤੁਹਾਨੂੰ LOR ਮੰਗਵਾਉਣ ਵਾਸਤੇ, ਟਾਈਮ ਨਾ ਵੇਸਟ ਕਰੇ ਤੁਹਾਡਾ ਕੁਝ ਹੋਰ ਡਾਕੂਮੈਂਟੇਸ਼ਨ ਮੰਗਵਾਉਣ ਵਾਸਤੇ। ਜਿਹੜੇ ਮਸਟ ਡਾਕੂਮੈਂਟੇਸ਼ਨ ਹੈ US ਐਪਲੀਕੇਸ਼ਨ ਦੇ, ਉਹਨੂੰ ਜ਼ਰੂਰ ਪਹਿਲੀ ਗੋ 'ਚ ਪੂਰਾ ਕਰਕੇ ਦਿਓ, ਸਮੇਂ ਬਚਦਾ। Few universities ask for semester tuition fees for I-20 and after receiving I-20 visa student need to pay service fees ਜਿਹੜੀ ਕਿ $350 ਹੈ। ਆਪਣੀ ਅਪਾਇੰਟਮੈਂਟ ਬੁੱਕ ਕਰਾਓ ਐਂਡ ਉਸ ਤੋਂ ਬਾਅਦ ਐਮਬੈਸੀ 'ਚ ਪੇਸ਼ ਹੋ ਜਾਓ। ਹੁਣ ਸਟੂਡੈਂਟ ਵੀਜ਼ਾ ਕੈਨ ਬੀ ਇਸ਼ੂਡ 120 ਦਿਨ ਪਹਿਲਾਂ ਫਰਮ ਦਾ ਸਟਾਰਟ ਡੇਟ। ਦੈਟ ਮੀਨ ਜੇ ਮੈਂ ਸਪਟੈਂਬਰ ਦਾ ਅਪਲਾਈ ਕਰਾਂ ਇਨਟੇਕ, ਤਾਂ ਮੈਨੂੰ 120 ਦਿਨ ਪਹਿਲਾਂ ਸਟੂਡੈਂਟ ਵੀਜ਼ਾ ਇਸ਼ੂ ਹੋ ਸਕਦਾ ਹੈਗਾ। ਨਾਰਮਲੀ US ਦਾ ਵੀ ਕੈਨੇਡਾ ਵਰਗਾ ਹਿਸਾਬ ਹੁੰਦਾ ਹੈ, ਮੇਰਾ ਵੀਜ਼ਾ ਇੱਕ ਵਾਰ ਨਹੀਂ ਆਇਆ, ਮੈਂ ਦੂਜੀ ਵਾਰ ਅਪਾਇੰਟਮੈਂਟ ਲੈ ਕੇ ਜਾਵਾਂਗਾ। ਕਿਉਂਕਿ ਦੇਖੋ ਤੁਹਾਡੇ ਕੋਲ I-20 ਆ ਗਿਆ, ਦੈਟ ਮੀਨ ਯੂ ਆਰ ਅ ਜੈਨੂਇਨ ਸਟੂਡੈਂਟ, ਤੁਹਾਡੇ ਕੋਲ ਕੰਪਲਾਇੰਸ ਵਾਲੇ ਪਾਸੇ ਜੈਨੂਇਨ ਸਟੂਡੈਂਟ। ਉਸ ਤੋਂ ਬਾਅਦ ਵੀਜ਼ਾ ਆਫਿਸਰ ਨੇ ਤੁਹਾਡੀ ਇੰਟੈਂਸ਼ਨ ਵੇਖਣੀ ਹੈ, ਤੁਹਾਡਾ ਉਹ ਪ੍ਰੋਟੋਕਾਲ ਦੇਖਣਾ, ਤੁਹਾਡੀ ਇੰਟਰਵਿਊ ਪ੍ਰਿਪਰੇਸ਼ਨ ਦੇਖਣੀ ਹੈ, ਤੁਸੀਂ ਕਿੰਨੇ ਕੁ ਪ੍ਰਿਪੇਅਰਡ ਹੋ US ਲਾਈਫ ਵਾਸਤੇ। ਕੀ ਤੁਸੀਂ ਕੋਈ ਰਿਸਰਚ ਕੀਤੀ ਆਪਣੀ ਇੰਡੀਪੈਂਡੈਂਟ ਕਿ ਨਹੀਂ ਕੀਤੀ, ਸਿਰਫ US ਦੇ ਨਾਂ ਨੂੰ ਅਪਲਾਈ ਕਰਤਾ, ਇੱਕ ਚਾਂਸ ਲੈਣੇ ਪਏ ਹੋ ਵੀ ਕਿਤੇ ਨਹੀਂ ਹੋ ਰਿਹਾ ਚਲੋ US ਅਪਲਾਈ ਕਰ ਦਿਓ। ਕਿਉਂਕਿ ਕਿਤੇ ਨਾ ਕਿਤੇ US ਨੂੰ ਪ੍ਰਮੋਟ ਇਸੇ ਤਰੀਕੇ ਨਾਲ ਕੀਤਾ ਜਾਂਦਾ ਹੈ that ਕਿਤੇ ਨਹੀਂ ਜਾ ਸਕਦੇ, ਹਰੇਕ ਪਾਸੇ ਰਿਫਿਊਜ਼ ਹੈ, US ਚੱਲਦੇ ਹੈ, ਕਿਉਂਕਿ ਹਰੇਕ ਨੂੰ ਪਤਾ ਹੈ ਇਹ ਇੰਟਰਵਿਊ ਬੇਸਡ ਵੀਜ਼ਾ ਹੈਗਾ। ਡਾਕੂਮੈਂਟੇਸ਼ਨ ਦਾ ਇੰਪੋਰਟੈਂਸ ਯੂਨੀਵਰਸਿਟੀ ਦਾ ਕੰਪਲਾਇੰਸ ਨਾਲ ਹੈ, ਵੱਧ ਤੋਂ ਵੱਧ I-20 ਨਾਲ ਹੈ। ਉਸ ਤੋਂ ਬਾਅਦ ਤੁਸੀਂ ਕਿਸ ਤਰੀਕੇ ਨਾਲ ਯੂਨੀਵਰਸਿਟੀ ਐਮਬੈਸੀ ਦੇ ਇੰਟਰਵਿਊ ਦਿੰਦੇ ਹੋ, that really matters। ਹੁਣ ਉਹਦੇ ਵਿੱਚ 90% ਜਿਹੜੀ ਚੀਜ਼ਾਂ ਹੈਗੀਆਂ, ਮੈਂ ਅਗੇਨ ਇੱਕ ਜਨਰਲ ਸਟੇਟਮੈਂਟ ਦੇ ਰਿਹਾ ਇੱਥੇ, ਵੀਜ਼ਾ ਫਾਰਮ ਭਰ ਕੇ DS 160 ਭਰ ਕੇ ਖਤਮ ਕਰ ਦਿੱਤਾ ਜਾਂਦਾ ਹੈ, ਬੱਚੇ ਨੂੰ 4 ਕਲਾਸਾਂ ਦੇ ਕੇ ਖਤਮ ਕਰ ਦਿੱਤਾ ਜਾਂਦਾ ਹੈ। ਬਟ ਮੈਂ ਸੋਚਦਾ ਜਦ ਤੁਸੀਂ US ਅਪਲਾਈ ਕਰਦੇ ਹੋ, ਤੁਹਾਡੇ ਇੰਟਰਵਿਊ ਦੀ ਤਿਆਰੀ ਪਹਿਲੇ ਦਿਨ ਤੋਂ ਸ਼ੁਰੂ ਹੁੰਦੀ ਹੈ, ਜਦ ਤੁਸੀਂ ਆਪਣੀ ਯੂਨੀਵਰਸਿਟੀ ਦਾ ਨਾਮ ਲੈ ਕੇ ਕੰਸਲਟੈਂਟ ਦੇ ਦਫ਼ਤਰੋਂ ਬਾਹਰ ਨਿਕਲਦੇ ਹੋ। ਡਾਕੂਮੈਂਟ ਦਿੱਤੇ, ਅਸੈਸਮੈਂਟ ਹੋ ਗਈ, ਆ ਯੂਨੀਵਰਸਿਟੀ ਅਪਲਾਈ ਹੋ ਰਿਹਾ ਜੀ, ਉਹਦਾ ਵੈਬ ਲਿੰਕ ਆਵੇ, ਪੜ੍ਹੋ। ਨਹੀਂ ਪੜ੍ਹ ਸਕਦੇ US ਅਪਲਾਈ ਨਾ ਕਰੋ। ਪੜ੍ਹ ਸਕਦੇ ਹੋ ਆਹ ਕੋਰਸ ਹੈਗਾ, ਆਹ ਮੈਂ ਕਰਾਂਗਾ, ਕੀ GMAT ਕੰਪਲਸਰੀ ਹੈ, ਕੀ GRE ਕੰਪਲਸਰੀ ਹੈ, ਉਹਨਾਂ ਦੀ ਐਗਜ਼ਿਸਟੈਂਸ ਕੀ ਹੈਗੀ ਹੈ ਪੂਰੇ US ਪ੍ਰੋਸੈਸ ਦੇ ਵਿੱਚ, ਕੀ ਯੂਨੀਵਰਸਿਟੀਆਂ GMAT ਕਿਉਂ ਮੰਗਦੀਆਂ ਨੇ। GMAT ਇੱਕ ਐਡਵਾਂਟੇਜ ਹੈ ਸਕਾਲਰਸ਼ਿਪ ਵਾਸਤੇ, GRE ਇੱਕ ਐਡਵਾਂਟੇਜ ਹੈ ਸਕਾਲਰਸ਼ਿਪ ਵਾਸਤੇ, ਕੀ IELTS TOEFL PTE ਮੈਂਡੇਟ ਹੈ। ਅਗਲੇ ਸਵਾਲ ਹੁਣ ਥੋੜੇ ਦਿਨਾਂ 'ਚ ਤੁਸੀਂ ਦੇਖੋਗੇ ਆਣਗੇ, PTE 50 ਕੀ ਮੈਂ US ਜਾ ਸਕਦਾ। ਆਨਸਰ ਇਜ਼ ਯੈਸ, ਜਾ ਸਕਦੇ ਹੋ, ਪਰ ਇੱਕ ਸਵਾਲ ਆਪਣੇ ਆਪ ਨੂੰ ਪੁੱਛਣਾ ਹੈ, ਕੀ ਮੈਂ ਇੰਗਲਿਸ਼ ਬੋਲ ਸਕਦਾ, ਕੀ ਮੈਂ ਇੰਗਲਿਸ਼ ਸਮਝ ਸਕਦਾ। ਇਹਦਾ ਬੜਾ ਬੇਸਿਕ ਜਿਹਾ ਐਗਜ਼ਾਮਪਲ ਹੁੰਦਾ, ਜਦ ਬੱਚੇ ਤਿਆਰੀ ਕਰਨ ਪਹਿਲਾਂ ਆਉਂਦੇ ਸੀ, ਜਦ ਆਈ ਯੂਜ਼ਡ ਟੂ ਪ੍ਰਿਪੇਅਰ ਸਟੂਡੈਂਟਸ ਫॉर ਇੰਟਰਵਿਊ, ਮੈਂ ਇੱਕੋ ਸਵਾਲ ਪੁੱਛਦਾ ਸੀ, ਇੰਗਲਿਸ਼ ਮੂਵੀ ਪੂਰੀ ਦੇਖ ਸਕਦੇ ਹੋ ਘਰ ਬੈਠ ਕੇ, ਸਮਝ ਆਉਂਦੀ ਹੈ, ਸਮਝ ਆਉਂਦੀ ਹੈ ਤਾਂ US ਅਪਲਾਈ ਕਰ ਸਕਦੇ। ਜੇ 1.5 ਘੰਟੇ ਦੀ ਪੂਰੀ ਇੰਗਲਿਸ਼ ਮੂਵੀ ਬਗੈਰ ਸਬਟਾਈਟਲ ਤੋਂ ਸਮਝ ਆਉਂਦੀ ਹੈ ਤਾਂ ਬਿਲਕੁਲ US ਅਪਲਾਈ ਕਰ ਸਕਦੇ ਹੋ, ਕੋਈ ਦਿੱਕਤ ਨਹੀਂ ਹੈਗੀ। ਕਿਉਂਕਿ ਜੇ ਸਮਝ ਆ ਰਹੀ ਹੈ
ਤੁਸੀਂ ਬੋਲ ਵੀ ਸਕਦੇ ਹੋ ਪ੍ਰੈਕਟਿਸ ਦੇ ਨਾਲ ਐਂਡ ਵੀਜ਼ਾ ਅਫਸਰ ਨੂੰ ਆਪਣਾ ਇੰਟੈਂਸ਼ਨ ਵੀ ਦੱਸ ਸਕਦੇ ਹੋ। ਤਾਂ ਬੜੇ ਛੋਟੇ ਛੋਟੇ ਫਾਰਮੂਲੇ ਹੁੰਦੇ ਨੇ ਵੀਜ਼ਾ ਸਕਸੈਸ ਦੇ, ਪਰ ਕਿਤੇ ਨਾ ਕਿਤੇ ਉਹਨੂੰ ਪ੍ਰੋਟੋਕਾਲ ਜਾਂ ਉਹਨਾਂ ਤਰੀਕਿਆਂ ਦੇ ਬੰਨਿਆ ਜਾਂਦਾ। ਜੇ ਆਪਾਂ ਸਪੈਸੀਫਿਕਲੀ ਯੂਐਸ ਦੀ ਗੱਲ ਕਰੀਏ ਤੇ ਉਹਨੂੰ ਤੋੜਨਾ ਜ਼ਰੂਰੀ ਹੈ। ਲੈਟ ਯੂਐਸ ਬੀ, ਯੂਐਸਏ ਅੱਜ ਨਹੀਂ ਕਿੰਨੇ ਸਾਲਾਂ ਤੋਂ ਲੀਡ ਕਰਦਾ ਪਿਆ ਹੈ ਇੰਟਰਨੈਸ਼ਨਲ ਸਟੂਡੈਂਟਸ ਦੇ ਨੰਬਰ ਜਿਹੜੇ ਇੱਥੋਂ ਜਾਂਦੇ ਨੇ। ਜਿਹੜੀ ਉੱਥੋਂ ਪਾਲਿਸੀਆਂ ਬਣਦੀਆਂ ਪਈਆਂ ਨੇ ਜੌਨ ਬਾਈਡਨ ਦੀਆਂ, ਇਟ ਇਜ਼ ਸਪੋਰਟਿੰਗ ਦਾ ਇੰਟਰਨੈਸ਼ਨਲ ਇਮੀਗ੍ਰੈਂਟਸ ਜਿਹੜੇ ਉੱਥੇ ਹਜੇ ਨਿਊਜ਼ ਆਉਂਦੀਆਂ ਪਈਆਂ ਨੇ। ਅਗੇਨ ਐਜ਼ ਅ ਜੈਨੂਇਨ ਸਟੂਡੈਂਟ ਮੇਰੀ ਇੰਟੈਂਸ਼ਨ ਕਲੀਅਰ ਹੋਣੀ ਚਾਹੀਦੀ ਹੈ। ਇੰਟੈਂਸ਼ਨ ਦਾ ਭਾਵ ਹੈ ਸਪੈਸੀਫਿਕੇਸ਼ਨ ਨਹੀਂ ਹੋਣੀ ਚਾਹੀਦੀ। ਯੂਐਸ 'ਚ 50 ਸਟੇਟਾਂ ਨੇ, 50 ਸਟੇਟ ਦੇ ਵਿੱਚ 4300 ਤੋਂ ਉੱਪਰ ਇੰਸਟੀਚਿਊਟ ਹੈ। ਮੈਂ ਇਸੇ ਇੰਸਟੀਚਿਊਟ ਜਾਣਾ ਜੇ ਕੋਰਸ ਸਪੈਸੀਫਿਕ ਹੈ। ਫॉर एग्जांपल ਮੈਂ ਪੈਟਰੋਲੀਅਮ ਇੰਜੀਨੀਅਰਿੰਗ ਕਰਨੀ ਹੈ, ਡੈਫੀਨੇਟਲੀ ਉੱਥੇ ਜਾਓ ਜਿੱਥੇ ਉਹਨਾਂ ਦਾ ਯੂਨੀਵਰਸਿਟੀ ਲੀਡ ਕਰਦੀ ਹੈ, ਜਿਹੜੀ ਸਟੇਟ ਦੇ ਵਿੱਚ ਪੈਟਰੋਲੀਅਮ ਇੰਜੀਨੀਅਰਿੰਗ ਦੀ ਇੰਡਸਟਰੀ ਹੈਗੀ ਹੈ। ਪਰ ਜੇ ਜੈਨਰਿਕ ਹੈ ਫਿਰ ਆਪਣੇ ਆਪ ਨੂੰ ਓਪਨ ਰੱਖੋ, ਐਟਲੀਸਟ 2 ਜਾਂ 3 ਯੂਨੀਵਰਸਿਟੀਜ਼ 'ਚ ਅਪਲਾਈ ਕਰੋ ਐਂਡ ਦੈਨ ਆਪਣੀ ਯੂਨੀਵਰਸਿਟੀ ਸਿਲੈਕਟ ਕਰੋ। The US can be one of the positive also and one of the negative also, depending ਉਹਦਾ ਇੰਟੈਂਸ਼ਨ ਕੀ ਹੈਗਾ ਅਪਲਾਈ ਕਰਨ ਦਾ। ਹੁਣ ਅਪਲਾਈ ਕਰਨ ਦਾ ਇੰਟੈਂਸ਼ਨ ਕੀ ਹੈ, ਜੇ ਪੜਾਸ ਕੱਢਣੀ ਹੈ ਫਿਰ ਤਾਂ ਡੈਫੀਨੇਟਲੀ ਅਪਲਾਈ ਕਰੋ ਤੇ I-20 ਲੈ ਕੇ ਵੀਜ਼ਾ ਅਫਸਰ ਅੱਗੇ ਨਿਕਲ ਜਾਓ। ਪਰ ਕੀ ਉਹ ਬਾਰ-ਬਾਰ ਰਿਫਿਊਜ਼ਲ ਲੈਣਾ ਬਗੈਰ ਆਪਣੀ ਪ੍ਰੀਪਰੇਸ਼ਨ ਤੋਂ ਵਾਈਜ਼ ਹੋਏਗਾ? ਦਾ ਆਨਸਰ ਇਜ਼ ਨੋ। ਤਾਂ ਆ ਕੁਝ ਪ੍ਰੋਗਰਾਮਸ ਹੈ ਜਿਵੇਂ ਤੁਹਾਨੂੰ ਨੌਲੇਜ ਵਾਸਤੇ ਦੱਸਿਆ। ਅਗਲਾ ਇਨਟੇਕ ਸੈਪਟੈਂਬਰ 21 ਹੈ। ਅੰਡਰ ਗ੍ਰੈਜੂਏਟ ਦੇ ਵਿੱਚ 2 ਤਰੀਕੇ ਦੇ ਕੋਰਸ ਹੁੰਦੇ ਨੇ। ਪਹਿਲਾ ਤੁਹਾਡਾ ਐਸੋਸੀਏਟ ਡਿਗਰੀ ਹੈ 2 ਸਾਲਾਂ ਦੀ, ਔਰ ਉਸ ਤੋਂ ਬਾਅਦ ਬੈਚਲਰ ਡਿਗਰੀ 4 ਸਾਲਾਂ ਦੀ। ਮਾਸਟਰਸ 2 ਸਾਲ ਬੇਸਿਕਲੀ ਜਿਹੜਾ ਚੱਲਦਾ ਹੈਗਾ ਐਂਡ ਡਾਕਟਰਲ ਡਿਗਰੀਜ਼ PhD ਡੈਫੀਨੇਟਲੀ ਯੈਸ। ਉਹਦੇ ਵਾਸਤੇ ਤੁਹਾਡਾ R&D ਹੋਣਾ ਚਾਹੀਦਾ ਹੈ, ਤੁਹਾਡਾ ਰਿਸਰਚ ਵਰਕ ਹੋਣਾ ਚਾਹੀਦਾ ਹੈ, ਸਿਨੋਪਸਿਸ ਹੋਣਾ ਚਾਹੀਦਾ ਹੈ ਜੇ ਤੁਸੀਂ ਉੱਥੇ PhD ਜਾਂ ਮਾਸਟਰ ਦਾ ਰਿਸਰਚ ਕਰਨੀ ਹੈ। ਤਾਂ ਬੇਸਿਕ ਇਨਫੋਰਮੇਸ਼ਨ ਜਿਹੜੀ US ਦੀ ਹੈਗੀ ਹੈ ਇੱਥੇ ਤੁਸੀਂ ਥੋੜੀ ਸਟਾਰਟ ਕਰ ਸਕਦੀ ਹੈ। ਹੁਣ ਆਪਾਂ ਇਸ ਤੋਂ ਬਾਅਦ ਲਵਾਂਗੇ ਸਵਾਲ and I would like to invite Gurinder sir ਤੁਹਾਨੂੰ ਸਵਾਲਾਂ ਜਵਾਬ ਦੇਣ ਵਾਸਤੇ। over to you ਜੀ। ਜੀ ਓਕੇ ਜੀ, ਹਾਂਜੀ ਜਗਤਾਰ ਜੀ ਦੱਸੋ ਜੀ। ਹੈਲੋ ਜੀ ਜਗਤਾਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਰ ਅਸੀਂ ਪੁੱਛਣਾ ਸੀ, ਇੱਕ ਬ੍ਰਦਰ ਤੇ ਉਹਨਾਂ ਦੀ ਵਾਈਫ UK ਗਏ ਹੋਏ ਨੇ ਜੀ। ਅੱਛਾ ਜੀ। ਤੇ ਉਹਨਾਂ ਦੀ MSc ਜਿਹੜੀ ਉਹ ਕਲੀਅਰ ਹੋਣ ਵਾਲੀ ਹੈ। ਅੱਛਾ ਜੀ। ਤੇ ਅਸੀਂ ਇਹ ਪੁੱਛਣਾ ਸੀ ਕਿ ਉਹ ਉੱਥੋਂ ਜਦੋਂ MSc ਕਲੀਅਰ ਹੋ ਜੂ ਤੇ ਅਸੀਂ USA ਸਟੱਡੀ ਵੀਜ਼ਾ ਕਰ ਸਕਦੇ ਹਾਂ ਜੀ? ਜਦੋਂ UK 'ਚ ਸਟੱਡੀਜ਼ ਖਤਮ ਹੋ ਜਾਏਗੀ ਤੇ USA ਸਟੱਡੀ ਵੀਜ਼ਾ ਕਰਨਾ ਚਾਹੋਗੇ? ਹਾਂਜੀ। ਉਹ ਕਿਉਂ? ਨਹੀਂ ਸਰ, ਉਹਨਾਂ ਨੇ UK USA ਸੈਟਲ ਹੋਣਾ ਆ ਕੇ ਜੀ। ਹਾਂ ਤੇ ਉਹਦੇ ਅੱਜ ਵੀ ਭਾਜੀ ਜੇਕਰ ਹਸਬੈਂਡ ਵਾਈਫ ਹੈ, ਜਿਹੜਾ ਮੁੰਡਾ ਡਿਪੈਂਡੈਂਟ ਤੇ ਹੈ ਉਹ ਅੱਜ ਵੀ ਜਿਹੜਾ ਵਾ ਕਿ ਵੀ ਉਹ ਟੂਰਿਸਟ ਵੀਜ਼ਾ ਅਪਲਾਈ ਕਰ ਹੀ ਸਕਦਾ ਹੈ, ਉਹਦੇ ਨਾਲ ਉਹਦੀ ਵਾਈਫ ਦਾ ਵੀ ਮਿਲ ਸਕਦਾ ਹੈ। ਤੇ ਜੇਕਰ ਤੁਸੀਂ ਕਹਿੰਦੇ ਹੋ ਪੜ੍ਹਾਈ ਖਤਮ ਕਰਕੇ ਸਟੂਡੈਂਟ ਵੀਜ਼ਾ, ਮੈਂ ਰਿਕਮੈਂਡ ਨਹੀਂ ਕਰਾਂਗਾ। ਮੈਂ ਇਹ ਕਹਾਂਗਾ ਕਿ ਵੀ ਜਦੋਂ ਪੜ੍ਹਾਈ ਖਤਮ ਹੋ ਜਾਂਦੀ ਹੈ 2 ਸਾਲ ਦਾ UK 'ਚ ਵਰਕ ਪਰਮਿਟ ਲੈ ਕਰਕੇ, ਜਦੋਂ ਵਰਕ ਪਰਮਿਟ ਮਿਲ ਜਾਂਦਾ ਫਿਰ ਤੁਸੀਂ ਵੀਜ਼ਾ ਅਪਲਾਈ ਕਰ ਲਓ ਟੂਰਿਸਟ। ਨਹੀਂ ਸਰ, ਜਿਵੇਂ ਇਹਨਾਂ ਕੋਲ UK ਦਾ ਤੇ ਉਹ ਜੈਨੂਅਨ ਨੇ 1 ਨੰਬਰ ਦੇ ਵਿੱਚ ਹੀ ਨੇ, ਤੇ ਟੂਰਿਸਟ ਵੀਜ਼ਾ ਤੇ ਜ਼ਿਆਦਾ ਚਾਂਸ ਹੋਣਗੇ ਜੀ USA ਹਾਂਜੀ ਦੇ? ਭਾਜੀ, ਸਟੂਡੈਂਟ ਖਤਮ ਹੋ ਗਿਆ ਨਾ, ਹੂੰ। ਉਹਦੇ ਬਾਅਦ 2 ਸਾਲ ਦਾ ਵਰਕ ਪਰਮਿਟ ਮਿਲੇਗਾ ਜੀ। ਜਦੋਂ ਵਰਕ ਪਰਮਿਟ ਮਿਲ ਜਾਏਗਾ ਉਹਦੇ ਬਾਅਦ ਚ ਤੁਸੀਂ USA ਦਾ ਵੀਜ਼ਾ ਅਪਲਾਈ ਕਰੋ, ਚਾਹੇ ਸਟੂਡੈਂਟ ਕਰੋ ਚਾਹੇ ਟੂਰਿਸਟ ਕਰੋ। ਨਹੀਂ ਸਰ, ਜੇ ਆਪਾਂ ਇਹਨਾਂ ਦੇ ਵਿੱਚ ਇਹਨਾਂ ਨੂੰ ਜ਼ਿਆਦਾ ਫਾਇਦਾ ਕਿਸ ਚੀਜ਼ ਦੇ ਵਿੱਚ ਹੈ ਜੀ? ਸੈਟਲ ਹੋਣਾ ਮੇਨ ਮੋਟਿਵ ਤਾਂ ਨਹੀਂ, ਫਾਇਦਾ ਕਿਸ ਚੀਜ਼ ਦਾ ਜੀ? ਨਹੀਂ ਮਤਲਬ ਵੀ ਇਹਨਾਂ ਨੂੰ ਜ਼ਿਆਦਾ ਚਾਂਸ ਕਿਹੜੇ ਤੇ ਜ਼ਿਆਦਾ, ਕਿਹੜਾ ਬੈਨੀਫਿਟ ਜ਼ਿਆਦਾ ਰਹੇਗਾ, ਸਟੂਡੈਂਟ ਜਾਂ ਟੂਰਿਸਟ? ਪਤਾ ਨਹੀਂ ਭਾਜੀ, ਉਹ ਤੇ ਉਹਨਾਂ ਨੂੰ ਹੀ ਪਤਾ ਹੈ ਨਾ ਕਿ ਉਹਨਾਂ ਦਾ ਮਕਸਦ ਕੀ ਹੈ, ਕਿ ਪੜ੍ਹਾਈ ਮਕਸਦ ਹੈ ਕਿ ਸੈਟਲਮੈਂਟ ਮਕਸਦ ਹੈ। ਜੇ ਸੈਟਲਮੈਂਟ ਮਕਸਦ ਹੈ, ਕਾਹਨੂੰ $10,000 ਨੂੰ ਹੋਰ ਅੱਗ ਲਾਉਣੀ ਹੈ? ਫਿਰ ਤੇ ਟੂਰਿਸਟ ਲੈ ਕਰਕੇ ਜੋ ਵੀ ਇਹਨਾਂ ਨੇ ਸਕੀਮ ਲਾਈ ਹੋਣੀ ਹੈ, ਮਤਲਬ ਉਹਦੇ ਉੱਤੇ ਆਪਣਾ ਅੱਗੇ ਜਾ ਕੇ ਸੈਟਲਮੈਂਟ ਲੈਣ। ਨਹੀਂ ਸੈਟਲਮੈਂਟ ਐਸੀ ਵੀ ਜਿਵੇਂ ਜੇ ਮੰਨ ਲਓ 2 ਸਾਲ ਦੀ ਉੱਥੇ ਸਟੱਡੀ ਵੀ ਕਲੀਅਰ ਕਰਦੇ ਨੇ, ਫਿਰ ਅੱਗੇ ਆਪਸ਼ਨ ਹੈਗੀ USA ਦੇ ਵਿੱਚ ਸੈਟਲਮੈਂਟ? ਰੈਲੇਵੈਂਟ ਕੁਐਸਚਨ ਨਹੀਂ ਹੈ ਜੀ ਤੁਹਾਡਾ। ਜਿਨ੍ਹਾਂ ਦਾ ਕੇਸ ਹੈ ਉਹ ਆਪ ਗੱਲ ਕਰ ਲੈਣ, ਉਹਦੇ ਬਾਅਦ ਉਹਨਾਂ ਨੂੰ ਡਿਟੇਲ ਜਾਣਕਾਰੀ ਦੇ ਦਾਂਗੇ। ਸੋ ਪਹਿਲੇ ਹੈ ਕਿ ਵਰਕ ਪਰਮਿਟ ਤੋਂ ਐਡਵਾਈਸ ਮੇਰੀ ਹੈ, ਵਰਕ ਪਰਮਿਟ ਦੇ ਉੱਤੋਂ ਬਾਅਦ ਚੋਂ USA ਦਾ B1 B2 ਵੀਜ਼ਾ ਅਪਲਾਈ ਕਰੋ। ਤੁਸੀਂ ਆਲਰੇਡੀ ਕੰਟਰੀ ਚੋਂ, ਆਪਣੀ ਮੇਨ ਕੰਟਰੀ ਤੋਂ ਉੱਠ ਕੇ, ਤੁਹਾਨੂੰ ਜੋ ਬੋਲਣ ਚੱਲੇ ਇਹਨੂੰ ਧਿਆਨ ਨਾਲ ਸੁਣਨਾ, ਮੇਨ ਕੰਟਰੀ ਤੋਂ ਉੱਠ ਕੇ ਤੁਸੀਂ ਕੰਟਰੀ 'ਚ ਗਏ ਹੋ, ਉੱਥੇ ਪੜ੍ਹਾਈ ਪੂਰੀ ਕਰ ਲਈ, ਵਰਕ ਪਰਮਿਟ ਮਿਲ ਗਿਆ, ਹੁਣ ਕਹਿ ਰਹੇ ਹੋ ਮੈਂ ਦੂਜੀ ਕੰਟਰੀ 'ਚ ਫਿਰ ਪੜ੍ਹਾਈ ਕਰਨ ਚੱਲਿਆ, ਵੀਜ਼ਾ ਮਿਲਣ ਦਾ ਕੋਈ ਮਤਲਬ ਹੀ ਨਹੀਂਗਾ। ਵਰਸਸ
ਮੈਂ ਵਰਕ ਪਰਮਿਟ ਤੇ ਮੈਂ ਯੂਐਸਏ ਘੁੰਮਣ ਲਈ ਜਾਣਾ ਹੈ, ਔਰ ਜੇਕਰ ਘੁੰਮਣ ਲਈ ਜਾਣਾ ਕਿ ਵੀ ਉੱਥੇ ਜਿਹੜੇ ਬੰਦਿਆਂ ਨੇ ਮੈਂ ਸੈਟਲਮੈਂਟ ਜਿਨ੍ਹਾਂ ਨੇ ਮੇਰੀ ਕਰਾਉਣੀ ਹੈ ਆਲਰੇਡੀ ਉਹ ਲਾਈਨਡ ਹੋਣ ਵਰਕ ਪਰਮਿਟ ਦੀ ਉੱਥੇ ਤਿਆਰੀ ਹੋਵੇ ਤੇ ਮੈਨੂੰ ਲੱਗਦਾ ਨਹੀਂ ਕੋਈ ਪ੍ਰੋਬਲਮ ਆ ਸਕਦੀ ਹੈ। ਠੀਕ ਹੈ ਸਰ। ਥੈਂਕ ਯੂ ਜੀ, ਥੈਂਕ ਯੂ, ਓਕੇ ਬਹੁਤ ਧੰਨਵਾਦ ਜੀ। ਥੈਂਕ ਯੂ। ਹਾਂਜੀ ਅਮਨਦੀਪ ਸਿੰਘ ਜੀ। ਅਮਨਦੀਪ ਜੀ, ਅਮਨਦੀਪ ਜੀ ਰਜਿੰਦਰ ਸਿੰਘ ਜੀ, ਰਜਿੰਦਰ ਸਿੰਘ ਜੀ, ਹਰੀਸ਼ ਸੂਦ ਜੀ, ਹਰੀਸ਼ ਸੂਦ ਜੀ। ਹੈਲੋ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਬਹੁਤ ਵਧੀਆ ਪ੍ਰੋਗਰਾਮ ਤੁਸੀਂ ਦਿੰਦੇ ਹੋ। ਹਾਂਜੀ। ਪਿਛਲੇ 1.5 ਸਾਲ ਤੋਂ ਤੁਹਾਡੀ, ਮੈਂ ਕਿਹਾ ਸਰ ਕਾਫੀ ਵਧੀਆ ਪ੍ਰੋਗਰਾਮ ਤੁਸੀਂ ਦਿੰਦੇ ਹੋ। ਪਿਛਲੇ 1.5 ਸਾਲ ਤੋਂ ਤੁਹਾਨੂੰ ਫੋਲੋ ਕਰ ਰਿਹਾ ਮੈਂ। ਤੇ ਇੱਕ ਛੋਟੀ ਜਿਹੀ ਐਡਵਾਈਸ ਆ ਬ੍ਰਦਰ। ਮੈਂ ਐਕਚੁਅਲੀ ਯੂਕੇ ਰਿਹਾ ਵਾ 15-16 ਸਾਲ, ਤੇ ਦੁਬਾਰਾ ਇੰਡੀਆ ਵਾਪਸ ਆ ਗਿਆ ਸੀ 16 ਸਾਲ ਲਗਾ ਕੇ। ਇੱਕ ਵਾਰ ਬੇਸਿਕਲੀ ਫਸਟ ਰਿਟਰਨ ਹੀ ਸੀ, ਮੈਂ 2001 ਦੇ ਵਿੱਚ ਓਪਨ ਵਰਕ ਪਰਮਿਟ ਤੇ ਗਿਆ ਸੀ, ਫਿਰ ਓਵਰ ਸਟੇ ਹੋ ਗਿਆ ਸੀ। ਇੱਥੇ ਆ ਕੇ ਸਰ ਏਜ ਮੇਰੀ 40 ਹੈ ਜੀ, ਵਾਈਫ ਆ ਮੇਰੀ 32, ਸ਼ੀ ਇਜ਼ ਗ੍ਰੈਜੂਏਟ, ਤੇ ਵੀ ਬੋਥ ਆਰ ਇੰਗਲਿਸ਼ ਫਲੂਐਂਟ ਸਪੀਕਰ। ਪਰ ਹੁਣ ਐਕਚੁਅਲੀ ਸਰ ਸਟੱਡੀ ਜਾਂ ਸੈਟਲਮੈਂਟ ਵੀਜ਼ੇ ਦੇ ਬਾਰੇ ਸੋਚ ਰਹੇ ਹਾਂ, ਕੁਝ ਰਿਕਮੈਂਡੇਸ਼ਨ ਦੇ ਸਕਦੇ ਹੋ? ਵੈਸੇ ਮੈਂ ਵੈਨਸਡੇ ਤੁਹਾਨੂੰ ਮਿਲਣ ਵੀ ਆਉਂਗਾ ਜੀ, ਜੇ ਪੋਸੀਬਲ ਹੈਗਾ ਕੁਝ ਦੱਸ ਸਕਦੇ ਹੋ ਪਲੀਜ਼? ਆਪਣੀ ਪ੍ਰੋਫਾਈਲ ਭਾਜੀ ਲੈਣਾ, ਜੇਕਰ ਤੇ ਕੈਨੇਡਾ ਸੈਟਲਮੈਂਟ ਚਾਹੁੰਦੇ ਹੋ ਤੇ ਕੈਨੇਡਾ ਸੈਟਲਮੈਂਟ ਵਾਸਤੇ ਮੇਰੇ ਕੋਲ ਬਹੁਤ ਸਾਰੀਆਂ ਆਪਸ਼ਨਸ ਹੈ। ਮੈਂ ਮਾਰਚ ਔਨਵਰਡ ਜਿਹੜਾ ਵਾ ਉਹਨਾਂ ਦੇ ਉੱਤੇ, ਮਤਲਬ ਜਿੱਦਾਂ ਹੁਣ ਰੋਹਿਤ ਮੇਰੇ ਨਾਲ ਹੈ, ਰੋਹਿਤ ਵਿਲ ਬੀ ਟੇਕਿੰਗ ਕੇਅਰ ਆਫ ਆਲ ਦਾ ਸਟੂਡੈਂਟ ਐਪਲੀਕੇਸ਼ਨਸ ਐਂਡ ਕੈਨੇਡਾ ਦੀਆਂ ਕੁਝ ਐਪਲੀਕੇਸ਼ਨਸ ਔਨ ਦਾ ਟੌਪ ਆਫ ਦੈਟ ਯੂਕੇ ਦੀਆਂ ਕੁਝ ਐਪਲੀਕੇਸ਼ਨ, ਮੈਜੋਰਿਟੀ ਸੈਟਲਮੈਂਟ ਵੀਜ਼ਾ ਜਿਹੜੇ ਬਿਜ਼ਨਸ ਇਨਵੈਸਟਰਸ ਹੈ ਕਿ ਜੀ ਬਾਹਰ ਦੇ ਮੁਲਕਾਂ ਵਿੱਚ ਫੁੱਲ ਫੈਮਿਲੀ ਦੇ ਨਾਲ ਇਨਵੈਸਟ ਕਰਨਾ ਚਾਹੁੰਦੇ ਹਨ। ਸੋ ਆਈ ਵਿਲ ਬੀ ਸਟਾਰਟ ਟੇਕਿੰਗ ਕੇਅਰ ਆਫ ਦੋਸ ਐਪਲੀਕੇਸ਼ਨ ਫਰੋਮ ਮਾਰਚ ਆਨਵਰਡਸ। ਸੋ ਤੁਸੀਂ ਮੈਨੂੰ ਬੁੱਧਵਾਰ ਨੂੰ ਮਿਲ ਵੀ ਸਕਦੇ ਹੋ, ਆਪਾਂ 15 ਮਿੰਟ ਬੈਠ ਕੇ ਡਿਸਕਸ਼ਨ ਕਰ ਵੀ ਸਕਦੇ ਹੋ। ਠੀਕ ਹੈ ਸਰ। ਬੁੱਧਵਾਰ ਸਰ ਆਪਣਾ ਗ੍ਰੈਂਡ ਹਾਂਜੀ ਬੁੱਧਵਾਰ ਨੂੰ ਮੈਂ ਲੁਧਿਆਣੇ ਆ ਬ੍ਰਦਰ। ਗ੍ਰੈਂਡ ਵਾਕ ਦੇ ਵਿੱਚ ਨਾ ਸਰ? ਹਾਂਜੀ ਗ੍ਰੈਂਡ ਵਾਕ 6ਵੇਂ ਫਲੋਰ। from 9 AM ਮੈਂ 9:30 ਪਹੁੰਚ ਜਾਗਾ ਬ੍ਰਦਰ ਉੱਥੇ। ਠੀਕ ਹੈ ਸਰ, ਥੈਂਕ ਯੂ ਸੋ ਮਚ ਜੀ। ਅੰकुश ਬਾਂਸਲ ਜੀ। अंकुश बांसल जी। हेलो। हाँ जी, सत श्री अकाल सर जी। सत श्री अकाल जी। सर मेरी ना फाइल लॉन्च हुई थी नवंबर में। अच्छा जी। उसका कोई रिजल्ट ही नहीं है कनाडा का, मतलब जैसे वेबसाइट पे करते हैं 60 डेज में आ जाएगा रिजल्ट, तो अब तक कोई रिजल्ट ही नहीं आया कनाडा। कौन सी वेबसाइट पे लिखा है जी 60 डेज में रिजल्ट आ जाएगा? पहले वो वेबसाइट का लिंक बताओ। नहीं सर, जैसे आया लिखा हुआ था कि भी गूगल सर्च किया था ना, तो कह रहे 60 डेज के अंदर अंदर तो रिजल्ट आ जाएगा। भाई मैं भी तो वही पूछ रहा हूँ मेरे बांसल साहब कि कहाँ लिखा है, मुझे भी लिंक भेजो। मैं जहां पढ़ता हूँ वहां लिखा, वहां जहां मैं पढ़ता हूँ वहां लिख रहे हैं 12 हफ्ते 16 हफ्ते। एनीवेज, तो कनाडा का आपने वीजा अप्लाई किया, जनवरी में आपका कॉलेज एक्टिव हुआ, उसके बाद में सारी प्रोसेसिंग वगैरह शुरू हुई है। ठीक है, तो आप 31 मार्च तक एक्सपेक्ट कर सकते हैं अपना रिजल्ट। आप मुझे ये बताइए आपके बायोमेट्रिक वगैरह हुए हुए? हाँ जी सर, मेरी रिफ्यूजल है पहले 2 बारी 3 बारी रिफ्यूजल आपसे मिला हूँ सर। तो फिर आप सिर्फ और सिर्फ भगवान के आगे हाथ बांध के अरदास करें। कोई बात नहीं, अगर कोई न्यूज नहीं आ रही तो नो न्यूज इज ऑलवेज अ गुड न्यूज, गोरे ऐसा बोलते हैं। तो लेकिन मैं समझता हूं कि आपको चिंता बढ़ती जा रही है कि जब कोई खबर नहीं आती। तो आगे ये मुझे जो मेरा अपना एक्सपीरियंस है, मेरे अपना एक्सपीरियंस ये कहता है कि बिफोर 31st ऑफ मार्च यू शुड गेट अ रिजल्ट। ठीक है सर जी, थैंक यू ब्रदर, थैंक यू। मनदीप सिंह जी। हेलो जी। हाँ जी मनदीप जी। गुड आफ्टरनून सर। हाँ जी, वेरी गुड आफ्टरनून जी। सर मैं ना फाइल लगाई हुई सी। अच्छा जी।
ਤੇ ਸਰ ਜਿੱਦਾਂ ਆਪਾਂ ਨਾ ਯੂਕੇ ਦਾ ਕੀਤਾ ਸੀ, ਵੋਲਵਰਹੈਂਪਟਨ ਨੇ ਰਿਜੈਕਟ ਕਰਤਾ ਸੀ ਓਕੇ ਆਪਣਾ, ਮਤਲਬ ਵੀਜ਼ਾ ਵੀ ਆਇਆ ਹੋਇਆ ਸੀ। ਹਾਂ ਹਾਂ ਤੇ ਸਰ ਹੁਣ ਨਾ ਬੋਲਟਨ ਯੂਨੀਵਰਸਿਟੀ ਤੋਂ ਆਫਰ ਆਇਆ ਹੋਇਆ ਹੈ ਆਪਾਂ ਨੂੰ। ਅੱਛਾ ਤੇ ਸਰ ਵੋਲਵਰਹੈਂਪਟਨ ਵਾਲਿਆਂ ਨੇ ਕਿਹਾ ਕਿ ਸਪਟੈਂਬਰ ਇਨਟੇਕ ਹੀ ਦੇਵਾਂਗੇ ਅਸੀਂ। ਹੂੰ ਸਰ ਹੂੰ। ਆਪਾਂ ਨੂੰ ਬੋਲਟਨ ਯੂਨੀਵਰਸਿਟੀ ਦੇ ਵਿੱਚ ਕਰ ਲੈਣਾ ਚਾਹੀਦਾ ਹੈ ਹੁਣ? ਦੂਜੀ ਯੂਨੀਵਰਸਿਟੀ ਕਰ ਲੈਣਾ ਚਾਹੀਦਾ ਹੈ। ਸਰ ਆਪਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਏਗੀ? ਬਿਲਕੁਲ ਕੋਈ ਪ੍ਰੋਬਲਮ ਨਹੀਂ ਆਉਂਦੀ, ਟਾਈਮ ਬਚਦਾ ਤੇ ਬਿਲਕੁਲ ਕਰਨਾ ਚਾਹੀਦਾ ਹੈ। ਹਾਂਜੀ ਸਰ ਤੇ ਉਹ ਫਿਰ ਕੁਐਸਚਨ ਚੇਂਜ ਹੋ ਜਾਣਗੇ, ਆਪਾਂ ਨੂੰ ਪੁੱਛਣਗੇ ਕਿ ਕਿਉਂ ਤੁਸੀਂ ਚੇਂਜ ਕਰ ਰਹੇ ਹੋ ਉਹ ਯੂਨੀਵਰਸਿਟੀ ਤੁਹਾਨੂੰ ਜਾਂ? ਸਾਰਾ ਤੁਹਾਡਾ ਕਾਉਂਸਲਰ ਤਿਆਰੀ ਕਰਾਏਗਾ ਬੱਚੇ। ਠੀਕ ਹੈ ਸਰ। ਥੈਂਕ ਸਰ ਯੂ। ਕੋਈ ਪ੍ਰੋਬਲਮ ਤਾਂ ਨਹੀਂ ਨਾ ਫਾਈਲ ਆਏਗੀ? ਨੰਬਰ, ਨਹੀਂ ਕੋਈ ਪ੍ਰੋਬਲਮ ਨਹੀਂ ਆਉਂਦੀ ਬੱਚਾ, ਮੈਨੂੰ ਫਾਈਲ ਨੰਬਰ ਦੱਸਿਓ ਆਪਣੀ। ਸਰ 72 ਜੀ 01123। ਮੈਂ ਵੈਸੇ ਵੀ ਪਟਿਆਲੇ ਜਿਹੜਾ ਵਾ ਨਾ ਵੀਰਵਾਰ ਨੂੰ ਆਣਾ, ਮੈਨੂੰ ਮਿਲ ਜ਼ਰੂਰ ਲਈ, ਮੈਂ ਔਰ ਰੋਹਿਤ ਦੋਵਾਂ ਨੇ ਉੱਥੇ ਹੋਣਾ। ਓਕੇ ਸਰ, ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਮਚ ਸਰ। ਥੈਂਕ ਯੂ। ਮਨੀਸ਼ਾ ਸ਼ਰਮਾ ਜੀ, ਮਨੀਸ਼ਾ ਸ਼ਰਮਾ ਜੀ, ਮਨਦੀਪ ਸਿੰਘ ਜੀ, ਹੈਲੋ ਸਰ, ਹੋ ਗਈ ਗੱਲ ਤੁਹਾਡੇ ਨਾਲ? ਅੱਛਾ ਜੀ ਠੀਕ ਹੈ ਜੀ, ਠੀਕ ਹੈ ਜੀ। ਅਮਨ ਮਨਪ੍ਰੀਤ ਕੌਰ ਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਆਪਣੀ ਮਤਲਬ ਫਾਈਲ ਬਾਰੇ ਪੁੱਛਣਾ ਸੀ, ਮੈਨੂੰ ਉਤਰਾ ਕੋਈ ਡਾਊਟ ਨਹੀਂ ਆ, ਮੈਂ ਵੈਬੀਨਾਰ ਸਾਰੇ ਅਟੈਂਡ ਕਰੇ ਆ ਤੁਹਾਡੇ। ਕੀ ਪੁੱਛਣਾ ਜੀ? ਸਰ 15 ਜਨਵਰੀ ਦੀ ਲੌਂਚ ਕੀਤੀ ਆ ਫਾਈਲ ਤੇ ਅਜੇ ਤੱਕ ਮਤਲਬ ਰਿਜ਼ਲਟ ਨਹੀਂ ਆਇਆ ਕੋਈ। ਕੈਨੇਡਾ ਕੈਨੇਡਾ ਹਾਂਜੀ ਸਰ, ਹਾਂਜੀ 31 ਮਾਰਚ ਤੱਕ ਐਕਸਪੈਕਟ ਕਰੋ। ਇਹ ਆਪਣਾ ਫਾਈਲ ਨੰਬਰ ਬੋਲਿਓ। 11200 ਹਾਂਜੀ 215। 215 ਅੰਮ੍ਰਿਤਸਰੋਂ ਤੁਸੀਂ ਕੀਤੀ ਹੋਈ ਹੈ, ਜਨਵਰੀ ਦੀ ਤੁਹਾਡੀ ਫਾਈਲ ਲੌਂਚਡ ਹੈ ਐਂਡ ਤੁਹਾਡੇ ਬਾਇਓਮੈਟ੍ਰਿਕ ਹੋਏ ਮਨਪ੍ਰੀਤ? ਹਾਂਜੀ ਸਰ, ਸਭ ਕੁਝ ਡਨ ਆ। ਡਨ ਹੈ, ਸੋ 31 ਮਾਰਚ ਤੱਕ ਐਕਸਪੈਕਟ ਕਰੋ। ਤੁਹਾਡਾ ਮਤਲਬ ਪ੍ਰੀਵੀਅਸਲੀ ਰਿਫਿਊਜ਼ ਸੀਗਾ, ਮਤਲਬ ਕਿ ਮਤਲਬ ਹੁਣ ਨਵੇਂ ਬਾਇਓਮੈਟ੍ਰਿਕ? ਹਾਂਜੀ ਸਰ, ਓਕੇ ਇੱਕ ਵਾਰ ਚੈੱਕ ਕਰ ਲਾ ਰੋਹਿਤ, ਇਹਨਾਂ ਦਾ ਮੈਡੀਕਲ ਨਾ ਐਕਸਪਾਇਰ ਹੁੰਦਾ ਹੋਵੇ ਜਾਂ ਆਇਲਸ ਕੋਲ ਤੱਕ ਵੈਲਿਡ ਹੋ, ਚੈੱਕ ਕਰਕੇ ਕਾਲ ਕਰ ਦੇ। ਸੋ ਰੋਹਿਤ ਵਿਲ ਗਿਵ ਯੂ ਅ ਕਾਲ ਇਨ ਨੈਕਸਟ 30-40 ਮਿੰਟਸ, ਠੀਕ ਹੈ? ਓਕੇ ਸਰ, ਥੈਂਕ ਯੂ। ਹਰਜੀਤ ਸਿੰਘ ਜੀ, ਹੈਲੋ ਹਾਂਜੀ ਜੀ ਸਰ। ਸੋ ਜੀ ਹਾਂਜੀ ਸਰ, ਮੈਂ ਨਾ ਪੁੱਛਣਾ ਸੀ ਸਰ, ਮੇਰੀ ਨਾ ਪਹਿਲਾਂ ਫਾਈਲ ਰਿਫਿਊਜ਼ਡ ਆ ਕੈਨੇਡਾ ਅੱਛਾ ਤੋਂ, ਠੀਕ ਹੈ। ਤੇ ਸਰ ਮੇਰੇ ਬੈਂਡ ਵੀ ਸਰ 6 ਚ ਆ, ਅੱਛਾ ਜੀ ਤੇ ਸਰ ਪਤਾ ਨਹੀਂ ਲੱਗਦਾ ਪਿਆ ਰੀਜ਼ਨ ਕੀ ਆ, ਮਤਲਬ ਕਿਉਂ ਰਿਫਿਊਜ਼ ਹੋ ਰਹੀ ਆ। ਓਕੇ ਕੋਈ ਗੱਲ ਨਹੀਂ। ਕੀ ਆਪਣੀ ਪ੍ਰੋਫਾਈਲ ਕੀ ਹੈ ਮੇਰਾ ਵੀ? ਸਰ ਮੈਂ ਡਿਪਲੋਮਾ ਕੀਤਾ ਆਫਟਰ 10th ਸਿਵਲ ਇੰਜੀਨੀਅਰਿੰਗ ਚ। ਡਿਪਲੋਮਾ ਕੀਤਾ ਆਫਟਰ 10th ਸਿਵਲ ਇੰਜੀਨੀਅਰਿੰਗ, ਕਿਹੜੇ ਸਾਲ ਚ? ਸਰ 17 ਚ ਕੀਤਾ। ਉਹਦੇ ਬਾਅਦ ਚੋਂ ਕੀ ਕੀਤਾ? ਤੇ ਉਸ ਤੋਂ ਬਾਅਦ 1 ਸਾਲ ਦੀ ਟ੍ਰੇਨਿੰਗ ਆ ਤੇ ਸਾਲ ਦਾ ਵਰਕ ਐਕਸਪੀਰੀਅੰਸ ਵੀ ਆ। ਕੋਰਸ ਕਿਹੜਾ ਲਿੱਤਾ ਹਾਂਜੀ ਜਦੋਂ ਕੈਨੇਡਾ ਲਈ ਅਪਲਾਈ ਕੀਤਾ? ਕੋਰਸ ਕਿਹੜਾ ਲਿੱਤਾ ਸੋਹਣਾ? ਕੰਸਟਰਕਸ਼ਨ ਇੰਜੀਨੀਅਰਿੰਗ ਟੈਕਨੀਸ਼ੀਅਨ। ਅੱਛਾ ਕਿੰਨੇ ਸਾਲ ਦਾ? ਸਰ 2 ਸਾਲ ਦਾ ਸੀ ਐਡਵਾਂਸ ਡਿਪਲੋਮਾ। ਤਿੰਨੋਂ ਵਾਰੀ ਸੇਮ ਕੋਰਸ ਸੀਗਾ? ਹਾਂਜੀ ਇਹ ਸਰ ਵਿੱਚ ਮੈਂ ਮਤਲਬ ਸੀਗਾ ਰੈਲੀਵੈਂਟ ਹੀ, ਬਟ ਚੇਂਜ ਕੀਤਾ ਸੀ ਮੈਂ ਵਿੱਚ, ਜਿੱਦਾਂ ਵਿੱਚ ਮੈਂ ਡਿਗਰੀ ਲਈ ਸੀ ਸਰ, ਫੇਰ ਵੀ ਨਹੀਂ ਗੱਲ ਬਣੀ ਨਾ। ਅੱਛਾ ਇੱਕ ਮਿੰਟ ਮੇਰਾ ਵੀ ਹਰਜੀਤ ਸਿੰਘ ਜੀ ਸਿਆਣਾ ਜੀ, ਮੈਨੂੰ ਇਹ ਦੱਸੋ ਜਿਹਦਾ ਵਿੱਚ ਤੁਸੀਂ ਕੋਰਸ ਚੇਂਜ ਕੀਤਾ ਉਹ ਕੀ ਕੋਰਸ ਚੇਂਜ ਕੀਤਾ? ਸਰ ਪਹਿਲਾਂ ਕੰਸਟਰਕਸ਼ਨ ਦਾ ਸੀ, ਫਿਰ ਸਿਵਲ ਇੰਜੀਨੀਅਰਿੰਗ ਟੈਕਨੀਸ਼ੀਅਨ ਦਾ ਲਿਆ ਸੀ ਮੈਂ। ਅੱਛਾ ਇੱਕ ਮਿੰਟ, ਪਹਿਲੇ ਕੰਸਟਰਕਸ਼ਨ ਦਾ ਲਿੱਤਾ, ਫਿਰ ਸਿਵਲ ਇੰਜੀਨੀਅਰਿੰਗ ਦਾ ਲੈ ਲਿਆ, ਫਿਰ ਸਰ ਬੈਚਲਰ ਲਈ ਸੀ ਮੈਂ ਡਿਗਰੀ 3 ਸਾਲ ਦੀ ਯਾਰਕਵਿਲੇ ਯੂਨੀਵਰਸਿਟੀ ਚ। ਬਿਜ਼ਨਸ ਮੈਨੇਜਮੈਂਟ ਕੇ ਪ੍ਰੋਜੈਕਟ ਮੈਨੇਜਮੈਂਟ? ਨਹੀਂ ਸਰ ਬੈਚਲਰ ਡਿਗਰੀ ਸੀਗੀ ਸਿਵਲ ਦੀ, ਕੁਛ ਏਦਾਂ ਸੀ ਡਿਜ਼ਾਈਨ, ਕੁਛ ਏਦਾਂ ਸੀ ਬਿਲਡਿੰਗ ਡਿਜ਼ਾਈਨ। ਧੰਨਵਾਦ ਹਰਜੀਤ ਸਿੰਘ ਜੀ। ਜਿਹੜਾ ਰਿਫਿਊਜ਼ਲ ਹੈ ਉਹ ਬਿਲਕੁਲ ਠੀਕ ਆ ਰਿਹਾ, ਕੁਝ ਗਲਤ ਨਹੀਂ ਆ ਰਿਹਾ। ਇਟ ਇਜ਼ ਐਸ ਗੁੱਡ ਐਸ ਭਾ 100 ਰੁਪਇਆ ਦੇਈ, ਨਾਨੀ ਬਿਮਾਰ ਹੈ ਫਿਰ ਮੈਂ ਭਜਾ ਦਿੰਦਾ, ਫਿਰ ਕਹਿੰਦਾ 100 ਰੁਪਇਆ ਦੇਈ ਡੈਡੀ ਬਿਮਾਰ ਹੈ ਫਿਰ ਭਜਾ ਦਿੰਦਾ, ਫਿਰ ਤੀਜੀ 100 ਰੁਪਇਆ ਦੇਈ ਮੇਰੇ ਨਿਆਣੇ ਬਿਮਾਰ ਹੈ, ਮੈਂ ਕਹਿੰਦਾ ਹਰਜੀਤ ਸਿੰਘ ਤੇਰਾ ਵਿਆਹ ਤੇ ਹੋਇਆ ਨਹੀਂ, ਮੈਂ ਕੋਈ ਗੱਲ ਨਹੀਂ, ਨਿਆਣੇ ਹੁੰਦੀ ਵਿਆਹ ਹੋਣਾ ਜ਼ਰੂਰੀ ਥੋੜੀ ਹੈ। ਮਤਲਬ ਸਰ ਇਹੀ ਗੱਲ ਆ ਕਿ ਕਹਿੰਦਾ ਮੈਨੂੰ 100 ਚਾਹੀਦਾ, ਇਹਦੇ ਮੂੰਹ ਚ ਜੋ ਆਂਦਾ ਇਹ ਬੋਲੀ ਜਾਂਦਾ। ਹਾਂਜੀ ਹਾਂਜੀ ਕੋਈ ਸਰ ਗੱਲ ਇਹੀ ਨਹੀਂ। ਆ ਮਤਲਬ ਕਿ ਫਾਈਲ ਰਿਕਾਰਡ ਖਰਾਬ ਹੋ ਗਿਆ ਨਾ। ਕਿਹੜੇ ਸ਼ਹਿਰ ਤੋਂ ਬੋਲਦਾ ਹੈ? ਸਰ ਹੁਸ਼ਿਆਰਪੁਰ ਤੋਂ। ਸੋਮਵਾਰ ਨੂੰ ਕੱਲ ਨੂੰ ਜਲੰਧਰ ਮਿਲਣੀ ਆਪਣੇ ਸਰ ਮੈਂ ਡਾਕੂਮੈਂਟ ਲਈ ਆ ਅਪਾਇੰਟਮੈਂਟ, ਮੈਂ ਲਈ ਆ ਕੱਲ ਦੀ, ਮੈਂ ਬਸ ਠੀਕ ਹੈ, ਕੱਲ ਆ ਜਾ, ਫਿਰ ਕੱਲ ਮਿਲਦੇ ਹਾਂ।
ਠੀਕ ਹੈ ਸਰ। देन जी काका जी, नहीं सॉरी, जसप्रीत कौर जी। जी जसप्रीत जी। हेलो, हाँ जी, सत श्री अकाल सर। सत श्री अकाल जी। हाँ जी सर, मैं पूछना है कि कैन आई अप्लाई टू कनाडा विद पीटी स्कोर? Yes, why not? Sir, I have done masters in 2019 Okay. and afterwards I did PT. And now which course I can apply in Canada? So for that, I need to see all of your documents in details along with the subjects, that what is that subject where you are a top performer, and I will go for the next level of that particular subject in terms of some specialization. And also I will look and I will look in your family background, that what kind of business or the job they are in, and what do you think, what do you want to be in your life, and keeping all the information in mind. Once I have every information on the papers, then I can suggest you that according to your documentation, not as your mind, according to your documentation, this is the best suitable course for you. Okay, sir. Okay. हाँ जी काका जी। हाँ जी काका जी भाजी। हेलो। हाँ जी हाँ जी। की हाल चाल ने सर जी? हेलो। हाँ जी वधिया जी। सर मेरी ना बठिंडा ਤੁਹਾਡੇ ਬਠਿੰਡਾ ਬ੍ਰਾਂਚ ਚੋਂ ਫਾਈਲ ਲਾਂਚ ਹੋਈ ਵੀ ਆ। ਫਾਈਲ ਨੰਬਰ ਹੈਗਾ 32310। ਸਰ ਇੱਕ ਤਾਂ ਮੈਂ ਸਟੇਟਸ ਪਤਾ ਕਰਵਾਉਣਾ ਸੀਗਾ ਵੀ ਕੀ ਸਟੇਟਸ ਆ ਮੇਰੀ ਫਾਈਲ ਦਾ। ਅੱਛਾ ਜੀ। ਤੇ ਸਰ ਇੱਕ ਮੈਨੂੰ ਕੁਐਸਚਨ ਚ ਡਾਊਟ ਸੀਗਾ, ਜੇ ਮੇਰੀ ਇੰਟਰਵਿਊ ਵਗੈਰਾ ਆਉਂਦੀ ਆ, ਮਤਲਬ ਉਹ ਪੁੱਛਦੇ ਆ ਵੀ ਹਾਊ ਯੂ ਪੇਡ ਯੂਅਰ ਫੀਸ। ਉਹ ਪੁੱਛਣਾ ਸਰ ਵੀ ਜਿਵੇਂ ਆਪਾਂ ਨੂੰ ਪਤਾ ਵੀ ਤੁਹਾਨੂੰ ਰੋਹਿਤ ਉਹਨੇ ਕਾਲ ਕਰਕੇ ਆ। ਠੀਕ ਹੈ ਜੀ। मनीषा शर्मा जी, मेरे ख्याल होगी है मनीषा शर्मा जी। हेलो हेलो। हाँ जी मनीषा जी। हाँ जी सर, गुड आफ्टरनून। वेरी गुड आफ्टरनून मनीषा जी, दसो जी। सर एक्चुअली मैं पुछना सीगा ना, मेरी फाइल बठिंडा ब्रांच तो ही लॉन्च हुई हुई आ। फाइल नंबर मैम? सर वो नहीं याद हैगा, मैं ना एक्चुअली बाहर आ ते मैनू याद ही नहीं हैगा की है। मेरी डेट ऑफ बर्थ मैनू याद है, वो तो हो जाऊगा? बोलो। 23/2/2000। ਤੇ ਸਰ ਮੈਂ ਪੁੱਛਣਾ ਆ ਕਿ ਮੇਰੀ ਫਾਈਲ ਦਾ ਕੀ ਆ, ਕਿਉਂਕਿ ਸਰ ਮੈਂ 2 ਵਾਰ ਆਲਰੇਡੀ ਰਿਫਿਊਜ਼ਡ ਆ ਨਾ ਲੈਂਗਰਾ ਕਾਲਜ ਤੋਂ ਵੈਂਕੂਵਰ ਚ। परसों बर्थडे आ गया नाले ਤੁਹਾਡਾ है ना? ਹਾਂਜੀ। वेरी गुड जी। ਤੁਸੀਂ ਫਿਰ ਬਠਿੰਡਾ ਆ ਕੇ ਮਿਲੋ, ਨਾਲ ਤੁਹਾਡਾ ਕੇਕ ਕੱਟਦੇ ਆ ਪਰਸੋਂ ਹੀ। ਸਰ ਮੈਂ ਨਹੀਂ ਸਰ, ਮੈਂ ਬਠਿੰਡਾ ਨਹੀਂ ਆ ਸਕਦੀ, ਮੈਂ ਲੁਧਿਆਣੇ ਤੋਂ ਆ। ਮੇਰੇ ਬ੍ਰਦਰ ਨੇ ਲਗਵਾਈ ਆ ਮੇਰੀ ਫਾਈਲ ਉੱਤੇ। ਚਲੋ ਕੋਈ ਪ੍ਰੋਬਲਮ ਨਹੀਂ ਹੈ ਮਨੀਸ਼ਾ ਜੀ। ਹੁਣੇ ਰੋਹਿਤ ਤੁਹਾਨੂੰ ਅੱਧੇ ਘੰਟੇ ਤੱਕ ਨਾ ਤੁਹਾਨੂੰ ਤੁਹਾਡਾ ਫਾਈਲ ਨੰਬਰ ਦੱਸਾ, ਐਂਡ ਇੱਕ ਕੰਮ ਕਰੋ, ਮੈਸੇਜ ਬਾਕਸ ਆਪਣਾ ਟੈਲੀਫੋਨ ਨੰਬਰ ਜ਼ਰੂਰ ਲਿਖੋ। ਠੀਕ ਆ ਸਰ, ਮੈਂ ਲਿਖਦਾ? ਹਾਂ ਮੈਸੇਜ ਬਾਕਸ ਚ ਆਪਣਾ ਟੈਲੀਫੋਨ ਨੰਬਰ ਲਿਖੋ। ਠੀਕ, ਮੈਂ ਲਿਖਦੀ ਹਾਂ। ਥੈਂਕ ਯੂ। ਹਾਂਜੀ ਅਮਨਦੀਪ ਸਿੰਘ ਜੀ। ਅਮਨਦੀਪ ਸਿੰਘ ਜੀ। ਹੈਲੋ। ਹਾਂਜੀ ਸਰ ਮੈਂ ਫਾਈਲ ਲਗਾਈ ਸੀ ਤੁਹਾਡੇ ਥਰੂ 2014 ਦੇ ਵਿੱਚ, ਪਹਿਲੇ ਆਸਟ੍ਰੇਲੀਆ ਦੀ। ਅੱਛਾ ਜੀ। ਸਰ ਉਦੋਂ ਰਿਫਿਊਜ਼ਲ ਸੀਗੀ ਮੇਰੇ। ਅੱਛਾ ਜੀ। ਤੇ ਉਹਦੇ ਬਾਅਦ ਫਿਰ ਮਤਲਬ ਮੈਂ ਗ੍ਰੈਜੂਏਸ਼ਨ ਕੰਪਲੀਟ ਕਰੀ 2018 ਦੇ ਵਿੱਚ। ਅੱਛਾ ਜੀ। ਤੇ 18 ਜੂਨ ਦੇ ਵਿੱਚ ਹੋਈ ਸੀ। ਫਿਰ ਹੁਣ ਕੈਨੇਡਾ ਦੀ ਲਗਾਈ ਸੀ ਫਾਈਲ, ਤੇ 3 ਟਾਈਮ ਰਿਫਿਊਜ਼ਲ ਹੈ ਸੇਮ ਰੀਜ਼ਨ ਦੇ ਨਾਲ। ਅੱਛਾ ਜੀ, 3 ਵਾਰੀ ਕੈਨੇਡਾ, 3 ਵਾਰੀ ਆਸਟ੍ਰੇਲੀਆ? ਨਹੀਂ 3 ਵਾਰੀ ਕੈਨੇਡਾ ਦੀ ਹੈ। ਅੱਛਾ ਜੀ। ਸੇਮ ਰੀਜ਼ਨ ਦੇ ਨਾਲ ਹੈ। ਮੈਂ ਤੁਹਾਡੇ ਨਾਲ ਮਿਲਿਆ ਵੀ ਸੀ ਮੈਂ ਆ ਕੇ ਉੱਥੇ। ਅੱਛਾ ਜੀ। ਉਦੋਂ ਥੋੜੀ ਬਹੁਤੀ ਗੱਲਬਾਤ ਨਹੀਂ ਹੋਈ ਸੀ, ਤੇ ਮੈਂ ਵੈਬੀਨਾਰ ਵੀ ਕਾਫੀ ਅਟੈਂਡ ਕੀਤੇ। ਤੇ ਹੁਣ ਮੈਨੂੰ ਦੱਸੋ ਵੀ ਕਿ ਮੇਰਾ ਕੇਸ ਰੀਅਪਲਾਈ ਹੋ ਸਕਦਾ ਕੈਨੇਡਾ ਵਾਸਤੇ? ਜਿੰਨੀ ਵਾਰੀ ਤੁਸੀਂ ਮਿਲੇ ਤੁਹਾਨੂੰ ਸੇਮ ਹੀ ਆਨਸਰ ਦਿੱਤਾ ਹੋਣਾ ਕਿ ਹਾਂਜੀ ਹੋ ਸਕਦਾ। ਹੁਣ ਤੁਹਾਡੇ ਤੇ ਹੈ ਨਾ ਕਿ ਤੁਸੀਂ ਕਦੋਂ ਅਪਲਾਈ ਕਰਨਾ ਹੈ। ਠੀਕ ਹੈ ਸਰ, ਜਿਹੜੀ ਮਤਲਬ 1/5.5 ਹੈ, ਮਤਲਬ ਉਹਦੇ ਨਾਲ ਵੀ ਹੋ ਸਕਦਾ ਕਿ? ਹਾਂਜੀ ਭਾਜੀ, ਉਹ ਤੁਹਾਡੇ ਆਪਣੇ ਮਨਾਂ ਦੇ ਵਹਿਮ ਹੁੰਦੇ ਆ ਕਿ 1/5 ਹੈ ਤੇ ਮੇਰਾ ਇਦਾਂ ਹੋਏਗਾ ਤੇ ਉਦਾਂ ਹੋਏਗਾ। ਤੁਸੀਂ ਆਇਲਸ ਦਾ ਸਰਟੀਫਿਕੇਟ ਮਾੜਾ ਜਿਹਾ ਪਲਟਾ ਕੇ ਦੇਖੋ, ਉਹ ਚ ਅੱਧੇ ਬੈਂਡ ਦੀ ਕੋਈ ਗੱਲ ਹੀ ਨਹੀਂ ਕੀਤੀ ਹੋਈ। ਦੱਸਿਆ ਹੈ ਕਿ 1 ਬੈਂਡ 2 ਬੈਂਡ 3 4 5 6 7 8 9। ਇਹਦਾ ਮਤਲਬ ਕੀ ਹੈ? ਜਿਹੜਾ ਹਾਫ ਅੱਧਾ ਬੈਂਡ ਰਹਿ ਜਾਂਦਾ ਨਾ, ਉਹ ਕੈਲਕੂਲੇਸ਼ਨ ਕਰਕੇ ਹੁੰਦਾ। ਅਦਰਵਾਈਜ਼ ਉਹ ਚ ਕੀ ਹੈ ਤੇ ਕੀ ਨਹੀਂ ਹੈ, ਮਤਲਬ ਕੋਈ ਏਡਾ ਲੰਬਾ ਚੌੜਾ ਰੈਲੇਵੈਂਸ ਨਹੀਂ ਹੈ।
ਕੁਝ ਨਹੀਂ ਸੁਣ ਰਿਹਾ ਵੀਰ, ਡਾਕੂਮੈਂਟ ਵਗੈਰਾ ਦੇ ਕੇ ਆਇਆ ਸੀ। ਕੁਝ ਨਹੀਂ ਸੁਣਿਆ, Hello? ਦੁਬਾਰਾ ਸੁਣਨਾ ਪੈਣਾ। ਸਰ ਮੈਂ ਨੇਹਾ ਮੈਡਮ ਦੇ ਨਾਲ ਨਾ ਮਤਲਬ ਮੇਰੀ ਗੱਲ ਹੁੰਦੀ ਸੀਗੀ ਤੁਹਾਡੇ ਆਫਿਸ ਵਿੱਚ ਜਲੰਧਰ। ਓਕੇ, ਹਾਂਜੀ ਹੈਲੋ। ਹਾਂਜੀ ਤੇ ਭਾਜੀ। ਉਹਨਾਂ ਨਾਲ ਸਰ ਮਤਲਬ ਮੁੜ ਕੇ ਸ਼ਾਇਦ ਉਹਨਾਂ ਨੇ ਫੋਨ ਹੀ ਬੰਦ ਕਰ ਦਿੱਤਾ ਹੋਇਆ ਨਾ, ਭਾਜੀ ਆਈ ਐਮ ਨਾਟ ਅਵੇਅਰ ਆਫ ਇਟ। ਆਪਣਾ ਆਫਿਸ ਵਿੱਚ ਸਵਾਲ ਨਹੀਂ ਹੈਗੇ ਸ਼ਾਇਦ, ਉਹਨਾਂ ਨਾਲ ਮੇਰੀ ਗੱਲ ਹੁੰਦੀ ਸੀ 2 ਮਹੀਨੇ ਪਹਿਲੇ। ਭਾਜੀ ਮੇਰੇ ਸਵਾਲ ਕੀ ਹੈ ਤੁਹਾਡਾ? ਮੈਂ ਦੁਬਾਰਾ ਕੇਸ ਅਪਲਾਈ ਕਰਨ ਦੇ ਮਤਲਬ ਕਿ ਐਲੀਜੀਬਿਲਿਟੀ ਹੈ, ਮਤਲਬ ਮੇਰਾ ਹੋ ਸਕਦਾ ਕੇਸ ਅਪਲਾਈ ਦੁਬਾਰਾ ਭਾਜੀ ਕਿ ਤੁਸੀਂ ਨਹੀਂ? 10 ਵਾਰੀ ਥੋੜਾ ਡਾਊਟ ਹੈਗਾ ਭਾਜੀ, ਇਹ ਡਾਊਟ ਤੁਹਾਡਾ ਮੈਂ ਕਦੀ ਨਹੀਂ ਕਲੀਅਰ ਕਰ ਸਕਦਾ। ਤੁਸੀਂ 10 ਵਾਰੀ ਗੱਲ ਕੀਤੀ, 10 ਵਾਰੀ ਇਹੀ ਆਨਸਰ ਹੈ। ਅਪਲਾਈ ਕਰੋਗੇ ਤੇ ਹੀ ਪਤਾ ਲੱਗੇਗਾ, ਘਰੇ ਬੈਠ ਕੇ ਤੇ ਨਹੀਂ ਹੋਣਾ। ਥੈਂਕ ਯੂ। ਦ ਨੈਕਸਟ ਇਜ਼ ਦੀਪਕ ਰਾਣਾ ਜੀ। ਦਿਨੇਸ਼ ਰਾਣਾ, ਮਾਈ ਮਿਸਟੇਕ। ਹਾਂਜੀ 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 ਸਰ, ਗੁੱਡ ਆਫਟਰਨੂਨ। ਹਾਂਜੀ ਹਾਂਜੀ, ਆਫਟਰਨੂਨ ਜੀ। ਸਰ ਮੈਂ ਇੱਕ ਤਾਂ ਆਪਣੀ ਫਾਈਲ ਬਾਰੇ ਪੁੱਛਣਾ ਸੀਗਾ ਵੀ ਮਤਲਬ ਸਤੰਬਰ ਤੋਂ ਮੇਰੀ ਫਾਈਲ ਲੱਗੀ ਹੋਈ ਆ, ਵੀ ਹੁਣ ਕੀ ਸਟੇਟਸ ਹੈ ਉਹਦਾ? ਫਾਈਲ ਨੰਬਰ ਦੱਸੋ ਨਾ ਭਾਜੀ, ਮੈਂ ਇਦਾਂ ਤੁਹਾਡਾ ਨਾਮ ਪੜ੍ਹ ਕੇ ਕੀ ਬੋਲ ਸਕਦਾ? ਹਾਂਜੀ 620 ਜੀ 6522। ਹਾਂਜੀ ਭਾਜੀ, ਤੁਸੀਂ ਲਾਸਟ ਕੀ ਸਟੇਟਸ ਤੁਹਾਨੂੰ ਆਫਿਸ ਵਾਲਿਆਂ ਨੇ ਦੱਸਿਆ ਜੀ? ਸਰ ਮੇਰੀ ਲਾਸਟ 9 ਫੈਬ ਨੂੰ ਬਾਇਓਮੈਟ੍ਰਿਕ ਹੋਈ ਹੈ, ਤਾਂ ਮੈਂ ਇਹ ਪੁੱਛਣਾ ਸੀ ਵੀ ਮਤਲਬ ਹੁਣ ਕਿੰਨਾ ਕੁ ਟਾਈਮ ਹੋਰ ਲੱਗੇਗਾ? ਸ਼ਾਂਤੀ ਰੱਖੋ ਭਾਜੀ, 31 ਮਾਰਚ ਤੋਂ ਪਹਿਲੇ ਤੱਕ ਕੋਈ ਵੀ ਮੂਵਮੈਂਟ ਨਹੀਂ ਹੋਏਗੀ। ਜੇ ਹੋਗੀ ਤਾਂ ਬਹੁਤ ਕਿਸਮਤ ਦੇ ਧਨੀ ਹੋਵੋਗੇ, ਕਿਉਂਕਿ ਜਦੋਂ ਤੁਸੀਂ ਬਾਇਓਮੈਟ੍ਰਿਕ ਦੇ ਕੇ ਆਉਂਦੇ ਹੋ 4 ਤੋਂ 8 ਹਫ਼ਤੇ ਘੱਟੋ ਘੱਟ ਜਿਹੜਾ ਵਾ ਉਹਨਾਂ ਨੇ ਟਾਈਮ ਲਗਾਉਣਾ ਹੈ ਤੁਹਾਡੇ ਕੇਸ ਤੇ। ਤੇ ਸਰ ਮੈਂ ਹੈਲੋ ਹਾਂਜੀ ਹਾਂਜੀ ਸਰ, ਜਿਹੜੀ ਮੈਂ ਨਾ ਲਾਸਟ ਵੀਕਐਂਡ ਸੈਮੀਨਾਰ ਨਹੀਂ ਅਟੈਂਡ ਕੀਤਾ, ਮੈਂ ਇਹ ਪੁੱਛਣਾ ਸੀਗਾ ਵੀ ਮਤਲਬ ਹੋਰ ਬੱਚਿਆਂ ਨੂੰ ਵੀ ਕਾਲ ਆਏ ਆ ਐਮਬੈਸੀ ਤੋਂ? ਨਹੀਂ ਭਾਜੀ, ਨਹੀਂ ਆਈ ਜੀ, ਸਾਡੇ ਕਿਸੇ ਬੱਚੇ ਨੂੰ call ਨਹੀਂ ਆਈ ਜੀ। ਓਕੇ ਸਰ। ਦੀਪਕ ਕਲਿਆਣ ਜੀ। ਦੀਪਕ ਕਲਿਆਣ ਜੀ, ਗੁੱਡ ਆਫਟਰਨੂਨ ਸਰ। ਵੈਰੀ ਗੁੱਡ ਆਫਟਰਨੂਨ ਜੀ। ਦਿਨੇਸ਼ ਰਾਣਾ ਕੱਟ ਦਿਓ ਜੀ, कहता ਹਾਂਜੀ ਦੱਸੋ ਜੀ। सर मेरी 6 फेब को पीपीआर आई थी, अच्छा जी। तो मेरे को 8 फेब को बताया गया था। तो अच्छा सर जी। कोई मेरे को बता ही नहीं रहा कि मेरा पासपोर्ट स्टैंप हो चुका है नहीं ਚੱਲ हो ਕੋਈ ਨਹੀਂ चुका है, ਮੇਰਾ सर कोई ਭਰਾ, नहीं। ਸ਼ਾਂਤੀ ਰੱਖ, ਕੋਈ ਨਹੀਂ। ਅਸੀਂ ਤੇਰੇ ਕੋਲ ਪੈਸੇ ਲੈਣੇ ਆ, ਅਸੀਂ ਆਪ ਫੋਨ ਕਰਕੇ ਦੱਸਾਂਗੇ ਜਦੋਂ ਪਾਸਪੋਰਟ ਆ ਜਾਏਗਾ। ਅਸੀਂ ਰੋਜ਼ ਰੋਜ਼ ਫੋਨ ਨਹੀਂ ਕਰ ਸਕਦੇ। ਅੱਜ ਜੀ ਕੋਰੀਅਰ ਚੱਲ ਪਿਆ ਜੀ, ਅੱਜ ਐਮਬੈਸੀ ਇਹ ਕਹਿ ਰਹੀ, ਉਹ ਕਰੀਏ, ਉਹਨਾਂ ਨੇ ਪਾਸਪੋਰਟ ਰਿਕੁਐਸਟ ਆ ਗਈ, ਪਤਾ ਲੱਗ ਗਿਆ ਤੁਹਾਨੂੰ। ਜਿਸ ਦਿਨ ਹੁਣ ਪਾਸਪੋਰਟ ਸਟੈਂਪ ਹੋ ਕੇ ਆਏਗਾ ਉਸ ਦਿਨ ਤੁਹਾਨੂੰ ਫੋਨ ਆਏਗਾ। ਉਦੋਂ ਤੱਕ ਪੇਸ਼ੈਂਸ ਰੱਖੋ। ਇੰਨਾ ਰੱਬ ਦਾ ਸ਼ੁਕਰ ਕਰੋ ਕਿ ਉਹ ਲੋਕਾਂ ਨਾਲੋਂ ਵਧੀਆ ਹੋ ਜਿਨ੍ਹਾਂ ਦੇ ਅਜੇ ਤੱਕ ਪਾਸਪੋਰਟ ਰਿਕੁਐਸਟ ਨਹੀਂ ਆਈ। ਠੀਕ ਹੈ? हाँ जी सर। हाँ, और सर एक ਐਂਡ ਆਪਣਾ ਕੰਪਲੇਨਿੰਗ ਮੋਡ ਸਵਿਚ ਆਫ ਕਰ ਲਓ। ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਜਾਓਗੇ। ਪਾਸਪੋਰਟ ਰਿਕੁਐਸਟ ਆਉਣ ਤੋਂ ਬਾਅਦ ਵੀ ਮੈਨੂੰ ਕੋਈ ਇਹ ਨਹੀਂ ਦੱਸ ਰਿਹਾ, ਮੈਨੂੰ ਕੋਈ ਉਹ ਨਹੀਂ ਦੱਸ ਰਿਹਾ, ਤੇ ਉਹ ਬੜੀ ਮਾੜੀ ਗੱਲ ਹੈ ਤੁਹਾਡੇ ਵਾਸਤੇ। ठीक है सर। ਨੈਕਸਟ ਇਜ਼ ਜਗਜੀਤ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਵੀਰ ਜੀ। ਸਰ ਐਜ਼ ਲਾਸਟ ਵੈਬਿਨਾਰ 'ਚ ਆਪਣੀ ਗੱਲ ਹੋਈ ਸੀ ਨਾ ਐਸਓਪੀ ਦੇ ਰਿਲੇਟਡ, ਮੈਂ ਰਵਨੀਤ ਸਰ ਨੂੰ ਜਲੰਧਰ ਬ੍ਰਾਂਚ 'ਚੋਂ ਫੋਨ ਕੀਤਾ ਸੀ, ਉਹ ਕਹਿੰਦੇ ਕਿ ਐਸਓਪੀ ਲੱਗੀ ਨਹੀਂ ਹੋਈ ਫਾਈਲ। ਠੀਕ ਹੈ ਜੀ। ਵਿਦਾਊਟ ਐਸਓਪੀ ਆਪਾਂ ਫਾਈਲ ਲਾਂਚ ਕਰ ਸਕਦੇ ਹਾਂ ਸਰ? ਹਾਂਜੀ ਭਾਜੀ, ਐਸਓਪੀ ਤੇ ਆਪਣੀ ਮਰਜ਼ੀ ਹੁੰਦੀ ਹੈ, ਡਿਪੈਂਡ ਕਰਦਾ ਕੇਸ ਟੂ ਕੇਸ। ਤੇ ਫਾਈਲ ਨੰਬਰ ਹੈਗਾ ਸਰ 62000846 ਤੇ ਸਟੇਟਸ ਪੁੱਛਣਾ ਹੈ ਸਰ ਫਾਈਲ ਦਾ। ਭਾਜੀ ਲਾਸਟ ਕੀ ਸਟੇਟਸ ਵੀਰ ਜੀ ਪਤਾ ਜੀ? ਉਹ ਸਰ ਕਹਿੰਦੇ ਕਿ ਆਉਣ ਨੂੰ ਤਾਂ ਅੱਜ ਵੀ ਆ ਸਕਦਾ, ਬਟ ਤੁਹਾਨੂੰ 31 ਮਾਰਚ ਤੱਕ ਵੇਟ ਕਰਨਾ ਪੈਣਾ। ਬਸ ਭਾਜੀ ਫਿਰ ਵੇਟ ਕਰੋ ਨਾ 31 ਮਾਰਚ, ਜੇਕਰ ਬੀਤ ਜੇਗੀ ਫਿਰ ਉਹਦੇ ਬਾਅਦ ਚ ਪੁੱਛਿਓ ਵੀਰ ਜੀ ਅੱਜ ਵੀ ਉਹੀ ਸਟੇਟਸ ਹੈ, ਕਿਉਂਕਿ ਕੋਈ ਵੀ ਹਿਲਜੁਲ ਹੋਏਗੀ ਤੁਹਾਨੂੰ ਅਪਡੇਟ ਦਿੱਤਾ ਜਾਏਗਾ ਜੀ। ਠੀਕ ਹੈ ਸਰ। ਥੈਂਕ ਯੂ ਬ੍ਰਦਰ। The next is Rajinder Singh ji, last one. जी Rajinder जी। ओके जी। हरकीरत जी दसो जी की पूछना चाहते हो? हरकीरत जी। हरकीरत जी। हेलो। हाँ जी। हाँ जी सत श्री अकाल सर। सत श्री अकाल जी। ਸਰ ਮੈਂ ਨਾ ਤੁਹਾਡੇ ਤੋਂ ਲਾਸਟ ਵੀਕ ਫਾਈਲ ਮਤਲਬ ਕਿ ਤੁਹਾਡੇ ਤੋਂ ਪ੍ਰੋਸੈਸ ਕਰਾਈ ਆ। ਓਕੇ ਬ੍ਰਦਰ। ਤੇ ਮੇਰੀ ਲਾਸਟ 2 ਰਿਫਿਊਜ਼ਲ ਹੈਗੀਆਂ ਪਹਿਲੇ ਹੀ। ਅੱਛਾ ਜੀ। ਤੇ ਹੁਣ ਮੈਂ ਪੁੱਛਣਾ ਸੀ ਕਿ ਮੇਰੇ ਚਾਂਸਸ ਹੈ ਕਿ ਨਹੀਂ ਹੈ? ਪਤਾ ਨਹੀਂ ਭਾਜੀ, ਤੁਸੀਂ ਕੁਝ ਸੋਚ ਕੇ ਕੋਈ ਮੇਰਾ ਵੀਰ ਫਾਈਲ ਪ੍ਰੋਸੈਸ ਕਰਾਈ ਹੋਣੀ ਔਰ ਉਦੋਂ ਤੁਹਾਨੂੰ ਆਨਸਰ ਦਿੱਤਾ ਹੀ ਹੋਏਗਾ ਉਹਨਾਂ ਨੇ। ਨਹੀਂ ਸਰ, ਜਿੱਦਾਂ ਹੁਣ ਪਿੱਛੇ ਜੀ ਮੇਰੀ 2 ਰਿਫਿਊਜ਼ਲ ਨਹੀਂ ਬ੍ਰਦਰ, ਆਮ ਰੀਲੀ ਸੌਰੀ ਬ੍ਰਦਰ। ਹਰਕੀਰਤ ਪਤਾ ਕੀ ਹੈ, ਦਿਸ ਵੈਬਿਨਾਰ ਇਜ਼ ਨਾਟ ਅਬਾਊਟ ਇੱਕ ਚੀਜ਼ ਜਿਹੜੀ ਹੋ ਗਈ ਹੈ ਔਰ ਆਨਸਰ ਮਿਲ ਗਿਆ ਤੇ ਉਹਨੂੰ ਫਿਰ ਦੁਬਾਰਾ ਅਸੀਂ ਰੜਕੀ ਜਾਈਏ। ਮੇਰੇ ਆਨਸਰ ਚੇਂਜ ਨਹੀਂ ਹੋ ਜਾਣੇ।
my answer will remain same, that is ਕਿ ਵੀ ਤੁਸੀਂ ਜਦੋਂ ਫਾਈਲ ਲਗਾਈ ਕੁਝ ਲਾਸਟ ਵੀਕ ਹੀ ਤੁਸੀਂ ਦੱਸਿਆ ਨਾ ਫਾਈਲ ਲਗਾਈ, ਹਾਂਜੀ ਹਾਂ ਹਾਂਜੀ ਤਾਂ ਉਹਨਾਂ ਨੇ ਕੋਈ ਤੁਹਾਨੂੰ ਆਨਸਰਸ ਦਿੱਤੇ ਹੋਣੇ, ਤੁਹਾਡੀ ਤਸੱਲੀ ਹੋਈ ਹੋਣੀ, ਫੇਰ ਹੀ ਫਾਈਲ ਲਗਾਈ। ਹਾਂਜੀ ਹਾਂਜੀ ਸਰ ਆਪਾਂ ਦੁਬਾਰਾ ਨਾ ਮੇਰੀ ਪੁੱਛ ਕੇ ਕਿਉਂ ਆਪਣੇ ਲਈ ਕੋਈ ਡਾਊਟ ਕ੍ਰੀਏਟ ਕਰ ਰਹੇ ਹਾਂ। ਹਾਂਜੀ ਹਾਂਜੀ ਐਕਚੁਅਲੀ ਸਰ मैंने ना ग्रेजुएशन जो की है ना वो मेरी कोरस्पोंडेंस है। ਹਾਂ ਤਾਂ ਭਾਜੀ ਓਕੇ, ਤੁਹਾਨੂੰ ਕੀ ਆਨਸਰ ਦਿੱਤਾ ਫਿਰ ਉਹਨਾਂ ਨੇ? ਉਹਨਾਂ ਨੇ ਤਾਂ ਦਿੱਤਾ ਕਿ ਹੋ ਜਾਊਗਾ, ਬਟ ਆਈ ਮਤਲਬ ਕਿ ਮੈਂ ਤੁਹਾਡੇ ਤੋਂ ਸੁਣਨਾ ਚਾਹੁੰਦਾ ਕਿ ਮਤਲਬ ਕਿ ਮੇਰਾ ਮੈਂ ਵਿਦਆਊਟ ਡਾਕੂਮੈਂਟਸ ਦੇਖੇ ਹੋਏ, ਤੁਹਾਡੀ ਸ਼ਕਲ ਬਿਨਾਂ ਦੇਖੇ ਹੋਏ, ਤੁਹਾਡੇ ਡਾਕੂਮੈਂਟ, ਤੁਹਾਡਾ ਫਾਈਲ ਬਿਨਾਂ ਦੇਖੇ ਹੋਏ, ਤੁਹਾਨੂੰ ਕਿੱਦਾਂ ਹੋਣੇ ਵੈਬਿਨਾਰ ਤੇ ਹਾਂ ਕਰਦਾ? ਓਕੇ ਸਰ ਮਤਲਬ ਕਿ ਸਾਨੂੰ ਤੁਹਾਡੇ ਨਾਲ ਮਿਲਣਾ ਪੈਣਾ ਹੈ। So the point is, if you want to come and meet me, मैं अपना schedule ਦੱਸਿਆ ਕਿ ਇਸ ਦਿਨ ਮੈਨੂੰ ਆ ਕੇ ਮਿਲ ਸਕਦੇ ਹੋ, ਉਸ ਦਿਨ ਆ ਕੇ ਮਿਲੋ, ਕੋਈ ਇਸ਼ੂ ਨਹੀਂ। ਓਕੇ ਸਰ ਤੁਸੀਂ ਜਲੰਧਰ ਕੱਲ ਹੀ ਆਣਾ ਨਾ? ਹਾਂਜੀ ਕੱਲ ਬ੍ਰਦਰ ਜਲੰਧਰ ਆ, ਬਟ ਇੱਕ ਚੀਜ਼ ਦੱਸ ਦਿੰਦਾ ਅਬਾਊਟ ESS। ਜੇਕਰ ਅਸੀਂ ਫਾਈਲ ਲਿੱਤੀ ਹੈ ਐਂਡ ਸਾਨੂੰ ਪਤਾ ਕਿ ਵੀ ਅਸੀਂ ਪੈਸੇ ਕੋਲੋਂ ਲਾ ਕੇ ਕੰਮ ਕਰ ਰਹੇ ਹਾਂ, ਆਪਣੀ ਰਿਸ਼ਤੇਦਾਰੀ ਮੇਰਾ ਵੀਰ ਕੋਈ ਨਹੀਂ, ਆਪਣੀ ਰਿਸ਼ਤੇਦਾਰੀ ਸਿਰਫ ਇਹ ਅਸੀਂ ਘਰੋਂ ਪੈਸੇ ਕਮਾਉਣ ਲਈ ਆਏ ਆ, ਤੁਸੀਂ ਘਰੋਂ ਵੀਜ਼ਾ ਲੈਣ ਲਈ ਆਏ ਐਂਡ ਸਾਨੂੰ ਪੈਸੇ ਉਦੋਂ ਮਿਲਣੇ ਜਿੱਦਣ ਵੀਜ਼ਾ ਮਿਲੇਗਾ। ਇਹੀ ਸਾਡੇ ਕੰਮ ਦੀ ਪ੍ਰੋਬੇਬਿਲਿਟੀ, ਪੋਸਿਬਿਲਿਟੀ ਜਾਂ ਹੋਰ ਜਿੱਦਾਂ ਵੀ ਤੁਹਾਡਾ ਮਨ ਠਹਿਰਦਾ ਉਹ ਹੈ। ਤੁਹਾਡਾ ਕਾਉਂਸਲਰ ਕੇਸ ਲੈ ਲੈਂਦਾ ਹੈ ਹੈਡ ਆਫਿਸ, ਜਦੋਂ ਫਾਈਲ ਆਉਂਦੀ ਹੈ ਸਾਨੂੰ ਲੱਗਦਾ ਯਾਰ ਨਹੀਂ ਪ੍ਰੋਬਲਮ ਹੈ, ਅਸੀਂ ਤਦ ਵੀ ਫਾਈਲ ਵਾਪਸ ਭੇਜ ਦਿੰਦੇ ਹਾਂ। ਸੋ ਯੂ ਡੋਂਟ ਨੀਡ ਟੂ ਵਰੀ ਅਬਾਊਟ ਇਟ, ਜਿੰਨੀ ਤੁਹਾਨੂੰ ਚਿੰਤਾ ਹੈ ਉਸ ਨਾਲੋਂ ਜ਼ਿਆਦਾ ਸਾਨੂੰ ਚਿੰਤਾ। ਓਕੇ ਸਰ ਥੈਂਕ ਯੂ। The next is Rajinder Singh ji। ਹਰਕਮਲਜੀਤ ਕੌਰ ਜੀ, ਹਰਕਮਲਜੀਤ ਕੌਰ ਜੀ ਹੱਥ ਖੜਾ ਕੀਤਾ ਸੀਗਾ। ਹਰਕਮਲਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਰ ਮੇਰੀ ਨਾ ਇੱਕ ਵਾਰ ਰਿਫਿਊਜ਼ਲ ਹੈ ਕੈਨੇਡਾ ਕਾਲਜ ਦੀ ਸੀ ਸਰ। ਅੱਛਾ ਜੀ। ਐਂਡ ਸਰ ਹੁਣ ਮੈਂ ਦੁਬਾਰਾ ESS ਗਲੋਬਲ ਬਠਿੰਡਾ ਬ੍ਰਾਂਚ ਤੋਂ ਫਾਈਲ ਲਗਵਾਈ ਹੈ। ਅੱਛਾ ਜੀ। ਐਂਡ ਸਰ ਮੇਰਾ ਬਾਇਓਮੈਟ੍ਰਿਕ ਹੋ ਗਿਆ 8 ਫੈਬ ਨੂੰ। ਸਰ ਫਾਈਲ ਸਟੇਟਸ ਚੈੱਕ ਕਰਵਾਉਣਾ ਸੀ। ਅੱਛਾ ਬਾਇਓਮੈਟ੍ਰਿਕ 8 ਫਰਵਰੀ ਨੂੰ ਹੋ ਗਿਆ ਤਾਂ ਕੋਈ ਗੱਲ ਨਹੀਂ ਜੀ, 4 ਤੋਂ 8 ਹਫ਼ਤੇ ਵੇਟ ਕਰੋ ਜੀ। 31 ਮਾਰਚ ਤੱਕ ਤੁਹਾਨੂੰ ਰਿਜ਼ਲਟ ਕੋਈ ਨਾ ਕੋਈ ਮਾਲਕ ਮਿਹਰ ਕਰਨ ਖੁਸ਼ਖਬਰੀ ਦੇਵਾਂਗੇ। ਸਰ ਇੱਕ ਮੇਰੇ ਨਾ ਆਈਲੈਟਸ ਦੀ ਐਕਸਪਾਇਰ ਹੈ 18 ਮਈ ਨੂੰ ਐਕਸਪਾਇਰ ਹੈ ਸਰ। ਅਸੀਂ ਵਰੀ ਹੋ ਰਹੀ ਸੀ ਜ਼ਿਆਦਾ ਹੀ ਕੁਛ। ਭੈਣ ਮੇਰੀ ਮੈਂ ਇਹ ਕਿਹਾ 31 ਮਾਰਚ ਤੱਕ ਤੁਹਾਨੂੰ ਕੋਈ ਨਾ ਕੋਈ ਖਬਰ ਦੇਵਾਂਗੇ, ਬਟ ਆਪਣੇ ਆਪ ਨੂੰ ਜੇਕਰ ਤੁਹਾਨੂੰ ਆਪਣੇ ਆਪ ਤੇ ਯਕੀਨ ਨਹੀਂ ਹੈ ਕਿ ਤੁਹਾਡਾ ਵੀਜ਼ਾ ਨਹੀਂ ਆਣਾ, ਤੁਹਾਨੂੰ 1% ਵੀ ਡਾਊਟ ਹੁੰਦਾ ਹੈ ਆਪਣੀ ਕਿਸਮਤ ਤੇ, ਕਿਉਂਕਿ ਤੁਹਾਡੀ ਕਿਸਮਤ ਕਿੱਦਾਂ ਦੀ ਹੈ ਤੁਹਾਨੂੰ ਪਤਾ ਹੈ, ਤੇ ਵੀ ਉਹਦੇ ਤੇ ਆਪਣੀ ਇੱਕ IELTS ਦੀ ਡੇਟ ਜ਼ਰੂਰ ਮੇਰੀ ਭੈਣ ਲੈ ਕੇ ਰੱਖ ਲੈ, ਕਿਉਂਕਿ 31 ਮਾਰਚ ਤੋਂ ਬਾਅਦ ਵੈਸੇ ਵੀ ਰਿਜ਼ਲਟ ਉਹ ਜਿਹੜਾ ਕਹਿੰਦਾ ਰਸ਼ IELTS ਵਾਲੇ ਬੰਨੇ ਬਹੁਤ ਜ਼ਿਆਦਾ ਹੋਏ ਨਾ ਤੇ ਡੇਟਾ ਮਿਲਣੀਆਂ ਔਖੀਆਂ ਹੋਈ ਨੇ। ਹਾਂਜੀ ਸਰ। ਤੇ ਸਰ ਮੇਰੀ 8 ਮਾਰਚ ਨੂੰ ਕਲਾਸਿਸ ਆ। ਹਾਂ ਕੋਈ ਗੱਲ ਨਹੀਂ, ਜੇ ਵੀਜ਼ਾ ਲੱਗ ਗਿਆ ਤੇ ਆਪਾਂ ਚੱਲ ਜਾਾਂਗੇ 8 ਮਾਰਚ ਨੂੰ, ਜੇ ਨਹੀਂ ਵੀਜ਼ਾ ਲੱਗਾ ਤੇ ਆਪਾਂ IELTS ਦੁਬਾਰਾ ਕਰ ਲਾਂਗੇ। ਦੋਵਾਂ ਚੋਂ ਇੱਕ ਕੰਮ ਹੀ ਤਾਂ ਕਰਨਾ ਹੀ ਪੈਣਾ ਨਾ। ਹਾਂਜੀ ਸਰ। ਓਕੇ ਓਕੇ ਜੀ। ਸ਼ਿਵਾਨੀ ਲੰਬਾ ਜੀ। All right ਜੀ, that's all Rohit, anything you want to say? All right ਜੀ, ਅੱਜ ਤੁਹਾਨੂੰ ਮੈਂ ਔਰ ਰੋਹਿਤ ਦੋਵੇਂ ਮਿਲ ਕੇ ਜਿੰਨੀ ਇਨਫੋਰਮੇਸ਼ਨ ਦੇ ਸਕਦੇ ਸੀ ਉਹ ਦਿੱਤੇ। ਸੋ ਸਾਰੇ ਸਟੂਡੈਂਟਸ ਕੋਈ ਵੀ ਜਿਹੜੇ ਆਪਣਾ ਕੇਸ ਦਾ ਸਟੇਟਸ ਲੈਣਾ ਚਾਹੁੰਦੇ ਹੈ ਜਾਂ ਨਵੀਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਸਾਡੇ ਆਫਿਸ ਆ ਕਰਕੇ ਸਾਨੂੰ ਮਿਲ ਸਕਦੇ। ਤੁਸੀਂ ਪਟਿਆਲਾ, ਪਟਿਆਲਾ, ਜਲੰਧਰ, ਅੰਮ੍ਰਿਤਸਰ, ਮਤਲਬ ਦੁਆਬਾ, ਮਾਝਾ, ਮਾਲਵਾ, ਇਸ ਤੋਂ ਇਲਾਵਾ ਪੰਜਾਬ ਤੋਂ ਬਾਹਰ ਹਰਿਆਣਾ ਤੋਂ ਹੋ, ਰਾਜਸਥਾਨ ਤੋਂ ਤੇ ਵਿਕਰਮ, ਮੈਂ ਨੰਬਰ ਵੀ ਦੱਸ ਦਿੰਦਾ ਵਿਕਰਮ ਦਾ 9915719800 ਫੋਨ ਕਰਕੇ ਵਿਕਰਮ ਨਾਲ ਅਪਾਇੰਟਮੈਂਟ ਕਰ ਸਕਦੇ ਹੋ। ਵਿਕਰਮ ਅੱਗੇ ਰੁਦਰਪੁਰ ਪੂਰਾ ਹਫਤਾ, ਫਿਰ ਨਾਲ ਜੀ ਸਿਮਰ ਹੈ, ਮੈਂ ਸਿਮਰ ਦਾ ਨੰਬਰ ਵੀ ਤੁਹਾਨੂੰ ਦੱਸ ਦੇਣਾ ਕਿ ਵੀ ਹਰਿਆਣਾ ਦੇ ਵਿੱਚ ਜੇਕਰ ਤੁਸੀਂ ਮਿਲਣਾ ਚਾਹੁੰਦੇ ਹੋ ਤੁਸੀਂ ਸਿਮਰ ਨੂੰ ਵੀ ਮਿਲ ਸਕਦੇ ਹੋ ਉੱਥੇ। ਰੁਦਰਪੁਰ, ਮੋਗਾ ਹੋ ਗਿਆ ਜਾਂ ਫਿਰ ਤੁਹਾਡਾ ਜੀ ਅੱਗੇ ਗੰਗਾਨਗਰ ਦੇ ਵਿੱਚ ਹੋ ਗਿਆ ਜੀ। ਐਂਡ ਇਹਨਾਂ ਇਲਾਕੇ ਤੁਸੀਂ ਮਿਲਣਾ ਚਾਹੁੰਦੇ ਹੋ ਤੁਸੀਂ ਵਿਕਰਮ ਨਾਲ ਗੱਲ ਕਰ ਲਓ। ਵਿਕਰਮ ਦਾ ਨੰਬਰ ਹੈ 9915719800। ਜਿਹੜਾ ਵਾ ਤੁਸੀਂ ਸਿਮਰ ਦੇ ਨਾਲ ਤੁਸੀਂ ਆਪਣਾ ਰਾਬਤਾ ਕਰਨਾ ਚਾਹੁੰਦੇ ਹੋ ਹਰਿਆਣਾ ਦੇ ਵਿੱਚੋਂ, ਤੁਸੀਂ ਨੰਬਰ ਲਿਖ ਸਕਦੇ ਹੋ 9872547477 9872547477। ਸੋ ਇਹ ਨੰਬਰ ਦੇ ਉੱਤੇ ਕਾਲਸ ਕਰਕੇ ਤੁਸੀਂ ਅੱਜ ਜੇਕਰ ਤੁਸੀਂ ਜਲੰਧਰ, ਅੰਮ੍ਰਿਤਸਰ, ਪਟਿਆਲਾ,
ਜਾਂ ਫਿਰ ਬਠਿੰਡਾ, ਇਹ ਸ਼ਹਿਰਾਂ ਚੋਂ ਨਹੀਂ ਇਹ ਦਫ਼ਤਰਾਂ ਜਾਣਾ ਚਾਹੁੰਦੇ ਜਾਂ ਇਹ ਦੂਰ ਪੈਂਦੇ ਹੈ, ਬਟ ਤੁਸੀਂ ਆਪਣੇ ਲੋਕਲ ਮਿਲਣਾ ਚਾਹੁੰਦੇ ਹੋ ਤੇ ਤੁਸੀਂ ਵਿਕਰਮ ਜਾਂ ਸਿਮਰ, ਇਹ ਦੋ ਸਾਰੇ ਆਰਗੇਨਾਈਜੇਸ਼ਨ ਦੀਆਂ ਸੇਲਸ ਨੂੰ ਦੇਖਦੇ ਆ। ਸੋ ਇਹਨਾਂ ਦੇ ਨਾਲ ਗੱਲ ਕਰਕੇ ਆਪਣੇ ਡਾਊਟ ਕਲੀਅਰ ਕਰਕੇ ਇਹਨਾਂ ਨੂੰ WhatsApp ਕਰ ਦਿਓ, ਕਿਉਂਕਿ ਸਾਰੇ ਜਣੇ ਕਾਲ ਕਰਨੀ ਸ਼ੁਰੂ ਕਰ ਦਿਓ ਕਿ ਉਹ ਸਦਾ ਫੋਨ ਨਾ ਚੱਕ ਸਕਣ, ਤੇ ਆਪਣਾ ਕਾਲ ਇਹਨਾਂ ਨੂੰ WhatsApp ਕਰ ਦਿਓ, ਰਿਕਾਰਡਡ ਮੈਸੇਜ ਭੇਜ ਦਿਓ, ਇਹ ਸਨੈਪਚੈਟ ਵੀ ਯੂਜ਼ ਕਰਦੇ ਹੋ ਤੇ ਮੈਸੇਜ ਭੇਜ ਦਿਓ, ਤੁਹਾਡੇ ਰਿਪਲਾਈ ਜ਼ਰੂਰ ਹੋਏਗਾ। ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਐਪਰੋਪਰੀਏਟ ਨਹੀਂ ਮਿਲਦੀ, ਤੁਸੀਂ ਮੈਨੂੰ ਸਨੈਪਚੈਟ ਦੇ ਉੱਤੇ ਮੈਸੇਜ ਪਾ ਸਕਦੇ ਹੋ, ਮੇਰਾ ਯੂਜ਼ਰ ਆਈਡੀ ਗੁਰਿੰਦਰ ਭੱਟੀ, ਔਰ ਤੇ ਮੈਨੂੰ ਵੀ ਮੈਸੇਜ ਪਾਇਆ ਜਾ ਸਕਦਾ। ਐਂਡ ਉਮੀਦ ਕਰਦੇ ਹਾਂ ਅਸੀਂ ਕਿ ਜਿੰਨਾ ਸਾਡੇ ਕੋਲ ਇਸ ਵੇਲੇ ਐਪਲੀਕੇਸ਼ਨ ਦਾ ਨੰਬਰ ਹੈ, ਸੋ ਉਮੀਦ ਕਰਦੇ ਹਾਂ 24 to 48 ਆਵਰਸ ਤੁਹਾਡੀ ਕੁਐਰੀ ਨੂੰ ਸੋਲਵ ਕਰ ਸਕੀਏ। ਥੈਂਕ ਯੂ ਵੈਰੀ ਮਚ ਜੀ, ਸਤਿ ਸ਼੍ਰੀ ਅਕਾਲ। ਐਂਡ ਅਗਲੇ 28 ਫਰਵਰੀ ਦਿਨ ਹੈ, ਅਗਲਾ ਜਿਹੜਾ ਐਤਵਾਰ, ਹੋ ਸਕਦਾ ਅਗਲੇ ਐਤਵਾਰ ਅਸੀਂ ਵੈਬੀਨਾਰ ਨਾ ਕਰੀਏ, ਇੱਕ ਹਫ਼ਤਾ ਛੱਡ ਕੇ ਕਰੀਏ, ਮਾਰਚ ਦੇ ਪਹਿਲੇ ਹਫ਼ਤੇ ਕਰੀਏ, ਮਾਰਚ ਦੇ ਪਹਿਲੇ ਐਤਵਾਰ ਨੂੰ ਕਰੀਏ, ਉਹ ਤੁਹਾਨੂੰ ਅਸੀਂ ਆਪਣੇ ਫੇਸਬੁੱਕ ਤੇ ਅਪਡੇਟ ਜ਼ਰੂਰ ਕਰ ਦਾਂਗੇ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।